वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਹਰ ਰੋਜ਼ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਸਟੂਡੀਓ ਦੇ ਵਿੱਚ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। डॉक्टर साहब स्वागत है जी तुहाडा। वाहिगुरू जी का खालसा वाहिगुरू जी की फतेह जी। हाँ जी अमरवीर सिंह जी, तुहानू भी ते दुनिया भर च बैठे साडे बहुत ही प्यारे सोहणे सियाणे TV84 दे दर्शकां नू भी वाहिगुरू जी का खालसा वाहिगुरू जी की फतेह। साडे बहुत ही प्यारे मुसलमान भैणां भरावां नू अस्सलाम अलैकुम। गंगा जमनी तहजीब दे हिंदू तवीआं नू नमो नमः जी। डॉक्टर साहब अज असी 30 सितंबर 2024 ਤੇ ਨਾਨਕਸ਼ਾਹੀ ਸੰਮਤ 556 ਦਾ ਜਿਹੜਾ ਅਸੀਂ 16 ਅੱਸੂ ਦੇ ਦਿਨ ਗੱਲ ਕਰਨ ਜਾ ਰਹੇ ਹਾਂ ਤੇ ਵੀਕਐਂਡ ਤੋਂ ਬਾਅਦ ਅੱਜ ਸਾਡਾ ਪਹਿਲਾ ਦਿਨ ਹੈਗਾ ਸੋਮਵਾਰ ਦਾ, ਜਦੋਂ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਇਹਨਾਂ ਦੋ ਦਿਨਾਂ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਤੇ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਖਾਸ ਤੌਰ ਤੇ ਅਸੀਂ ਪਿਛਲੇ ਹਫਤੇ ਦੇ ਵਿੱਚ ਵੀ ਜਿਹੜੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਇਜਲਾਸ ਨਾਲ ਜੁੜੀਆਂ ਡਿਵੈਲਪਮੈਂਟਸ ਨੇ ਉਹ ਕਾਫੀ ਹਾਵੀ ਰਹੀਆਂ ਨੇ। ਹੁਣ ਵੀ ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਤੇ ਵਾਪਸ ਜਾ ਚੁੱਕੇ ਨੇ ਭਾਰਤ, ਤੇ ਉਹਨਾਂ ਦੀ ਉੱਥੇ ਜਿਹੜੀ ਲੋਕਲ ਸਿਆਸਤ ਹੈਗੀ ਹੈ ਉਸ ਦੇ ਨਾਲ ਜੁੜੀਆਂ ਖਬਰਾਂ ਵੀ ਆ ਰਹੀਆਂ ਨੇ। ਪਰ ਜਦੋਂ ਅਸੀਂ ਅਮਰੀਕਾ ਦੀ ਧਰਤੀ ਤੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਇਜਲਾਸ ਦੀ ਗੱਲ ਕਰਦੇ ਹਾਂ ਤੇ ਭਾਰਤ ਦੀ ਵਾਰੀ ਦੇ ਮੁਤਾਬਕ ਭਾਰਤ ਵੱਲੋਂ ਡਾਕਟਰ ਐਸ ਜੈਸ਼ੰਕਰ ਜਿਹੜੇ ਕਿ ਵਿਦੇਸ਼ ਮੰਤਰੀ ਨੇ ਭਾਰਤ ਦੇ, ਉਹਨਾਂ ਵੱਲੋਂ ਐਡਰੈਸ ਕੀਤਾ ਗਿਆ ਸ਼ਨੀਵਾਰ ਨੂੰ ਯੂਨਾਈਟਿਡ ਨੇਸ਼ਨਸ ਨੂੰ। ਤੇ ਆਉਂਦੇ ਕੱਲ ਉਹਨਾਂ ਨੇ ਜਿਹੜਾ ਪਾਰਟ ਹੈਗਾ ਉਹਨਾਂ ਨੇ ਅਗਲੀ ਉਹਦੇ ਵਿੱਚ ਵੀ ਜਿਹੜੀ ਆ ਉਹ ਗੱਲ ਕਰਨੀ ਹੈ। ਕੱਲ ਨੂੰ ਉਹਨਾਂ ਦੀ ਇੱਕ ਮੀਟਿੰਗ ਵੀ ਹੈਗੀ ਹੈ ਜਾਂ ਉਹਨਾਂ ਨੇ ਆਪਣੇ ਐਂਟਨੀ ਬਲਿੰਕਨ ਦੇ ਨਾਲ ਵੀ ਮੁਲਾਕਾਤ ਕਰਨੀ ਹੈ। ਸੋ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਇਸ ਵਕਤ ਅਮਰੀਕਾ ਦਾ ਜਿਹੜਾ ਪੱਖ ਹੈ ਭਾਰਤ ਨੂੰ ਲੈ ਕੇ ਅਸੀਂ ਬੀਤੇ ਹਫਤੇ ਦੇ ਵਿੱਚ ਵੀ ਗੱਲ ਕੀਤੀ ਹੈ, ਪਰ ਨਾਲ ਹੀ ਨਾਲ ਉਹਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਜਾਂ ਦੇਖਣਾ ਚਾਹ ਰਹੇ ਹਾਂ ਵੀ ਇਸ ਵਕਤ ਅਮਰੀਕਾ ਦਾ ਰੁਖ ਕੀ ਹੈਗਾ ਭਾਰਤ ਦੇ ਪ੍ਰਤੀ। ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਕੱਲ ਨੂੰ ਐਂਟਨੀ ਬਲਿੰਕਨ ਦੇ ਨਾਲ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਤੁਹਾਡੇ ਕੋਲੋਂ ਸਮਝਣਾ ਚਾਹਾਂਗੇ, ਸਾਡੇ ਦਰਸ਼ਕਾਂ ਦੇ ਲਈ ਵੀ, ਸਿੱਖਾਂ ਦੇ ਹਵਾਲੇ ਨਾਲ ਜਿਹੜਾ ਸੁਨੇਹਾ ਅਮਰੀਕਾ ਨੇ ਦਿੱਤਾ ਹੈ, ਅਮਰੀਕਾ ਉਹਦੇ ਤੇ ਕਿੰਨਾ ਕੁ ਪੁਸ਼ ਕਰ ਰਿਹਾ ਹੈ। ਕਿਉਂਕਿ ਇਹ ਰਿਮਾਈਂਡਰ ਵੀ ਹੈ ਜਾਂ ਚਿੱਠੀਆਂ ਵੀ ਲਿਖੀਆਂ ਜਾ ਰਹੀਆਂ ਨੇ ਜਿਹੜੀ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਸਿੱਖਾਂ ਵੱਲੋਂ, ਸਿੱਖ ਆਰਗੇਨਾਈਜੇਸ਼ਨਸ ਵੱਲੋਂ, ਕਿ ਭਾਈ ਇਸ ਗੱਲ ਦਾ ਧਿਆਨ ਰੱਖੋ, ਇਹ ਨਾ ਹੋਵੇ ਕਿ ਤੁਸੀਂ ਭਾਰਤ ਦੇ ਉੱਤੇ ਜਿਹੜਾ ਹੱਥ ਹੈ ਉਹ ਹੌਲਾ ਰੱਖੋ ਤੇ ਜਿਹੜੀ ਭਾਰਤ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਹੈ ਜਿਹਦਾ ਸਿੱਖ ਇਸ ਵਕਤ ਸ਼ਿਕਾਰ ਹੋ ਰਹੇ ਆ ਉਹ ਜਿਉਂਦੀ ਤਿਉਂ ਜਾਰੀ ਰਹੇ। ਦੇਖੋ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਪਰਮਾਨੈਂਟ ਇੱਕ ਸਪਾਂਸਰਸ਼ਿਪ ਹਰ ਮਹੀਨੇ ਜਿਹੜਾ ਹੈ ਉਹ ਸਾਨੂੰ ਹੱਕ ਦਿੱਤਾ ਹੋਇਆ ਕਿ ਅਸੀਂ ਕੋਈ ਵੀ ਦਿਨ ਜਿਹੜਾ ਹੈ ਉਹਨਾਂ ਦੀ ਸਪਾਂਸਰਸ਼ਿਪ ਕਰ ਸਕਦੇ। ਔਰ ਅਸੀਂ ਜਿੱਥੇ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ, ਜਿਨ੍ਹਾਂ ਨੇ ਸਾਨੂੰ ਬਹੁਤ ਹੌਸਲਾ ਦੇ ਕੇ ਖਾਸ ਤੌਰ 'ਤੇ ਫਾਈਨੈਂਸ਼ੀਅਲ ਪਾਰਟ ਤੋਂ ਮਜ਼ਬੂਤ ਕੀਤਾ ਹੈ। ਉਹਨਾਂ ਦੇ ਵਿੱਚ ਭਾਈ ਗੋਬਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਇਹਨਾਂ ਦਾ ਖਾਸ ਮੁਕਾਮ ਹੈ। ਭਾਈ ਗੁਰਦੇਵ ਸਿੰਘ ਤਾਂ ਸਾਡੇ ਪੱਕੇ ਹੁਣ ਸਫ਼ਰਾਂ ਦੇ ਸਾਥੀ ਵੀ ਨੇ। UK ਦੇ ਦੌਰੇ ਦੇ ਦੌਰਾਨ ਵੀ ਉਹ ਨਾਲ ਰਹੇ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਸਾਥ ਜਿਹੜਾ ਸਾਡੇ ਲਈ ਬੜਾ ਕੀਮਤੀ ਸਾਥ ਹੈ। ਭਾਈ ਗੋਬਿੰਦਰ ਸਿੰਘ ਲਾਈਕ ਏ ਪਿਲਰ ਨੇ, ਬਹੁਤ ਐਮੋਸ਼ਨਲ ਉਹਨਾਂ ਦੀ ਪਹੁੰਚ ਹੈ। ਔਰ ਪਿਛਲੇ ਲਗਭਗ 1990 ਜਦੋਂ ਪਹਿਲੀ ਵਾਰ ਮੇਰਾ ਆਉਣਾ ਹੋਇਆ ਨਿਊਯਾਰਕ ਦੀ ਧਰਤੀ ਤੇ ਡਾਕਟਰ ਰਣਜੀਤ ਸਿੰਘ ਔਰ ਭਾਈ ਗੋਬਿੰਦਰ ਸਿੰਘ ਭਰਾਵਾਂ ਵਾਂਗ, ਯਾਰਾਂ ਵਰਗੇ ਭਰਾ, ਭਰਾਵਾਂ ਵਰਗੇ ਯਾਰ। ਔਰ ਮੈਂ ਸਮਝਦਾ ਵੀ ਜਿਨ੍ਹਾਂ ਨੇ ਡਾਕਟਰ ਸਾਹਿਬ ਦੇ ਵਿਛੋੜੇ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਔਰ ਉਹਨਾਂ ਦੇ ਮਿਸ਼ਨ ਨੂੰ ਅੱਗੇ ਤੋਰਨ ਦੇ ਲਈ ਪੂਰੇ ਤੌਰ ਦੇ ਉੱਤੇ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਉਹਨਾਂ 'ਚ ਭਾਈ ਗੋਬਿੰਦਰ ਸਿੰਘ ਪ੍ਰਮੁੱਖ ਤੌਰ 'ਤੇ ਨੇ ਜੀ। ਔਰ ਸਾਡੇ ਨਾਲ ਵੀ ਉਹਨਾਂ ਦੀ ਮੁਹੱਬਤ ਕੋਈ ਅੱਜ ਦੀ ਨਹੀਂ ਹੈ, ਉਦੋਂ ਤੋਂ ਹੀ, ਔਰ ਪੂਰੀ ਲਾਇਲਟੀ ਦੇ ਨਾਲ ਕੌਮ ਦੇ ਨਾਲ ਖਲੋਤੇ ਨੇ। ਨਿਊਯਾਰਕ 'ਚ ਹੁੰਦਿਆਂ ਵੀ ਹਰ ਪ੍ਰੋਟੈਸਟ ਔਰ ਹਰ ਪੰਥਕ ਐਕਟੀਵਿਟੀ ਦੇ ਵਿੱਚ ਉਹਨਾਂ ਦਾ ਫਰੰਟਲ ਰੋਲ ਰਿਹਾ ਔਰ ਉਹਨਾਂ ਦਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਵੀ ਡਾਕਟਰ ਸਾਹਿਬ ਹੀ ਸਾਨੂੰ ਸਿੱਖੀ ਦੇ ਰਸਤੇ 'ਤੇ ਲਿਆਏ। ਉਹਨਾਂ ਦੀ
ਪ੍ਰੇਰਨਾ ਨਾਲ ਅੰਮ੍ਰਿਤਪਾਨ ਕੀਤਾ, ਉਹਨਾਂ ਦੀ ਪ੍ਰੇਰਨਾ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਜਿਹੜੀ ਖਾਸ ਤੌਰ 'ਤੇ ਇੱਥੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਸੰਥਿਆ ਜਿਸ ਦੇ ਲਈ ਸਾਡਾ ਗੁਰਮਤਿ ਦਾ ਸ਼ਬਦ ਹੈ ਉਸ ਦੇ ਨਾਲ ਜੁੜੇ। ਔਰ ਇਸੇ ਤਰ੍ਹਾਂ ਉਹਨਾਂ ਦੇ ਅੱਗੋਂ ਬੱਚੀ ਨੇ ਵੀ, ਉਹਨਾਂ ਦਾ ਬੇਟਾ ਬੇਟੀ ਸਮੁੱਚਾ ਪਰਿਵਾਰ, ਉਹਨਾਂ ਦਾ ਨੈਫਿਊ ਹਰਦੀਪ ਸਿੰਘ, ਇਹ ਸਾਰੇ ਹੀ ਕਮਿਟਡ ਨੇ। ਔਰ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਜਿੱਥੇ ਸਾਨੂੰ ਹੌਸਲਾ ਦਿੱਤਾ ਹੈ ਉੱਥੇ TV 84 ਦੇ ਲਈ ਇੱਕ ਫਾਈਨੈਂਸ਼ੀਅਲ ਪਿਲਰ ਬਣ ਕੇ ਵੀ ਖਲੋਤੇ ਨੇ। ਜੀ ਡਾਕਟਰ ਸਾਹਿਬ, ਪਿਛਲੇ ਹਫਤੇ ਦੇ ਸਾਡੇ ਪ੍ਰੋਗਰਾਮ ਜਿਹੜੇ ਬੇਸ਼ੱਕ ਇੱਕ ਡਿਫਰੈਂਟ ਫਾਰਮੈਟ 'ਚ ਰਹੇ, ਉਹਨਾਂ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਔਰ ਲਾਸਟ ਜਿਹੜਾ ਫਰਾਈਡੇ ਦਾ ਪ੍ਰੋਗਰਾਮ ਵੀ ਸੀ ਉਸ ਦੇ ਉੱਤੇ, ਕਿਉਂਕਿ ਜੋ ਕੁਝ ਮਿਡਲ ਈਸਟ ਚੱਲ ਰਿਹਾ ਹੈ ਉਹ ਵੀ ਇਸ ਵੇਲੇ ਦੁਨੀਆ ਭਰ 'ਚ ਚਰਚਾ ਦੇ ਵਿੱਚ ਹੈ। ਔਰ ਇੱਥੇ ਵੀ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਜਿਹੜਾ ਪਿਛਲਾ ਵੀਕਐਂਡ ਫਰਾਈਡੇ ਸੈਚਰਡੇ ਸੰਡੇ, ਕਿਉਂਕਿ ਤਿੰਨੋਂ ਦਿਨ ਹੀ ਜ਼ੋਰਦਾਰ ਪ੍ਰੋਟੈਸਟ ਸਨ ਡੈਲਾਵੇਅਰ ਦੇ ਵਿੱਚ ਵੀ ਔਰ ਇੱਥੇ ਨਾਸਾ ਕਾਊਂਟੀ 'ਚ ਵੀ ਔਰ ਫਾਈਨਲੀ UN ਦੇ ਬਾਹਰ ਵੀ, ਉਹ ਵੀ ਚਰਚਾ ਦੇ ਵਿੱਚ ਰਹੇ। ਔਰ ਜਾਣ ਲੱਗੇ ਮੋਦੀ ਬੇਸ਼ੱਕ UN ਜਨਰਲ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਨਿਕਲ ਗਿਆ, ਕਿਉਂਕਿ ਉਸ ਤੋਂ ਅਸੈਂਬਲੀ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਵਰਲਡ ਸਮਿਟ UN ਦੇ ਫਿਊਚਰ ਨੂੰ ਲੈ ਕੇ ਹੋਈ, ਉਸ ਨੂੰ ਉਹਨੇ ਐਡਰੈਸ ਕੀਤਾ। ਲੇਕਿਨ ਜਦੋਂ UN ਜਨਰਲ ਅਸੈਂਬਲੀ ਸੈਸ਼ਨ ਸ਼ੁਰੂ ਹੋਇਆ ਫਸਟ ਡੇ, ਜਿਸ ਦਿਨ ਪ੍ਰੈਜ਼ੀਡੈਂਟ ਬਾਈਡਨ ਔਰ UN ਸੈਕਟਰੀ ਜਨਰਲ ਨੇ ਐਡਰੈਸ ਕੀਤਾ, ਮੋਦੀ ਅਮਰੀਕਾ ਦੀ ਧਰਤੀ ਤੋਂ ਜਾ ਚੁੱਕਾ ਸੀ, ਲੇਕਿਨ ਆਪਣੇ ਬਚੁੰਗੜੇ ਨੂੰ S ਜੈਸ਼ੰਕਰ ਨੂੰ ਇੱਥੇ ਛੱਡ ਗਿਆ। ਔਰ ਇਹਨਾਂ ਸਾਰੇ ਦਿਨਾਂ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਉਸ ਦੀ ਕੋਈ ਨਾ ਕੋਈ ਐਕਟੀਵਿਟੀ ਵਾਜ਼ਿਆ ਰਹੀ। ਉਹਨੇ ਨਿਊਯਾਰਕ ਦੇ ਵਿੱਚ ਏਸ਼ੀਆ ਸੁਸਾਇਟੀ ਦੇ ਇੱਕ ਜਿਹੜਾ ਪ੍ਰੋਗਰਾਮ ਨੂੰ ਵੀ ਐਡਰੈਸ ਕੀਤਾ ਔਰ ਉਹੀ ਯੱਕੜ, ਉਹੀ ਯਬਲੀਆਂ ਔਰ ਇਸੇ ਤਰ੍ਹਾਂ ਵਿਦਨ ਕਮਿਊਨਿਟੀ ਵੀ ਕੁਛ ਨਾ ਕੁਛ ਉਹ ਚਰਚਾ 'ਚ ਰਿਹਾ। ਲੇਕਿਨ ਜਿਹੜਾ ਇਸ਼ੂ ਅੱਜ ਸਾਡੇ ਲਈ ਅਹਿਮੀਅਤ ਵਾਲਾ ਔਰ ਕਿਉਂਕਿ ਆਉਣ ਵਾਲੇ ਕੱਲ੍ਹ ਟਿਊਜ਼ਡੇ ਉਸ ਦੇ ਮੁੱਖ ਤੌਰ ਦੇ ਉੱਤੇ 2 ਪ੍ਰੋਗਰਾਮ ਵਾਸ਼ਿੰਗਟਨ DC 'ਚ ਨੇ, ਉਹ ਸੰਡੇ ਹੀ ਵਾਸ਼ਿੰਗਟਨ DC ਪਹੁੰਚ ਗਿਆ ਸੀ। ਹਾਲਾਂਕਿ ਜਿਹੜਾ ਉਸ ਦਾ ਐਡਰੈਸ UN ਜਨਰਲ ਅਸੈਂਬਲੀ ਨੂੰ ਸੀ ਵੀਕਐਂਡ, ਉਸ ਦਿਨ ਕੁਦਰਤੀ ਥੰਡਰ ਸਟਾਰਮ ਵੀ ਸੀ, ਕਸ਼ਮੀਰੀਆਂ ਨੇ ਪ੍ਰੋਟੈਸਟ ਵੀ ਕੀਤਾ, ਪਰ ਉਸ ਤੋਂ ਅਗਲੇ ਦਿਨ ਆਇਆ ਕਿ ਜੀ ਉਹ ਵਾਸ਼ਿੰਗਟਨ DC ਪਹੁੰਚ ਗਿਆ। ਜਿਹੜੀਆਂ ਵਾਸ਼ਿੰਗਟਨ DC ਦੀਆਂ 2 ਦੀਆਂ ਐਕਟੀਵਿਟੀਜ਼ ਇਸ ਵੇਲੇ ਮੀਡੀਆ ਰਾਹੀਂ ਔਰ ਖਾਸ ਤੌਰ ਤੇ ਸਿੱਖਸ ਫਾਰ ਜਸਟਿਸ ਜਿਹੜਾ ਕਿ ਪੂਰਾ ਟਰੈਕ ਰੱਖਦਾ ਹੈ ਕਿ ਇਹ ਵਾਰ ਕ੍ਰਿਮੀਨਲ ਕਿੱਥੇ ਕਿੱਥੇ ਜਾ ਰਹੇ ਨੇ, ਉਹਨਾਂ ਰਾਹੀਂ ਸਾਹਮਣੇ ਆਈ ਹੈ। ਕੱਲ੍ਹ ਉਹਨੇ ਸਵੇਰੇ 8:30 ਤੋਂ 9:30 ਤੱਕ ਜਿਹੜਾ ਇੱਕ ਵੱਡਾ ਥਿੰਕ ਟੈਂਕ ਹੈ, ਜਿਹੜਾ ਬੇਸ਼ੱਕ ਥੋੜ੍ਹਾ ਜਿਹਾ ਇੱਕ ਜ਼ਮਾਨੇ ਦੇ ਵਿੱਚ ਜਿਹੜਾ ਇਸ ਨੂੰ ਰਿਪਬਲਿਕਨ ਲੀਨਿੰਗ ਕਹਿੰਦੇ ਸੀ, ਪਰ ਇੱਕ ਪ੍ਰੋਮੀਨੈਂਟ ਜਿਵੇਂ ਫਰੀडम ਹਾਊਸ ਦਾ ਇੱਕ ਆਪਣਾ ਮੁਕਾਮ ਹੈ, ਇਸੇ ਤਰ੍ਹਾਂ ਕਾਰਨੈਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਇਹ ਥਿੰਕ ਟੈਂਕ ਹੈ ਜਿਹੜੇ ਜਿਸ ਦੇ ਵਿੱਚ ਬੋਲਣਾ ਐਡਰੈਸ ਕਰਨਾ ਇੱਕ ਅਹਿਮੀਅਤ ਵੀ ਰੱਖਦਾ ਹੈ। ਔਰ ਉਸ ਜ਼ਾਹਰ ਹੈ ਇਨਵਾਈਟ ਕੀਤਾ ਜਾਂਦਾ ਉਹਨਾਂ ਵੱਲੋਂ, ਤਾਂ ਹੀ ਜਿਹੜਾ ਕੋਈ ਸਪੀਕਰ ਆਉਂਦਾ। ਔਰ ਇਹ ਜਿਹੜਾ ਇਹਦੇ ਨਾਲ ਉਹਨਾਂ ਨੇ ਕਾਰਨੈਗੀ ਐਂਡੋਮੈਂਟ ਵਾਲਿਆਂ ਨੇ ਕੱਲ੍ਹ 8:30 ਤੋਂ 9:30 ਜਿਹੜਾ S ਜੈਸ਼ੰਕਰ ਨੂੰ ਇਨਵਾਈਟ ਕੀਤਾ ਹੈ, ਉਸ ਬਾਰੇ ਜਿਹੜੀ ਉਹਨਾਂ ਦੀ ਜਿਹੜਾ ਵੈਬਸਾਈਟ 'ਤੇ ਇਨਵੀਟੇਸ਼ਨ ਹੈ, ਕਨਵਰਸੇਸ਼ਨ ਵਿਦ ਹਿਜ਼ ਐਕਸੈਲੈਂਸੀ ਇੰਡੀਆਜ਼ ਐਕਸਟਰਨਲ ਅਫੇਅਰਸ ਮਿਨਿਸਟਰ S ਜੈਸ਼ੰਕਰ ਕਨਵਰਸੇਸ਼ਨ, यानी कि कोई फिक्स टॉपिक नहीं है, ओपन काइंड ऑफ डिस्कशन है। और ये जड़ा कार्नेगी एंडोमेंट फॉर इंटरनेशनल पीस है, ये 1779 मैसाचुसेट्स एवेन्यू वाशिंगटन DC च है। दर्शक देख भी सकते हैं स्क्रीन ते, जिप कोड 20036। सो सिक्स फॉर जस्टिस ने कॉल दी है कि सवेरे 7:30 ਵਜੇ ਜਿਹੜਾ ਇਸ ਤੇ ਗੇਟ ਤੇ ਪਹੁੰਚੋ, ਕਿਉਂਕਿ ਮੈਸਾਚੂਸਟਸ ਐਵਨਿਊ ਹੈ ਜਿੱਥੇ ਕਿ ਆਲਮੋਸਟ ਸਾਰੇ ਮੁਲਕਾਂ ਦੀਆਂ ਹੀ ਐਮਬੈਸੀਜ਼ ਨੇ। ਔਰ ਇਹ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਅੰਦਰ ਤਾਂ ਪਤਾ ਨਹੀਂ ਵਿਦ ਇਨਵੀਟੇਸ਼ਨ ਹੋਏਗਾ ਜਾਂ ਕਿਹਨੂੰ ਇਨਵਾਈਟ ਕੀਤਾ ਕਿਹਨੂੰ ਨਹੀਂ ਹੈ। ਹਾਲਾਂ ਪਿਛਲੇ ਕੁਝ ਮੌਕਿਆਂ ਦੇ ਮੌਕੇ ਜਦੋਂ ਅਸੀਂ DC ਰਹੇ ਉਦੋਂ ਸਾਡੀ ਸਟ੍ਰੈਟਜੀ ਦਾ ਇਹ ਵੀ ਇੱਕ ਹਿੱਸਾ ਹੁੰਦਾ ਸੀ ਕਿ ਇੱਕ ਅੱਧਾ ਬੰਦਾ ਅੰਦਰ ਪਹੁੰਚਾ ਦਿਓ ਜਿਹੜਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਉਹਦੀ ਕਨਵਰਸੇਸ਼ਨ ਦੇ ਨਾਂ ਥੱਲੇ ਉਹਨੇ ਗੱਲ ਕਰਨੀ ਹੈ ਉਹਨੂੰ ਕੁਐਸਚਨ ਕਰੇ। ਪਰ ਉਹਦੇ 'ਚ ਚਾਂਸ ਕਿੰਨਾ ਕੁ ਹੁੰਦਾ ਹੈ ਵੀ ਤੁਹਾਡਾ ਬੰਦੇ ਨੂੰ ਜੇ ਸਟ੍ਰਿਕਟਲੀ ਅੰਡਰ ਇਨਵੀਟੇਸ਼ਨ, ਕਿਉਂਕਿ ਇਸ ਪੀਰੀਅਡ ਦੇ ਵਿੱਚ ਜਿਹੜਾ ਸਿਕਿਉਰਿਟੀ ਐਂਗਲ ਨੂੰ ਲੈ ਕੇ ਜਿਵੇਂ ਦਾ ਅਸੀਂ ਨਿਊਯਾਰਕ ਦੇ ਵਿੱਚ ਵੀ ਦੇਖਿਆ ਕਿ ਭਾਈ 2-2 ਘੰਟੇ ਤਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਣ 'ਤੇ ਸੀ,
ਜੀ। ਔਰ ਇਸੇ ਤਰ੍ਹਾਂ ਕਿਉਂਕਿ ਜੋ ਕੁਛ ਐਸ ਜੈ ਸ਼ੰਕਰ ਦੀ ਹਕੂਮਤ ਨੇ ਉਹਨਾਂ ਦੀ ਨੀਤੀ ਦੇ ਥੱਲੇ, ਮੋਦੀ ਦੀ ਔਰ ਅਜੀਤ ਡੋਵਲ ਦੀ ਨੀਤੀ ਦੇ ਥੱਲੇ ਕੀਤਾ ਹੈ, ਜ਼ਾਹਰ ਹੈ ਕਿ ਇਹਨਾਂ ਦੀਆਂ ਏਜੰਸੀਆਂ ਉਹਨਾਂ ਨੂੰ ਸਿਕਿਉਰਿਟੀ ਕਵਰ ਵੀ ਦੇਣਗੇ। ਲੇਕਿਨ ਤੁਹਾਡਾ ਜਿਹੜਾ ਪ੍ਰੋਟੈਸਟ ਦਾ ਰਾਈਟ ਤਾਂ ਕੋਈ ਨਹੀਂ ਜਿਹੜਾ ਰੋਕ ਸਕਦਾ। ਕੋਈ ਜਿਹੜਾ ਜਿੱਥੇ ਤੁਸੀਂ ਜਿਹੜਾ ਵਾਕਿੰਗ ਪਲੇਸ ਹੁੰਦਾ, ਜੇ ਤੁਸੀਂ ਉਹਨੂੰ ਬਲੌਕ ਨਹੀਂ ਕਰਦੇ ਤਾਂ ਤੁਸੀਂ ਕਿਤੇ ਵੀ ਖਲੋ ਸਕਦੇ ਹੋ। ਰਾਈਟ ਟੂ ਪ੍ਰੋਟੈਸਟ ਤੁਹਾਡਾ ਰਾਈਟ ਹੈ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਵਾਸ਼ਿੰਗਟਨ DC ਦੇ ਆਪਣੇ ਭਰਾਵਾਂ ਭੈਣਾਂ ਨੂੰ ਕਿ ਬੇਸ਼ੱਕ ਇਹ ਸ਼ਾਰਟ ਨੋਟਿਸ ਤੇ ਹੈ, ਅਰਲੀ ਆਵਰਸ ਵੀ ਹੋਣਗੇ ਕੱਲ ਦੇ, ਲੇਕਿਨ ਜਿਹੜਾ ਕਾਰਨੇਗੀ ਐਂਡੋਮੈਂਟ ਫॉर ਇੰਟਰਨੈਸ਼ਨਲ ਪੀਸ ਥਿੰਕ ਟੈਂਕ ਦੇ ਸਾਹਮਣੇ ਵੀ ਪ੍ਰੋਟੈਸਟ ਹੋਣਾ ਚਾਹੀਦਾ ਔਰ ਅੰਦਰ ਵੀ ਜੇ ਕੋਈ ਜਿਹੜਾ ਅੰਦਰ ਪਹੁੰਚ ਸਕਦਾ ਹੈ, ਜੋ ਵੀ ਉਹਨਾਂ ਦਾ ਪ੍ਰੋਸੈਸ ਹੈ, ਤੇ ਅਸੀਂ ਅਪੀਲ ਵੀ ਕਰਦੇ ਹਾਂ। ਦੂਸਰੀ ਉਹਦੀ ਐਕਟੀਵਿਟੀਜ਼ ਆ ਰਿਹਾ ਜਿਹੜਾ ਹੁਣ ਤੱਕ ਸਕੈਜੂਅਲ ਮੀਡੀਆ ਦੇ ਵਿੱਚ ਆਇਆ। ਕੱਲ ਉਹਨੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈ ਸ਼ੰਕਰ ਨੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਦੇ ਨਾਲ ਜਿਹੜੀ ਹੈ ਉਸ ਦੀ ਮੁਲਾਕਾਤ ਹੋਣੀ। ਅਸੀਂ ਇਹ ਦੇਖ ਰਹੇ ਹਾਂ ਕਿਉਂਕਿ ਜਦੋਂ ਐਸ ਜੈ ਸ਼ੰਕਰ ਅਮਰੀਕਾ ਦੀ ਧਰਤੀ ਤੇ ਹੈ, ਬਚੁੰਗੜਾ ਮੋਦੀ ਦਾ ਜਿਹੜੀਆਂ ਮਿਡਲ ਈਸਟ ਦੇ ਵਿੱਚ ਡਿਵੈਲਪਮੈਂਟਸ ਹੋ ਰਹੀਆਂ, ਕਿਉਂਕਿ ਵੈਸਟ ਬੈਂਕ ਅਕਸਰ ਖਬਰਾਂ 'ਚ ਰਹਿੰਦਾ ਹੈ। ਇਸ ਵਾਰ ਜਿਹੜਾ ਕਿਉਂਕਿ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਵਿੱਚ ਅਟੈਕ ਹੁੰਦਾ ਹੈ ਹਮਾਸ ਦਾ ਜੀ, ਔਰ ਉਹ ਗਜ਼ਾ ਤੋਂ ਹੀ ਹੁੰਦਾ ਹੈ। ਉਸ ਬੈਲਟ ਤੋਂ 200 ਤੋਂ ਜ਼ਿਆਦਾ ਜਿਹੜੇ ਨੇ ਉਹ ਅਗਵਾ ਹੁੰਦੇ ਨੇ ਬੰਦੇ, 1200 ਦੇ ਕਰੀਬ ਮਾਰੇ ਜਾਂਦੇ ਨੇ। ਸੋ ਇਜ਼ਰਾਈਲ ਦਾ ਐਕਸ਼ਨ ਜਿਹੜਾ ਆਲਮੋਸਟ ਕੁਝ ਹਫ਼ਤਿਆਂ ਬਾਅਦ ਗਜ਼ਾ ਦੇ ਵਿੱਚ ਸ਼ੁਰੂ ਹੋਇਆ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 50,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ, 1 ਲੱਖ ਦੇ ਕਰੀਬ ਜ਼ਖਮੀ ਨੇ ਔਰ 1 ਮਿਲੀਅਨ ਦੇ ਕਰੀਬ ਜਿਹੜੇ ਨੇ ਉਹ ਉੱਥੋਂ ਹਿੱਲੇ ਹੋਏ ਨੇ, ਡਿਸਪਲੇਸਡ ਨੇ। ਉਹਨੂੰ ਉਹਨਾਂ ਨੇ ਇੱਕ ਰਬਲ ਦੇ ਵਿੱਚ ਕਨਵਰਟ ਕੀਤਾ। ਪਰ ਜਿਹੜੀ ਡਿਵੈਲਪਮੈਂਟਸ ਨੇ ਪਿਛਲੇ ਦਿਨਾਂ ਤੋਂ, ਇੱਕ ਪਾਸੇ ਬਹੁਤ ਦੁਨੀਆ ਦੇ ਸਿਆਣੇ ਲੋਕਾਂ ਨੂੰ ਧੁੜਕੂ ਵੀ ਲੱਗਾ ਹੋਇਆ। ਅੱਜ ਹੀ ਸਾਡੇ ਵੀਰ ਨੇ ਵਾਸ਼ਿੰਗਟਨ ਤੋਂ ਕਾਲ ਕਰਕੇ ਸਾਡੀਆਂ ਵੀ ਟਰੈਵਲ ਪਲਾਨਸ ਦੇ ਮੱਦੇਨਜ਼ਰ ਸਾਨੂੰ ਇਹ ਕਿਹਾ ਵੀ ਜੋ ਚੱਲ ਰਿਹਾ ਹੈ ਇਸ ਦੇ ਮੱਦੇਨਜ਼ਰ ਕਿੰਨਾ ਕੁ ਸੇਫ ਹੈ ਟਰੈਵਲ ਕਰਨਾ, ਖਾਸ ਤੌਰ ਤੇ ਇੰਟਰਨੈਸ਼ਨਲ ਡੈਸਟੀਨੇਸ਼ਨਸ ਲਈ। ਸੋ ਮੇਰਾ ਆਪਣੀ ਇਮੀਡੀਏਟ ਤਾਂ ਇਹੀ ਪਾਰਟ ਹੈ ਕਿ ਵੀ ਜੋ ਇਜ਼ਰਾਈਲ ਚਾਹੁੰਦਾ ਹੈ ਉਹ ਤਾਂ ਡਰੈਗ ਕਰਨਾ ਚਾਹੁੰਦਾ ਹੈ ਈਰਾਨ ਨੂੰ ਵਾਰ ਦੇ ਵਿੱਚ, ਕਿਉਂਕਿ ਉਹ ਹਮਾਸ ਹੋਏ, ਹਿਜ਼ਬੁੱਲਾ ਹੋਏ, ਜਾਂ ਹੁਣ ਜੇ ਯਮਨ ਦੇ ਉੱਤੇ ਵੀ ਜਿਹੜਾ 3rd ਇਜ਼ਰਾਈਲ ਜਿਹੜਾ ਈਰਾਨ ਬੇਸਡ ਗੁਰਿਲੇ ਨੇ ਉਹਨਾਂ ਦੇ ਉੱਤੇ ਵੀ ਅਟੈਕ ਹੋਏ ਨੇ। ਸੋ ਇਹ ਇੱਕ ਫੀਅਰ ਇਸ ਵੇਲੇ ਲਰਕ ਕਰ ਰਿਹਾ ਹੈ ਔਰ ਇਸ ਪੀਰੀਅਡ 'ਚ ਐਸ ਜੈ ਸ਼ੰਕਰ ਦਾ ਅਮਰੀਕਾ 'ਚ ਹੋਣਾ, ਖਾਸ ਤੌਰ ਤੇ ਜਦੋਂ ਨਸਰੱਲਾ ਜਿਹੜਾ ਆਲਮੋਸਟ 30-32 ਸਾਲ ਤੋਂ ਲੀਡ ਕਰ ਰਿਹਾ ਸੀ ਇਸ ਸਾਰੀ ਮੂਵਮੈਂਟ ਨੂੰ, ਹਿਜ਼ਬੁੱਲਾ ਦੀ। ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਖਾਸ ਤੌਰ ਤੇ ਪੇਜਰ ਬੌਂਬਸ ਰਾਹੀਂ ਬਹੁਤ ਸਾਰਿਆਂ ਦਾ ਮਾਰਿਆ ਜਾਣਾ, ਫਿਰ ਵਾਕੀ ਟਾਕੀ ਰਾਹੀਂ। ਔਰ ਇਸ ਸਾਰੇ ਦੇ ਵਿੱਚ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅਮਰੀਕਨ ਸਟਾਂਸ ਦੇਖਦੇ ਹਾਂ, ਕਿਉਂਕਿ ਇਸ ਵੇਲੇ ਜਿਹੜੀ ਐਸ ਜੈ ਸ਼ੰਕਰ ਦੀ ਐਂਟਨੀ ਬਲਿੰਕਨ ਨਾਲ ਮੀਟਿੰਗ ਹੈ, ਬੇਸ਼ੱਕ ਸਾਡਾ ਕੰਸਰਨ ਤਾਂ ਸਿੱਖ ਪਰਸਪੈਕਟਿਵ ਤੋਂ ਅਸੀਂ ਗੱਲ ਕਰਾਂਗੇ ਕੀ ਹੈ, ਪਰ ਇਸ ਵੇਲੇ ਹਰ ਚੀਜ਼ ਦੇ ਉੱਤੇ ਇਹ ਸ਼ੈਡੋ ਹੈ ਮਿਡਲ ਈਸਟ ਦੀ, ਖਾਸ ਤੌਰ ਤੇ ਇਜ਼ਰਾਈਲ ਦੀਆਂ ਨੀਤੀਆਂ ਦੀ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬੇਸ਼ੱਕ ਇਸ ਵੇਲੇ ਲੇਮ ਡਕ ਟਰਮ ਜਿਹੜੀ ਯੂਜ਼ ਹੁੰਦੀ ਹੈ, ਪ੍ਰੈਜ਼ੀਡੈਂਟ ਬਾਈਡਨ ਦਾ ਰੋਲ ਲੇਮ ਡਕ ਵਾਲਾ ਹੈ, ਲੇਕਿਨ ਇੱਕ ਅਮਰੀਕਾ ਦਾ ਸਟਾਂਸ ਪਬਲਿਕ ਕੰਜ਼ੰਪਸ਼ਨ ਲਈ ਹੈ। ਜ਼ਾਹਰ ਹੈ ਜਦੋਂ ਜਿਹੜੀਆਂ ਕੈਜੂਅਲਟੀਜ਼ ਨੇ ਉਹਨਾਂ ਦੇ ਵਿੱਚ 2/3 75% ਔਰਤਾਂ ਔਰ ਬੱਚੇ ਨੇ। ਔਰ ਦੂਸਰੇ ਪਾਸੇ ਇਹ ਜਿਹੜਾ ਪ੍ਰਾਈਮ ਹਿੱਟ ਨਸਰੱਲਾ ਹੈ 30 ਸਾਲ ਤੋਂ, ਜਿਸ ਹਿਜ਼ਬੁੱਲਾ ਨੇ ਨੀਂਦ ਹਰਾਮ ਕੀਤੀ ਹੋਈ ਸੀ ਇਜ਼ਰਾਈਲ ਦੀ ਵੀ, ਔਰ ਇੰਨਾ ਲੰਬਾ ਵਕਤ ਕੋਈ ਵੀ, ਕਿਉਂਕਿ ਜਿਹੜੇ ਵੀ ਇਹ ਗੁਰਿਲਾ ਵਾਰਫੇਅਰਸ ਹੁੰਦੀਆਂ ਨੇ ਉਹਨਾਂ 'ਚ ਇੱਕ ਐਵਰੇਜ ਲੀਡਰ ਦੀ ਉਮਰ ਉਹ 3 ਤੋਂ 5 ਸਾਲ ਤੱਕ ਰੱਖਦੇ ਨੇ, ਜਿਹੜਾ ਗਰਾਊਂਡ ਗੁਰਿਲਾ ਹੈ ਉਹਦੀ ਹੋਰ ਵੀ ਘੱਟ ਹੁੰਦੀ ਹੈ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਸ ਦੀ ਸਰਵਾਈਵਲ ਇੰਨਾ ਲੰਬਾ ਵਕਤ ਸੀ। ਔਰ ਇਸ ਸਾਰੇ 'ਚ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਛ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਂ ਥੱਲੇ ਜੂਨ ਮਹੀਨੇ ਤੋਂ ਜੋ ਉਹਨਾਂ ਦੀ ਐਕਟੀਵਿਟੀ ਕੈਨੇਡਾ ਸ਼ੁਰੂ ਹੋਈ 2023 ਔਰ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਸ ਨੂੰ ਦੀ ਇੰਡਾਈਕਟਮੈਂਟ, ਅਰੇਨਮੈਂਟ ਔਰ ਸਾਲ ਬਾਅਦ ਜਿਹੜੀ ਐਕਸਟ੍ਰੈਡੀਸ਼ਨ ਵੀ ਨਿਖਿਲ ਗੁਪਤਾ ਦੀ ਹੋ ਚੁੱਕੀ ਹੈ। ਪਰ ਇਸ ਸਾਰੇ ਦੇ ਵਿੱਚ ਕਿਉਂਕਿ ਜੋ ਕੁਛ ਇਜ਼ਰਾਈਲ ਕਰ ਰਿਹਾ ਹੈ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਅੱਜ ਹੀ
ਕਰਨ ਥਾਪਰ ਦੇ ਨਾਲ ਨਵਤੇਜ ਸਿੰਘ ਸਰਨਾ, ਜਿਹੜਾ ਕਿਸੇ ਵੇਲੇ ਮਨਮੋਹਨ ਸਿੰਘ ਸਰਕਾਰ ਵੇਲੇ ਉਹ ਸਪੋਕਸਪਰਸਨ ਵੀ ਹੁੰਦਾ ਸੀ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ, ਹਾਈ ਕਮਿਸ਼ਨਰ ਵੀ ਰਿਹਾ ਯੂਕੇ ਦੇ ਵਿੱਚ, ਔਰ ਇਜ਼ਰਾਈਲ 'ਚ ਐਂਬੈਸਡਰ ਵੀ ਸੀ ਇੰਡੀਆ ਦਾ। ਉਹਦਾ ਇੱਕ ਬੜਾ ਐਕਸਕਲੂਸਿਵ ਇੰਟਰਵਿਊ ਚੱਲ ਰਿਹਾ ਸੀ, ਔਰ ਮੈਨੂੰ ਇਹ ਲੱਗਾ ਵੀ, ਮੈਂ ਕਿਹਾ ਕਿ ਬਈ ਸਿੱਖ ਭਾਵੇਂ ਜਿੰਨਾ ਮਰਜ਼ੀ ਸਰਕਾਰੀਆ ਹੋ ਜਾਏ, ਉਹਦੇ 'ਚ ਕਿਤੇ ਨਾ ਕਿਤੇ ਜਿਹੜਾ ਉਹ ਦਰਦ ਰਹਿੰਦਾ ਹਮੇਸ਼ਾ ਇਨਸਾਨੀਅਤ ਦਾ, ਜਾਂ ਕਿਤੇ ਨਾ ਕਿਤੇ ਉਹ ਬੋਲਦਾ। ਸੋ ਉਹਨੇ ਹਾਲਾਂ ਐਂਬੈਸਡਰ ਹੋਣ ਦੇ ਨਾਤੇ ਜਾਂ ਦੂਜਾ ਉਹਨੇ ਵੀ ਇਹ ਕਿਹਾ ਕਿ ਵੀ ਇਹ ਜਿਹੜਾ ਜੋ ਕੁਛ ਵੀ ਚੱਲ ਰਿਹਾ ਜੇ ਅਮਰੀਕਾ ਜਾਂ ਦੂਜਾ, ਇਹ ਨਹੀਂ ਹੈ ਵੀ ਉਹਨਾਂ ਨੂੰ ਪਤਾ ਵੀ ਇਹ ਜਿਹੜੀ ਪੋਲੀਟੀਕਲੀ ਪ੍ਰੈਜ਼ੀਡੈਂਟ ਨੇ ਕੀ ਕਿਹਾ ਜਾਂ ਕੀ ਨਹੀਂ ਕਿਹਾ, ਇਹ ਮੈਟਰ ਨਹੀਂ ਕਰਦਾ, ਪਰ ਜਿਹੜੇ ਇੰਟੈਲੀਜੈਂਸ ਆਪਰੇਸ਼ਨ ਹੁੰਦੇ ਨੇ ਉਹ ਚੱਲ ਰਹੇ ਹੁੰਦੇ ਨੇ ਆਪਣੇ ਤੌਰ ਤੇ। ਔਰ ਇਹ ਜਿਹੜਾ ਨਸਰੱਲਾ ਵਾਲਾ ਪਾਰਟ ਹੈ, ਅਮਰੀਕਨ ਇੰਟੈਲੀਜੈਂਸ ਔਰ ਇਜ਼ਰਾਈਲੀ ਇੰਟੈਲੀਜੈਂਸ ਜੁਆਇੰਟ, ਉਹਨਾਂ ਨੂੰ ਵੈਦਰ ਬਿਫੋਰ ਦੱਸਿਆ ਕਿ ਸਲਾਹ ਨਾਲ ਦੱਸਿਆ ਕਿ ਇਹਨਾਂ ਨੇ ਟਿਪ ਆਫ ਕੀਤਾ। ਇਹ ਸਾਰਾ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਇੰਡੀਆ ਇਸ ਸਾਰੀ ਖੇਡ ਦੇ ਵਿੱਚ ਇਜ਼ਰਾਈਲ ਦੇ ਨਾਲ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇੰਡੀਅਨ ਮੂਲ ਦਾ ਬੰਦਾ, ਜਿਸ ਰਾਹੀਂ ਇਹ ਜਿਹੜੇ ਉਹਨਾਂ ਦੇ ਜਿਹੜੇ ਪਹਿਲੇ ਬੰਬ ਪੇਜਰ ਬੰਬ ਆਏ, ਉਹ ਤਾਂ ਸਪਲਾਈ ਜਿੱਥੋਂ ਕੀਤੇ ਗਏ ਉਹ ਹੈ ਹੀ ਉਹਦੇ 'ਚ ਇੰਡੀਅਨ ਇਨਵੋਲਵ ਹੈ। ਉਸ ਤੋਂ ਪਹਿਲਾਂ ਅਸੀਂ ਕਤਰ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਵੀ ਕਿਵੇਂ 7 ਇਹਨਾਂ ਦੇ ਇੰਟੈਲੀਜੈਂਸ ਆਪਰੇਟਿਵ ਵੱਡੇ ਜਿਨ੍ਹਾਂ 'ਚ ਨੇਵਲ ਆਫੀਸਰ ਸੀ ਉਹ ਇਨਵੋਲਵ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਮੁੱਦੇ ਦੇ ਉੱਤੇ ਜੇ ਅਮਰੀਕਾ ਨੇ ਇਸ ਵੇਲੇ ਤੱਕ, ਹਾਲਾਂ ਕੋਈ ਐਸਾ ਤਾਂ ਨਹੀਂ ਆਇਆ ਕਿ ਅਮਰੀਕਾ ਨੇ ਕੋਈ ਇੰਡੀਆ ਨੂੰ ਆਫ ਦਾ ਹੁੱਕ ਕੀਤਾ ਹੈ, ਪਰ ਜਿਹੜੀ ਅੱਜ ਸਿਕਸ ਫਾਰ ਜਸਟਿਸ ਨੇ ਵੀ ਐਂਟਨੀ ਬਲਿੰਕਨ ਦੇ ਨਾਂ ਇੱਕ ਚਿੱਠੀ ਕੱਢੀ ਹੈ ਕਿ ਭਾਈ ਤੁਸੀਂ ਜਿਹੜੀਆਂ ਅਮਰੀਕਾ ਦੀਆਂ ਕੋਰ ਵੈਲਿਊਜ਼ ਨੇ, ਕੁਇੰਟੈਸੈਂਸ਼ੀਅਲ ਕੋਰ ਵੈਲਿਊਜ਼, ਫਰੀडम, ਲਿਬਰਟੀ, ਫਰੀडम ਆਫ ਐਕਸਪ੍ਰੈਸ਼ਨ ਜਾਂ ਦੂਸਰਾ, ਇਹ ਇਹਨਾਂ ਦੇ ਤੁਸੀਂ ਰਖਵਾਲੇ ਹੋ ਔਰ ਇੰਡੀਆ ਪ੍ਰਤੀ ਸੌਫਟ, ਕਿਉਂਕਿ ਇਹਨੂੰ ਕੁਆਇਟ ਡਿਪਲੋਮੇਸੀ ਕਿਹਾ ਜਾਂਦਾ, ਕਿਉਂਕਿ ਅਮਰੀਕਾ ਨੇ ਇਹ ਸਾਰੇ, ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਤਾਂ ਪਾਰਲੀਮੈਂਟ 'ਚ ਖਲੋ ਕੇ 18 ਸਤੰਬਰ ਨੂੰ ਸਿੱਧਾ ਇੰਡੀਆ ਨੂੰ ਦੋਸ਼ੀ ਦੱਸਿਆ ਕਿ ਵੀ ਇਹਦੇ ਲਈ ਜ਼ਿੰਮੇਵਾਰ ਹੈ ਜੋ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੈ। ਅਮਰੀਕਾ ਨੇ ਈਵਨ ਇੰਡਾਈਟਮੈਂਟ ਜਾਂ ਅਰੇਨਮੈਂਟ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਨਿਖਿਲ ਗੁਪਤਾ ਜਾਂ ਉਹਦੇ, ਹਾਲਾਂ ਵਾਸ਼ਿੰਗਟਨ ਪੋਸਟ ਨੇ ਸਟੋਰੀਜ਼ ਬ੍ਰੇਕ ਕੀਤੀਆਂ, ਵਿਕਰਮ ਯਾਦਵ ਆਇਆ, ਉਹਦਾ ਨਾਂ ਆਇਆ, ਜਾਂ ਅਜੀਤ ਰਾਵਲ ਦੇ ਖਿਲਾਫ ਜਦੋਂ ਇੱਥੇ ਸਿਕਸ ਫਾਰ ਜਸਟਿਸ ਦੀ ਲੀਗਲ ਟੀਮ ਵੱਲੋਂ ਸਿਵਲ ਲਾਸੂਟ ਫਾਈਲ ਕੀਤਾ ਜਾਂਦਾ ਤਾਂ ਆਉਂਦਾ ਹੀ ਨਹੀਂ ਹੈ ਅਮਰੀਕਾ 'ਚ। ਸੋ ਉਹ ਸਾਰੀ ਇੰਡੀਕੇਸ਼ਨ ਆਪਣੇ ਆਪ, ਕਿਉਂਕਿ ਜਿਵੇਂ ਅਸੀਂ ਕਿਹਾ ਵੀ ਇੱਕ ਪੋਲੀਟੀਕਲ ਪਾਲਿਸੀ ਮੇਕਿੰਗ ਹੈ ਜਿਹੜੀ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਦੀ ਹੈ, ਉਹਨਾਂ ਦੇ ਪਿੱਛੇ ਡੀਪ ਸਟੇਟ ਜਾਂ ਪੈਂਟਾਗਨ ਹੈ, ਔਰ ਇੱਕ ਇਹਨਾਂ ਦੀਆਂ ਲਾ ਐਨਫੋਰਸਮੈਂਟ, ਹੋਮਲੈਂਡ ਸਿਕਿਉਰਿਟੀ ਔਰ ਜਸਟਿਸ ਡਿਪਾਰਟਮੈਂਟ ਔਰ FBI ਔਰ ਦੂਸਰੇ ਨੇ। ਇਹ ਜਿਹੜੀਆਂ ਲਾ ਐਨਫੋਰਸਮੈਂਟ ਨੇ ਉਹ ਆਪਣਾ ਫਰਜ਼ ਪੂਰਾ ਅਦਾ ਕਰ ਰਹੀਆਂ, ਔਰ ਉਹਦੇ 'ਚੋਂ ਹੀ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਜਾਂ ਅਰੇਨਮੈਂਟ ਜਾਂ ਫਰਮ ਉਹਨਾਂ ਦੀ ਡੀਲਿੰਗ, ਜਿਹੜਾ ਅਕਤੂਬਰ ਦੇ ਵਿੱਚ ਇਹਦਾ ਟਰਾਇਲ ਸ਼ੁਰੂ ਹੋਣਾ। ਪਰ ਦੂਸਰੇ ਪਾਸੇ ਸਾਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ, ਕਿਉਂਕਿ ਪ੍ਰੋ ਇਜ਼ਰਾਈਲ ਪਹੁੰਚ ਦੇ ਨਾਲ ਇੰਡੀਆ ਨੇ ਇਸ ਸਾਰੇ ਦੇ ਵਿੱਚ ਕੀ ਰੋਲ ਅਦਾ ਕੀਤਾ, ਔਰ ਇਹਦੇ 'ਚ ਅੱਜ ਹੀ, ਹਾਲਾਂ ਉਹ ਇੱਕ ਹਿੰਦੂ ਨੇਮ ਸੀ ਟਵੀਟ ਦੇ ਉੱਤੇ, ਪਰ ਉਹਨਾਂ ਨੇ ਸਿੱਖ ਐਕਟਿਵਿਸਟ ਨੂੰ, ਗੁਰਪਤਵੰਤ ਸਿੰਘ ਪੰਨੂ ਜਾਂ ਦੂਸਰਿਆਂ ਨੂੰ ਵਾਰਨ ਕੀਤਾ ਹੈ ਕਿ ਵੀ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਇਹ ਲੇਟੈਸਟ ਟੈਕਨੋਲੋਜੀ, ਉਹ ਪੇਜਰ ਹੋਏ ਜਾਂ ਵਾਕੀ ਟਾਕੀ ਹੋਏ ਜਾਂ ਦੂਜਾ ਹੋਏ, ਇਸ ਦਾ ਇਸਤੇਮਾਲ ਕਰਕੇ ਜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਇੰਡੀਆ ਇਸ ਨੂੰ, ਔਰ ਉਹਦੇ ਪੇਜਰ ਵਾਲੇ ਔਰ ਦੂਜੀ ਸਪਲਾਈ ਲਾਈਨ 'ਚ ਇੰਡੀਅਨ ਏਜੰਸੀਆਂ ਦਾ ਹੱਥ ਹੈ, ਬੰਦਾ ਉਹਨਾਂ ਦੇ ਮੂਲ ਦਾ ਉਹਨਾਂ ਦਾ ਬੰਦਾ ਹੈ। ਸੋ ਇਸ ਸਾਰੇ ਦੇ ਚੱਲਦੇ ਆ ਕਿਤੇ ਇਹ ਨਾ ਹੋਏ ਕਿ ਵੀ ਅਮਰੀਕਾ ਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ 'ਚ ਇੰਡੀਆ ਜਿਹੜਾ ਉਹ ਇੱਕ ਪੋਜ਼ਿਟਿਵ ਰੋਲ ਪਲੇ ਕਰ ਰਿਹਾ ਟੂਵਰਡਸ ਇਜ਼ਰਾਈਲ, ਔਰ ਜਿਸ ਕਿਸਮ ਦਾ ਇਹ ਸਾਰਾ ਉਹਦੇ 'ਚ ਕਿਤੇ ਨਾ ਕਿਤੇ ਸੌਫਟ ਜਿਹੜੀ ਹੈ ਡਿਪਲੋਮੇਸੀ ਦਾ ਸਹਾਰਾ ਜ਼ਿਆਦਾ ਲਿਆ ਜਾਏ। ਸੋ ਇਹੀ ਸਾਡਾ ਕੰਸਰਨ ਹੋਈ ਹੈ, ਔਰ ਹਾਲਾਂਕਿ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਥੇ ਏਸ਼ੀਆ ਸੁਸਾਇਟੀ ਸੀ ਜਾਂ ਕਾਰਨੇਗੀ ਐਂਡਾਊਮੈਂਟ ਹੈ ਜਾਂ ਦੂਜਾ ਹੈ, ਉਹਨਾਂ ਨੇ ਤਾਂ ਜਿਹੜਾ ਵੀ ਇੱਥੇ ਕੋਈ ਆਇਆ ਹੁੰਦਾ ਉਹਨੂੰ ਇਨਵਾਈਟ ਕਰਨਾ ਹੀ ਹੁੰਦਾ। ਲੇਕਿਨ ਸਾਡੇ ਲਈ ਮੋਰ ਇੰਪੋਰਟੈਂਟ ਇਹ ਹੈ ਕਿ ਜਿਹੜੀ ਸਟੇਟ ਡਿਪਾਰਟਮੈਂਟ ਦੀ ਪਾਲਿਸੀ ਐਂਟਨੀ ਬਲਿੰਕਨ ਦੀ, ਜਿੱਥੇ ਕਿ ਭਾਰਤ ਨੇ ਵਿਦਨ ਅਮਰੀਕਾ ਅਮਰੀਕਨ ਸਿਟੀਜ਼ਨ ਨੂੰ ਟਾਰਗੇਟ ਕਰਕੇ ਉਹਨਾਂ ਦੀ ਸੋਵਰਨਿਟੀ ਵਾਇਲੇਟ ਕੀਤੀ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕੀਤਾ, ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਕੋਈ ਵੀ ਜਿਹੜੀ ਸੌਫਟ ਪਹੁੰਚ ਹੈ ਉਹ ਆਲਰੇਡੀ ਉਹਨਾਂ ਨੂੰ ਜੋ ਸੁਨੇਹਾ ਦੇਗੀ ਉਹ ਜ਼ਾਹਰ ਹੈ, ਕਿਉਂਕਿ
ਜੇ ਤੁਸੀਂ ਇੰਡੀਆ ਦੀ ਪੋਜੀਸ਼ਨ ਦੇਖੋ ਤਾਂ ਉਹਨਾਂ ਨੇ ਕੋਈ ਰਿਲੈਂਟ ਨਹੀਂ ਕੀਤਾ ਹੈ ਆਪਣੀ ਲਾਈਨ ਨੂੰ, ਕਿਉਂਕਿ ਇੰਡਾਈਟਮੈਂਟ ਵੀ ਹੋ ਗਈ, ਅਰੇਨਮੈਂਟ ਵੀ ਨਵੰਬਰ 'ਚ ਹੋ ਗਈ, ਔਰ ਜੂਨ ਦੇ ਮਹੀਨੇ 'ਚ ਜਸਟ 3 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ ਮੋਦੀ ਦੀ ਉਹੀ ਸਟੇਟਮੈਂਟ ਜਿਹਦੇ 'ਚ ਉਸਨੇ ਕਿਹਾ ਵੀ ਘਰ ਮੇਂ ਘੁਸ ਕੇ ਮਾरेंगे, ਘਰ ਮੇਂ ਘੁਸ ਕੇ ਮਾਰਾ, ਉਹ ਕਾਂਗਰਸ ਨੂੰ ਔਰ ਉਹਨਾਂ ਨੂੰ ਕਹਿ ਰਿਹਾ ਜੀ ਤੁਹਾਡੇ ਵੇਲੇ ਤੁਸੀਂ ਡੋਜ਼ੀਅਰ ਦੇਣ ਤੇ ਰਹਿੰਦੇ ਸੀ ਔਰ ਅਸੀਂ ਤਾਂ ਜਿਹੜਾ ਹੈ ਉਹ ਇਸ ਨੂੰ ਜਿਹੜਾ ਸਿੱਧਾ ਸਿੱਧਾ ਟਾਰਗੇਟ ਕੀਤਾ। ਸੋ ਇਹ ਸਾਰੇ ਦੇ ਚੱਲਦੇ ਆ, ਕਿਉਂਕਿ ਜੋ ਕੁਛ ਵੀ ਜਾਂ ਈਵਨ ਇਹੀ ਗੱਲ ਕੱਲਾ ਅਜੀਤ ਡੋਵਾਲ ਜਾਂ ਦੂਜਾ ਤਾਂ ਉਹ ਜੋ ਉਹਦਾ ਨੀਤੀ ਕਾੜਾ ਹੈ ਹੀ ਹੈ, ਰਾਜਨਾਥ ਸਿੰਘ ਨੇ ਕਸ਼ਮੀਰ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਉਹਦੇ 'ਚ ਉਹਨੇ ਬੜਾ ਨਿਧੜਕ ਹੋ ਕੇ ਕਿਹਾ ਕਿ ਜੀ ਪੁਰਾਣੀਆਂ ਸਰਕਾਰਾਂ ਤਾਂ ਡੋਜ਼ੀਅਰ ਦਿੰਦੀਆਂ ਸੀ, ਅਸੀਂ ਘਰ 'ਚ ਜਿਹੜਾ ਉਹ ਵੜ ਕੇ ਮਾਰਿਆ ਜੀ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਅੱਜ ਲੈਟਰ ਸਿੱਖਸ ਫਾਰ ਜਸਟਿਸ ਵੱਲੋਂ ਜਿਹੜੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੂੰ ਲਿਖਿਆ ਗਿਆ, ਉਸ ਦਾ ਸਬਜੈਕਟ ਇਹ ਹੈ ਕਿ ਕੁਆਇਟ ਡਿਪਲੋਮੇਸੀ ਵਿਦ ਇੰਡੀਆ ਇਜ਼ ਐਨਕਰੇਜਿੰਗ ਮੋਦੀ ਗਵਰਨਮੈਂਟ ਟੂ ਕੰਟੀਨਿਊ ਵਿਦ ਟਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ। ਹੁਣ ਇਹ ਠੀਕ ਹੈ ਵੀ ਅਸੀਂ ਅਮਰੀਕਨ ਸਿਸਟਮ ਤੇ ਯਕੀਨ ਕਰਦੇ ਹਾਂ, ਔਰ ਜਿਵੇਂ ਸਕਸੈਸਿਵ 2 ਮੀਟਿੰਗਸ FBI ਹੈੱਡਕੁਆਰਟਰਸ ਤੇ ਸਿੱਖ ਡੈਲੀਗੇਸ਼ਨਸ ਨਾਲ ਹੋਈਆਂ, ਜਾਂ ਈਵਨ ਮੋਦੀ ਦੀ ਅਮਰੀਕਾ ਆਮਦ ਤੋਂ ਠੀਕ 2 ਦਿਨ ਪਹਿਲਾਂ ਵਾਈਟ ਹਾਊਸ ਨੇ ਕੁਝ ਸੈਲੈਕਟ ਸਿੱਖ ਜਥੇਬੰਦੀਆਂ ਔਰ ਇੰਡੀਵਿਜੂਅਲਸ ਨੂੰ ਸੱਦਿਆ, ਉਹਨਾਂ ਨੂੰ ਐਸ਼ੋਰ ਕੀਤਾ ਕਿ ਜੀ ਤੁਹਾਡੀ ਸਿਕਿਉਰਿਟੀ ਜਿਹੜੀ ਹੈ ਉਹ ਸਾਡੇ ਲਈ ਪ੍ਰਾਈਮ ਹੈ ਔਰ ਅਸੀਂ ਤੁਹਾਨੂੰ ਹਰ ਹਾਲਤ ਦੇ ਵਿੱਚ ਸੇਫ ਸਿਕਿਉਰ ਕਰਾਂਗੇ। ਹਾਲਾਂ ਇੰਡੀਅਨ ਮੀਡੀਆ ਨੇ ਉਹਨੂੰ ਪ੍ਰੋ ਖਾਲਿਸਤਾਨੀ ਤੇ ਇਹ ਉਹ ਦਾ ਦਿੱਤਾ, ਲੇਕਿਨ ਜੇ ਸਿੱਖਸ ਫਾਰ ਜਸਟਿਸ ਦੇ ਜਿਹੜੇ ਕਿ ਡਾਇਰੈਕਟ ਅੰਡਰ ਅਟੈਕ ਨੇ ਇਸ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ, ਉਹਨਾਂ ਨੇ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿ ਭਾਈ ਇਹ ਇਹਨਾਂ ਨੂੰ ਮੈਸੇਜ ਦਿੱਤਾ ਜਾਏ ਕਿ ਵੀ ਇਹ ਜਿਵੇਂ ਉਹ ਕੁਆਇਟ ਡਿਪਲੋਮੇਸੀ ਕਰ ਰਹੇ ਨੇ। ਹਾਲਾਂਕਿ ਜਦੋਂ ਉਹ ਕੁਆਇਟ ਡਿਪਲੋਮੇਸੀ ਕਰ ਰਹੇ ਦਾ ਮਤਲਬ ਤਾਂ ਇਹ ਨਹੀਂ ਹੈ ਕਿ ਇੰਡੀਆ ਨੂੰ ਆਫ ਦਾ ਹੁੱਕ ਕੀਤਾ ਹੈ, ਪਰ ਜਦੋਂ ਤੱਕ ਤੁਸੀਂ ਉਹਨਾਂ ਨੂੰ ਜਿਹੜਾ ਔਨ ਦਾ ਸਪੌਟ ਪੁੱਟ ਕਰਕੇ ਨੇਮ ਨਹੀਂ ਕਰਦੇ, ਸ਼ੇਮ ਨਹੀਂ ਦਿੰਦੇ, ਜਾਂ ਇੰਟਰਨੈਸ਼ਨਲ ਕਮਿਊਨਿਟੀ 'ਚ ਜਾਂ ਲੀਗਲ ਪ੍ਰੋਸੈਸ ਤਾਂ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ US ਬੇਸਡ ਗਰੁੱਪ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਫॉर द ਸਿੱਖ ਪੀਪਲ, ਇਸ ਆਸ਼ੇ ਨੂੰ ਲੈ ਕੇ ਅਸੀਂ ਖਾਲਿਸਤਾਨ ਰੈਫਰੈਂਡਮ ਕਰਵਾ ਰਹੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਐਂਟਨੀ ਬਲਿੰਕਨ ਨੂੰ ਵੀ ਤੁਹਾਡੀ ਮੀਟਿੰਗ ਜਿਹੜੀ ਹੋ ਰਹੀ ਹੈ ਐਸ ਜੈ ਸ਼ੰਕਰ ਨਾਲ, ਅਸੀਂ ਤੁਹਾਨੂੰ ਲਿਖ ਰਹੇ ਕਿ ਮੋਦੀ ਸਰਕਾਰ ਦੀ ਜਿਹੜੀ ਵਾਇਲੈਂਟ ਟਰਾਂਸਨੈਸ਼ਨਲ ਰਿਪਰੈਸ਼ਨ ਔਨ ਅਮਰੀਕਨ ਸੋਇਲ ਪ੍ਰੋ ਖਾਲਿਸਤਾਨ ਸਿੱਖਾਂ ਦੇ ਪਾਲਿਸੀ ਹੈ, ਜਿਹੜੀ ਕਿ ਡਾਇਰੈਕਟਲੀ ਚੈਲੰਜ ਕਰਦੀ ਹੈ ਅਮਰੀਕਨ ਸੋਵਰਨਿਟੀ ਨੂੰ ਔਰ ਅਮਰੀਕਨ ਸਿਟੀਜ਼ਨਸ ਦੀ ਲਾਈਫ ਐਂਡ ਲਿਬਰਟੀ ਦੇ ਲਈ ਵੀ ਇਹ ਚੈਲੰਜ ਹੈ। ਇਸ ਦੇ ਉੱਤੇ ਜਿਹੜਾ ਅਸੀਂ ਜਿਹੜਾ ਆਪਣਾ ਚਾਨਣ ਪਾਉਣਾ ਚਾਹੁੰਦੇ ਹਾਂ। ਔਰ ਉਹਨਾਂ ਨੇ ਕਿਹਾ ਕਿ ਬਈ ਆਹ ਜਿਹੜਾ ਨਵੰਬਰ 2023 ਜਿਹੜੀ ਡਿਪਾਰਟਮੈਂਟ ਆਫ ਜਸਟਿਸ ਨੇ ਇੰਡਾਈਟਮੈਂਟ ਫਾਇਰ ਕੀਤੀ ਮਰਡਰ ਫਾਰ ਹਾਇਰ ਇੰਡੀਅਨ ਨੈਸ਼ਨਲ ਨਿਖਲ ਗੁਪਤਾ ਤੇ, ਜਿਹਨੇ ਕਿ ਇਹ ਕੰਮ ਇੰਡੀਅਨ ਗਵਰਨਮੈਂਟ ਦੇ ਬਿਹੇਸ ਤੇ ਕੀਤਾ, ਉਹਨਾਂ ਨੇ ਹਾਇਰ ਕੀਤਾ SSN ਨੂੰ, ਔਰ ਇਸ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਫਿਰ ਉਹਨਾਂ ਨੇ ਲਿੰਕ ਪ੍ਰੋਵਾਈਡ ਕੀਤਾ ਹੈ ਜਸਟਿਸ ਡਿਪਾਰਟਮੈਂਟ ਦਾ, ਜਿੱਥੇ ਕਿ ਇਹ ਫਾਈਲਡ ਪਲਾਟ ਦੇ ਨਾਂ ਥੱਲੇ ਇਹ ਲਿੰਕ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਇਕੱਲਾ ਜਿਹੜਾ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਪ੍ਰੋ ਖਾਲਿਸਤਾਨ ਸਿੱਖਾਂ ਦੇ ਖਿਲਾਫ ਲਾਈਨ ਹੈ, ਇਹ ਅਮਰੀਕਾ ਤੱਕ ਮਹਿਦੂਦ ਨਹੀਂ ਹੈ। ਜੂਨ 2023 ਤੋਂ ਲੈ ਕੇ ਹਰਦੀਪ ਸਿੰਘ ਨਿੱਜਰ ਦੀ ਜਦੋਂ ਕਿ ਸਰੀ ਕੈਨੇਡਾ ਦੇ ਵਿੱਚ ਹੱਤਿਆ ਕੀਤੀ ਜਾਂਦੀ ਹੈ, ਫਿਰ UK ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਔਰ ਆਸਟ੍ਰੇਲੀਆ ਔਰ ਪਾਕਿਸਤਾਨ ਵੀ ਐਜ਼ ਵੈਲ, ਕਿਉਂਕਿ ਆਸਟ੍ਰੇਲੀਆ ਦੀ ਵੀ ABC ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਜਿਨ੍ਹਾਂ ਦੀ ਫਿਲਮ ਨੂੰ ਵੀ ਡਾਕੂਮੈਂਟਰੀ ਨੂੰ ਵੀ ਬੈਨ ਕੀਤਾ ਗਿਆ, ਇਸ ਨੂੰ ਹਾਈਲਾਈਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਵੇਂ ਬੇਸ਼ੱਕ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣਾ ਫਰਮ ਰਿਜ਼ੋਲਵ ਦਿੱਤਾ ਹੈ ਕਿ ਵੀ ਉਹਨਾਂ ਨੇ ਇੰਡੀਅਨ ਨੈਸ਼ਨਲ ਨੂੰ ਜਿਹਨੇ ਇਹ ਕੀਤਾ ਹੈ ਉਸ ਨੂੰ ਬ੍ਰਿੰਗ ਟੂ ਜਸਟਿਸ ਕਰਨਾ ਹੈ, ਜਿਹਨੇ ਵੀ ਮਰਡਰ ਫਾਰ ਹਾਇਰ ਪਲਾਟ 'ਚ ਹਿੱਸਾ ਲਿਆ, ਪਰ ਨਰਿੰਦਰ ਮੋਦੀ ਔਰ ਉਸ ਦੇ ਲੈਫਟੀਨੈਂਟ ਉਹ ਅਜੀਤ ਡੋਵਲ ਹੋਏ ਜਾਂ ਡਿਫੈਂਸ ਮਿਨਿਸਟਰ ਰਾਜਨਾਥ ਹੋਏ, ਉਹ ਟਾਈਮ ਐਂਡ ਅਗੇਨ ਬਾਰ-ਬਾਰ ਇਹ ਰਿਪੀਟ ਕਰ ਰਹੇ ਨੇ ਆਪਣੀ ਇੰਟੈਂਸ਼ਨ ਨੂੰ ਕਿ ਉਹ ਇਸ ਪਾਲਿਸੀ ਨੂੰ ਜਾਰੀ ਰੱਖ ਰਹੇ ਨੇ। ਇਹੀ ਕਾਰਨ ਹੈ ਕਿ ਜੂਨ 2024 ਦੇ ਵਿੱਚ PM ਮੋਦੀ ਨੇ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਇਹ ਕਿਹਾ ਕਿ ਘਰ ਮੇਂ ਘੁਸ ਕੇ ਮਾरेंगे, ਵੀ ਵਿਲ ਐਂਟਰ ਯੋਰ ਹੋਮ ਐਂਡ ਕਿਲ ਯੂ, ਔਰ ਇਹ ਬਿਲਕੁਲ ਔਨ ਰੈਕਰਡ ਹੈ। ਔਰ ਈਵਨ ਜਿਹੜਾ ਸਿਵਲ ਲਾਸੂਟ ਫਾਈਲ ਕੀਤਾ ਗਿਆ ਉਹਦੇ 'ਚ ਵੀ ਇਹ ਸਾਰੀਆਂ ਕਲਿੱਪਿੰਗਸ ਉਹਦੀਆਂ ਮੋਦੀ ਦੀਆਂ ਇੱਕ ਤਾਂ ਇਲੈਕਸ਼ਨ ਚੋਣ ਰੈਲੀਆਂ ਦੇ ਦੌਰਾਨ ਸੀ, ਪਰ ਇਹ ਜੂਨ ਦੇ ਵਿੱਚ ਉਹਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ
ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਐਸ ਜੈ ਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਹੈ, ਇਹ ਇੰਟਰਨੈਸ਼ਨਲ ਫੇਸ ਹੈ ਔਰ ਮਾਊਥਪੀਸ ਹੈ ਮੋਦੀ ਗਵਰਨਮੈਂਟ ਦਾ, ਜਿਹੜਾ ਬੈਕਡੋਰ ਡਿਪਲੋਮੇਸੀ ਦੇ ਨਾਲ ਜਸਟੀਫਾਈ ਕਰ ਰਿਹਾ ਹੈ ਮੋਦੀ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ, ਜਿਹੜੀਆਂ ਕਿ ਵਾਇਲੈਂਟਲੀ ਕ੍ਰਸ਼ ਦਾ ਪੋਲੀਟੀਕਲ ਓਪੀਨੀਅਨ ਆਫ ਅਮਰੀਕਨ ਸਿੱਖਸ ਔਨ ਅਮਰੀਕਨ ਸੋਇਲ, ਕਿ ਵੀ ਅਮਰੀਕਾ ਦੀ ਧਰਤੀ ਤੇ ਤੁਸੀਂ ਅਮਰੀਕਨ ਸਿੱਖਾਂ ਦੀ ਆਵਾਜ਼ ਨੂੰ ਜ਼ਬਰਦਸਤੀ ਕ੍ਰਸ਼ ਕਰ ਰਹੇ ਹੋ। ਫਿਰ ਉਹਨਾਂ ਨੇ ਕਿਹਾ ਵੀ ਆਨਰੇਬਲ ਸੈਕਟਰੀ any more quiet diplomacy with India on the issue of transnational repression will only embolden and encourage Modi government to continue with the course of attempting to threat and silence American citizens on American soil। ਜੇ ਤੁਸੀਂ ਇਹ quiet diplomacy ਰੱਖੋਗੇ, ਇਹਨਾਂ ਨੂੰ answerable ਨਹੀਂ ਬਣਾਓਗੇ, accountable ਨਹੀਂ ਬਣਾਓਗੇ, ਇਹਦਾ ਮਤਲਬ ਹੈ ਵੀ ਤੁਸੀਂ ਇਹਨਾਂ ਨੂੰ ਖੁੱਲੀ ਛੁੱਟੀ ਦੇ ਰਹੇ ਹੋ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨਸ ਦੀ ਜਿਹੜੀ ਵਿਚਾਰਾਂ ਦੀ ਆਜ਼ਾਦੀ ਦਾ ਪ੍ਰਗਟਾਵਾ ਹੈ ਜਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਉਸ ਦਾ ਖੂਨ ਕਰਨ। ਜਦੋਂ ਬੰਦਾ ਹੀ ਨਹੀਂ ਰਹੇਗਾ ਤੇ ਵਿਚਾਰਾਂ ਦਾ ਜਿਹੜਾ ਪ੍ਰਗਟਾਵਾ ਕੀ ਹੋਏਗਾ। ਫਿਰ ਉਹਨਾਂ ਨੇ ਕਿਹਾ ਵਾਈਲ ਐਜ਼ ਅਮਰੀਕਨਸ ਵੀ ਵਿਸ਼ ਯੂਨਾਈਟਿਡ ਸਟੇਟਸ ਟੂ ਹੈਵ ਬੈਸਟ ਟ੍ਰੇਡ ਐਂਡ ਇਕਨੋਮਿਕ ਡੀਲਸ, ਕਿ ਵੀ ਇਹ ਐਜ਼ ਏ ਅਮਰੀਕਨ ਸਿਟੀਜ਼ਨ ਅਸੀਂ ਚਾਹੁੰਦੇ ਹਾਂ ਕਿ ਵੀ ਤੁਹਾਡੀਆਂ ਚੰਗੀਆਂ ਡੀਲਸ ਹੋਣ। ਹਾਊਐਵਰ protection of life, liberty and freedom of expression of Americans from foreign government is the core and existential American value which should not be compromised for any economic or trade benefit with India। और मैं समझदा भी इकल्ला core ਜਿਹੜੀਆਂ existential value तक एक quintessential है। जे तुसी इस core quintessential ਜਿਹੜੀਆਂ ਐਗਜ਼ਿਸਟੈਂਸ਼ੀਅਲ ਅਮਰੀਕਨ ਵੈਲਿਊਜ਼ ਨੇ ਉਹਨਾਂ ਨਾਲ ਹੀ ਕੰਪਰੋਮਾਈਜ਼ ਕਰਦੇ ਹੋ, ਫਿਰ ਅਮਰੀਕਾ ਔਰ ਕਿਸੇ ਵੀ ਥਰਡ ਰੇਟ ਕੰਟਰੀ 'ਚ ਜਿਹੜਾ ਉਹ ਕੀ ਫਰਕ ਰਹਿ ਜਾਂਦਾ ਹੈ। ਸੋ ਅਸੀਂ ਜਿੱਥੇ ਇਹ ਆਪਣੇ ਵੀਰਾਂ ਭੈਣਾਂ ਨੂੰ ਅਪੀਲ ਕਰਾਂਗੇ ਕਿ ਭਾਈ ਜਦੋਂ ਕਾਰਨੈਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਉਹਨੇ ਥਿੰਕ ਟੈਂਕ 'ਚ ਜਾਣਾ, ਉੱਥੇ ਵੀ ਪ੍ਰੋਟੈਸਟ ਲਈ ਆਉਣ। ਔਰ ਜ਼ਾਹਰ ਹੈ ਕਿ ਭਾਈ ਇਸ ਆਪਣੀ ਹਕੂਮਤ ਨੂੰ ਵੀ ਅਸੀਂ ਅਮਰੀਕਾ ਦੀ, ਕਿਉਂਕਿ ਸਾਰੀਆਂ ਇਸ ਵੇਲੇ ਹੋਪਸ ਨੇ ਅਮਰੀਕਾ ਦੇ ਸਿੱਖ ਹੀ ਨਹੀਂ ਦੁਨੀਆ ਭਰ ਦੇ ਸਿੱਖ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਜਿਹੜਾ ਕੰਫਰਟ ਦਾ ਇਜ਼ਹਾਰ ਕੀਤਾ ਸੀ ਕਿ ਭਾਈ ਉਹਨਾਂ ਨੇ ਅਮਰੀਕਾ ਨੇ ਜਿੱਥੇ ਇਸ ਨੂੰ ਸਮਝਿਆ ਕਿ ਬਈ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀ ਹੈ, ਅਕਾਊਂਟੇਬਲ ਬਣਾਇਆ, ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ, ਟ੍ਰਾਇਲ ਤੇ ਉਹ ਜਾ ਰਿਹਾ ਹੈ। ਇਸੇ ਤਰ੍ਹਾਂ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਸਟਰੋਂਗ 3 ਮੈਸੇਜ ਦਿੱਤੇ, ਜਿਹੜਾ ਜ਼ਾਹਰ ਹੈ ਕਿ ਵਾਰੰਟ ਸਮਨ ਜਾਰੀ ਹੋਣਾ ਹੈ ਔਰ ਵਾਈਟ ਹਾਊਸ ਦੀ ਸਿੱਖ ਡੈਲੀਗੇਸ਼ਨ ਨਾਲ ਮੁਲਾਕਾਤ ਹੈ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਓਵਰਆਲ ਜਿਹੜਾ ਮੈਸੇਜ ਵੀ ਅਮਰੀਕਾ ਵੱਲੋਂ ਦਿੱਤਾ ਗਿਆ। ਪਰ ਜੇ ਇਸ ਕਿਸਮ ਦਾ ਕੋਈ ਵੀ ਪਾਰਟ ਅਲਟੀਮੇਟਲੀ ਉਹ ਭਾਵੇਂ ਇਜ਼ਰਾਈਲ ਦੇ ਬਹਾਨੇ ਨਾਲ ਹੋਏ ਕਿ ਜੀ ਕਿਉਂਕਿ ਇੰਡੀਆ ਨੇ ਹੈਲਪ ਕੀਤਾ ਹੈ ਇਜ਼ਰਾਈਲ ਨੂੰ ਇਸ ਸਾਰੇ ਦੇ ਵਿੱਚ, ਔਰ ਕਿਉਂਕਿ ਅਮਰੀਕਾ ਔਰ ਇਜ਼ਰਾਈਲ ਦੇ ਐਨਮੀ ਕਾਮਨ ਨੇ, ਔਰ ਜੇ ਭਾਰਤ ਇਸ ਬੈਂਡ ਵੈਗਨ ਤੇ ਚੜ੍ਹ ਗਏ ਫਿਰ ਬਹੁਤ ਵੱਡਾ ਗੁਨਾਹ ਹੋਏਗਾ, ਜਿਹਦੇ ਲਈ ਕਦੇ ਵੀ ਈਵਨ ਅਮਰੀਕਨ ਸਿਸਟਮ ਵੀ ਕਦੇ ਜਿਹੜਾ ਇਹ ਮੁਆਫ ਨਹੀਂ ਕਰੇਗਾ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਾਂ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਕੋਈ ਨਾ ਕੋਈ ਇਸ ਮੁੱਦੇ ਤੇ ਕਮਜ਼ੋਰੀ ਦਿਖਾਈ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਹੁਣ ਆਉਂਦੀ ਕੱਲ੍ਹ ਦੇਖਣ ਵਾਲੀ ਗੱਲ ਹੋਵੇਗੀ ਵੀ ਇਹਨਾਂ ਦੀ ਮੁਲਾਕਾਤ ਦੇ ਵਿੱਚੋਂ ਨਿਕਲਦਾ ਕੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਕਿਸ ਡਾਇਰੈਕਸ਼ਨ ਵੱਲ ਜਾਂਦੀਆਂ ਨੇ। ਤੇ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਜ਼ਿਕਰ ਵੀ ਕਰਾਂਗੇ ਜਿਹੜਾ ਤੁਸੀਂ ਇਜ਼ਰਾਈਲ ਦੇ ਹਵਾਲੇ ਨਾਲ ਗੱਲ ਕੀਤੀ ਹੈ ਵੀ ਨਰਿੰਦਰ ਮੋਦੀ ਦੀ ਤੇ ਨੇਤਨਯਾਹੂ ਦੀ ਜਿਹੜੀ ਟੈਲੀਫੋਨਿਕ ਕਨਵਰਸੇਸ਼ਨ ਹੋਈ ਹੈ ਉਹਦੇ ਇਸ ਵਕਤ ਮਾਇਨੇ ਕੀ ਹੈ ਤੇ ਗੱਲ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਹੈ। ਸੋ ਇਹਨਾਂ ਹੀ ਸ਼ਬਦਾਂ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਨੂੰ ਅੱਗੇ ਤੋਰਾਂਗੇ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ।
ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਡੌਨ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਜਿਹੜੀ ਅੱਜ ਨਰਿੰਦਰ ਮੋਦੀ ਤੇ ਨੇਤਨਯਾਹੂ ਜਿਹੜੇ ਇਜ਼ਰਾਈਲ ਦੇ ਪ੍ਰਧਾਨ ਨੇ ਉਹਨਾਂ ਦੀ ਟੈਲੀਫੋਨਿਕ ਕਨਵਰਸੇਸ਼ਨ ਹੋਈ ਹੈ। ਸੋ ਇਸ ਦੇ ਮੁਤਲਕ ਜਿਵੇਂ ਤੁਸੀਂ ਬੀਤੇ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਆ ਵੀ ਜਿਹੜੀ ਅਮਰੀਕਾ ਦੀ ਨੀਤੀ ਹੈ, ਉਹ ਜਿੱਥੇ ਅਮਰੀਕਾ ਨੂੰ ਸਾਊਥ ਏਸ਼ੀਆ ਦੇ ਵਿੱਚ ਚੀਨ ਦੇ ਖਿਲਾਫ ਭਾਰਤ ਦੀ ਉਸ ਕਿਸਮ ਦੀ ਲੋੜ ਰਹੀ ਹੈ ਜਾਂ ਹੈਗੀ ਹੈ ਇਸ ਵਕਤ ਵੀ, ਉਹ ਇਜ਼ਰਾਈਲ ਫੈਕਟਰ ਵੀ ਉਹਦੇ 'ਚ ਇੱਕ ਵੱਡਾ ਫੈਕਟਰ ਹੈ। ਜਦੋਂ ਅਸੀਂ ਅਮਰੀਕਾ ਦੀ ਫੋਰਨ ਪਾਲਿਸੀ ਨੂੰ ਦੇਖਦੇ ਹਾਂ ਜਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਅਮਰੀਕਾ ਕਿਸ ਤਰੀਕੇ ਨਾਲ ਡੀਲ ਕਰ ਰਿਹਾ ਹੈ ਤੇ ਅੱਗੇ ਵਧ ਰਿਹਾ ਹੈ, ਸੋ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਵੀ ਇਜ਼ਰਾਈਲ ਫੈਕਟਰ ਹੈ ਜਿਹੜਾ ਉਹ ਇਸ ਵਕਤ ਜੋ ਮਿਡਲ ਈਸਟ ਦੇ ਵਿੱਚ ਚੱਲ ਰਿਹਾ ਹੈ ਤੇ ਜੋ ਭਾਰਤ ਦੀ ਆਪਸ ਦੇ ਵਿੱਚ ਇਜ਼ਰਾਈਲ ਦੇ ਨਾਲ ਸਾਂਝ ਵੀ ਰਹੀ ਹੈ, ਜਿਹੜੀ ਇੱਕ ਡੀਪਰ ਲੈਵਲ ਦੇ ਜਾ ਕੇ ਇੰਟੈਲੀਜੈਂਸ ਸ਼ੇਅਰਿੰਗ ਤੋਂ ਲੈ ਕੇ ਇੰਟੈਲੀਜੈਂਸ ਜਾਂ ਜਿਹੜੇ ਉਹਨਾਂ ਦੇ ਵੈਪਨ ਮੈਨੂਫੈਕਚਰਿੰਗ ਸਾਰੀ ਉਹ ਪੈਗਾਸਸ ਤੋਂ ਲੈ ਕੇ ਅਸੀਂ ਇੱਕ ਨੀਤੀ ਦੇਖਦੇ ਹਾਂ ਕਿ ਕਿਵੇਂ ਜਿਹੜੇ ਇਜ਼ਰਾਈਲ ਦੇ ਮਾਡਲ ਨੇ ਉਹ ਭਾਰਤ ਦੇ ਵਿੱਚ ਵੱਖ-ਵੱਖ ਪੱਧਰਾਂ ਦੇ ਉੱਤੇ ਲਾਗੂ ਕੀਤੇ ਗਏ ਨੇ ਪਿਛਲੇ ਸਮੇਂ ਦੇ ਵਿੱਚ। ਪ੍ਰੋਟੈਸਟ ਨਾਲ ਡੀਲ ਕਰਨ ਦੀ ਲਾਈਨ ਹੋਵੇ, ਇੰਟੈਲੀਜੈਂਸ ਦੀ ਜਿਹੜੀ ਨੀਤੀ ਹੈਗੀ ਹੈ ਉਹ ਹੋਵੇ, ਜਾਂ ਜਿਵੇਂ ਉਹ ਫਲਸਤੀਨੀਆਂ ਦੇ ਨਾਲ ਡੀਲ ਕਰਦੇ ਨੇ ਉਸ ਹਿਸਾਬ ਦੀਆਂ ਪਾਲਿਸੀ ਜਿਹੜੀਆਂ ਨੇ ਉਹ ਮੋਦੀ ਸਰਕਾਰ ਜਿਹੜੀ ਹੈ ਉਹ ਭਾਰਤ ਦੇ ਵਿੱਚ ਲਾਗੂ ਕਰ ਰਹੀ ਹੈ। ਸੋ ਉਹਦੇ ਤੋਂ ਇਹ ਸਮਝ ਆਉਂਦੀ ਹੈ ਵੀ ਬਹੁਤ ਜਿਹੜੀ ਅੰਡਰਸਟੈਂਡਿੰਗ ਹੈ ਉਹ ਡੀਪਰ ਲੈਵਲ ਦੇ ਉੱਤੇ ਹੈਗੀ ਹੈ। ਸੋ ਥੋੜ੍ਹਾ ਜਿਹਾ ਮੈਂ ਇਹਦੇ 'ਤੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਵੀ ਤੁਸੀਂ ਥੋੜ੍ਹਾ ਜਿਹਾ ਐਕਸਪਲੇਨ ਕਰੋ ਵੀ ਜਿਹੜੀ ਇਜ਼ਰਾਈਲ ਦੇ ਹਵਾਲੇ ਨਾਲ ਭਾਰਤ ਦੀ ਨੀਤੀ ਹੈ ਉਹਨੂੰ ਅਮਰੀਕਾ ਵੀ ਉਹਨੂੰ ਕਿਵੇਂ ਦੇਖ ਰਿਹਾ ਆ ਤੇ ਉੱਥੇ ਆਪਸ ਦੇ ਵਿੱਚ ਕਿਸ ਕਿਸਮ ਦੀ ਅੰਡਰਸਟੈਂਡਿੰਗ ਇਸ ਵਕਤ ਬਣੀ ਹੋਈ ਹੈ ਤੇ ਖਾਸ ਤੌਰ 'ਤੇ ਜਿਹੜਾ ਇਹ ਮਿਡਲ ਈਸਟ ਦਾ ਕ੍ਰਾਈਸਿਸ ਹੈ ਇਹਦੇ ਵਿੱਚ ਭਾਰਤ ਵੱਲੋਂ ਤੇ ਬਹੁਤ ਵੱਡਾ ਰੋਲ ਆਪਣਾ ਪੇਸ਼ ਕੀਤਾ ਜਾਂਦਾ ਵੀ ਅਸੀਂ ਵਿਸ਼ਵ ਗੁਰੂ ਦੇ ਤੌਰ ਤੇ ਜਿਵੇਂ ਰੋਲ ਅਦਾ ਕਰ ਰਹੇ ਹਾਂ, ਬਟ ਰੀਅਲੀ ਭਾਰਤ ਦਾ ਕਿੰਨਾ ਕੁ ਰੋਲ ਹੈ ਇਹਦੀ ਡੀ-ਐਸਕੇਲੇਸ਼ਨ ਦੀ? ਉਹਨਾਂ ਨੇ ਅੱਜ ਵੀ ਉਹ ਕੀਤੀ ਹੈ ਨਰਿੰਦਰ ਮੋਦੀ ਨੇ ਕਿ ਅਦਰਵਾਈਜ਼ ਹੈ ਜਾਂ ਟੈਰਰਿਜ਼ਮ ਦੀ ਗੱਲ ਵੀ ਕੀਤੀ ਹੈ ਉਸ ਟੈਲੀਫੋਨਿਕ ਕਨਵਰਸੇਸ਼ਨ ਦੇ ਵਿੱਚ। ਅਸਲ ਦੇ ਵਿੱਚ ਗੱਲ ਹੈ ਕੀ ਹੈ? ਦੇਖੋ, ਹੁਣ ਮੋਦੀ ਨੇਤਨਯਾਹੂ ਰਿਲੇਸ਼ਨਸ਼ਿਪ ਕਿਸ ਲੈਵਲ ਦੀ ਹੈ ਜਾਂ ਭਾਰਤ ਇਜ਼ਰਾਈਲ ਰਿਲੇਸ਼ਨਸ਼ਿਪ ਕਿਸ ਲੈਵਲ ਦੀ ਹੈ, ਇਹਨੂੰ ਸਮਝਣ ਤੋਂ ਪਹਿਲਾਂ 77 ਸਾਲ ਪਹਿਲਾਂ ਦੀ ਜਿਹੜੀ ਹੈ ਗੱਲ ਨੂੰ ਸਮਝਣਾ ਹੋਏਗਾ ਕਿ ਜਦੋਂ 15 ਅਗਸਤ 1947 ਨੂੰ ਭਾਰਤ ਜਿਹੜਾ ਹੈ ਉਹ ਉਸ ਦੀ ਡਿਵੀਜ਼ਨ ਹੁੰਦੀ ਹੈ ਇੰਡੀਆ ਦੀ, ਜ਼ਾਹਰ ਹੈ ਇੰਡੀਆ ਲਫ਼ਜ਼ ਜਿਵੇਂ ਕੱਲ੍ਹ ਹੀ ਕੋਈ ਸੱਜਣ ਕਹਿ ਰਹੇ ਸੀ, ਬੜੇ ਸਿਆਣਪ ਦੇ ਨਾਲ ਉਹਨਾਂ ਨੇ ਗੱਲ ਕਹੀ। ਉਹਨਾਂ ਨੇ ਕਿਹਾ ਜੀ ਇਹ ਜਦੋਂ ਲਫ਼ਜ਼ ਪਾਕਿਸਤਾਨ ਅਸੀਂ ਚੁਣ ਲਿਆ ਤੇ ਜੋ ਵੀ ਲੈਗੇਸੀ ਜੁੜੀ ਹੋਈ ਸੀ ਸਾਰੀ ਹਿਸਟਰੀ ਦੀ ਉਹ ਤਾਂ ਇੰਡੀਆ ਹੀ ਲੈ ਗਿਆ, ਕਿਉਂਕਿ ਇੰਡੀਆ ਨਾਂ ਉਹਨਾਂ ਨੇ ਲੈ ਲਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਪੀਰੀਅਡ 'ਚ ਜਦੋਂ ਅਜੇ ਇਜ਼ਰਾਈਲ ਦਾ ਫਿਊਚਰ ਇਮੀਡੀਏਟ 15 ਅਗਸਤ 1947 ਤੋਂ ਬਾਅਦ ਹੈਂਗ ਕਰ ਰਿਹਾ ਸੀ, ਕਿਉਂਕਿ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਜਿਹੜੀ ਨਵੀਂ ਮੈਪ ਮੇਕਿੰਗ ਹੋਈ, ਜਿਹੜਾ ਮਿਡਲ ਈਸਟ ਸੀ ਸਾਰਾ ਉਹ ਆਲਮੋਸਟ 650-700 ਸਾਲ
ਜਿਹੜੀ ਸਲਤਨਤ ਉਸਮਾਨੀਆ ਦੇ ਕੋਲ ਸੀ, ਜਿਹਨੂੰ ਆਟੋਮਨ ਐਮਪਾਇਰ ਕਿਹਾ ਜਾਂਦਾ ਹੈ। ਔਰ ਜਿਹੜੀ ਨਵੀਂ ਮੈਪ ਮੇਕਿੰਗ ਹੋਈ ਉਹਦੇ 'ਚ, ਕਿਉਂਕਿ ਯੂਰਪੀਅਨ ਪਾਵਰਸ ਨੇ ਉਸ ਨੂੰ ਬਾਲਕਨਾਈਜ਼ ਕਰਕੇ ਕਬਜ਼ਾ ਕੀਤਾ, ਜਿਹੜਾ ਫਲਸਤੀਨ ਰੀਜਨ ਹੈ, ਫਲਸਤੀਨ ਬ੍ਰਿਟਨ ਨੇ ਦੇ ਹਿੱਸੇ ਆਇਆ। ਔਰ ਬ੍ਰਿਟਨ ਨੇ ਕਿਸ ਕਿਸਮ ਦੀ ਫਿਰ ਇਹ ਸਾਰੀ ਖੇਡ ਵੀ ਖੇਡੀ। ਹਾਲਾਂ 1917 ਦੇ ਵਿੱਚ ਜਿਹੜੀ ਬੈਲਫਰੈਡ ਡੈਕਲੇਰੇਸ਼ਨ ਦੇ ਥੱਲੇ ਇਜ਼ਰਾਈਲ ਨੂੰ ਇੱਕ ਜਿਹੜਾ ਮੁਲਕ ਦੇ ਤੌਰ ਦੇ ਉੱਤੇ ਨਹੀਂ, ਜਸਟ ਵੇਅਰ ਐਜ਼ ਕਰਕੇ ਇੱਕ ਬੇਸਿਕ ਸਿੰਬੋਲਿਜ਼ਮ ਸੀ ਕਿ ਜੀ ਯਹੂਦੀ ਉੱਥੇ ਨੇ, ਉਹਨਾਂ ਦਾ ਹੱਕ ਹੈ, ਇਹ ਉਹ ਹੈ। ਹਾਲਾਂ ਉਦੋਂ ਉੱਥੇ ਜੂਸ ਦੀ ਪਾਪੂਲੇਸ਼ਨ ਜਿਹੜੀ ਆ ਉਹ 10-12-15% ਤੋਂ ਵੀ ਜ਼ਿਆਦਾ ਨਹੀਂ ਸੀਗੀ। ਫਿਰ ਅਸੀਂ ਦੇਖਦੇ ਹਾਂ ਕਿ 1920s 30s ਦੇ ਵਿੱਚ, 30s 'ਚ ਖਾਸ ਤੌਰ 'ਤੇ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿਹੜੀ ਹੈ ਕਿਵੇਂ ਸਾਇਲੈਂਟਲੀ ਮਾਈਗ੍ਰੇਸ਼ਨ ਸ਼ੁਰੂ ਹੋਈ ਜੂਸ ਦੀ ਉੱਥੇ, ਔਰ ਉਹਨੂੰ ਲੈ ਕੇ ਫਿਰ ਲੋਕਲ ਜਿਹੜੇ ਨੇ ਉਹ ਫਸਾਦ ਵੀ ਸ਼ੁਰੂ ਹੋਏ, ਲੋਕਲ ਅਪੋਜ਼ ਕੀਤਾ। ਸੋ ਬ੍ਰਿਟਨ ਦੀ ਪੋਜੀਸ਼ਨ ਇਨ ਬਿਟਵੀਨ ਲਟਕਦੀ ਰਹੀ, ਕਦੇ ਉਧਰ ਕਦੇ ਉਧਰ। ਤੇ ਐਨ ਜਦੋਂ 15 ਅਗਸਤ 1947 ਤੋਂ ਬਾਅਦ ਅਸੀਂ ਦੇਖਦੇ ਹਾਂ ਸੈਕੰਡ ਵਰਲਡ ਵਾਰ 1945 'ਚ ਖਤਮ ਹੁੰਦਾ ਹੈ, ਬ੍ਰਿਟਨ ਨੇ ਜਿੱਥੇ ਕਿ ਉਹ ਅਰਬਾਂ ਨਾਲ ਵੀ ਰੱਖ ਰਿਹਾ ਸੀ, ਕਿਉਂਕਿ ਫਲਸਤੀਨ ਤਾਂ ਉਹਨਾਂ ਦਾ ਹੀ ਮੁਲਕ ਸੀ, ਇੱਧਰ ਵੀ ਇਹਨਾਂ ਨੂੰ ਸੈਟਲ ਕਰ ਰਿਹਾ ਸੀ, ਤਾਂ ਉਹਨੇ UN ਦੇ ਹਵਾਲੇ ਕਰਤਾ। ਔਰ ਪਹਿਲਾ ਪ੍ਰੈਜ਼ੀਡੈਂਟ ਜਿੰਨੀ ਦੇਰ ਅਮਰੀਕਾ ਦਾ, ਜਿਹਨੇ ਸੈਕੰਡ ਵਰਲਡ ਵਾਰ ਵੇਲੇ ਲੀਡ ਕੀਤਾ, ਪ੍ਰੈਜ਼ੀਡੈਂਟ ਰੂਜ਼ਾਵੈਲਟ, ਉਹ ਬਿਲਕੁਲ ਹੱਕ 'ਚ ਨਹੀਂ ਸੀ, ਕਿਉਂਕਿ ਇਜ਼ਰਾਈਲ ਬਣਾਉਣ ਦਾ ਮਤਲਬ ਇਹ ਸੀ ਕਿ ਫਲਸਤੀਨੀਆਂ ਨੂੰ ਉੱਥੋਂ ਡਿਸਪਲੇਸ ਕਰਨਾ, ਜਾਂ ਤਾਂ ਉਸੇ ਹੀ ਇੱਕ ਸੈਟਅਪ ਦੇ ਥੱਲੇ ਜਿਹੜਾ ਕੁਛ ਨਾ ਕੁਛ ਐਸਾ ਹੁੰਦਾ ਕਿ ਕੁਛ ਟੁਗੈਦਰਨੈਸ ਰਹਿੰਦੀ, ਤੇ ਉਹਨਾਂ ਨੂੰ ਜਿਹੜੇ ਬਾਹਰੋਂ ਯਹੂਦੀ ਜਾ ਰਹੇ ਸੀ ਯੂਰਪ 'ਚੋਂ ਦੂਜੇ ਸਫ਼ਰ ਕਰਕੇ, ਉਹ ਵੀ ਸੈਟਲ ਹੁੰਦੇ। ਲੇਕਿਨ ਪ੍ਰੈਜ਼ੀਡੈਂਟ ਟਰੂਮੈਨ ਤੱਕ ਪਹੁੰਚਦੇ ਆ ਜਿਹੜਾ ਉਹ ਅਮਰੀਕਾ ਦੇ ਵਿੱਚ ਫਾਈਨਲੀ ਬ੍ਰਿਟਨ ਨੇ UN ਦੇ ਹਵਾਲੇ ਕਰਤਾ ਇਸ ਨੂੰ। ਔਰ ਅਮਰੀਕਾ ਨੇ ਫਲਸਤੀਨ ਦੇ ਡਿਵੀਜ਼ਨ ਦੀ ਗੱਲ ਕਿ ਜੀ ਸਾਈਡ ਬਾਈ ਸਾਈਡ ਇਜ਼ਰਾਈਲ ਔਰ ਫਲਸਤੀਨ ਦੋ ਸੂਬੇ ਹੋਣਗੇ। ਹਾਲਾਂ ਜਿਹੜੇ ਅਰਬ ਮੁਲਕ ਸੀ ਉਹਨਾਂ ਨੇ ਫੌਰਨ ਅਟੈਕ ਕੀਤਾ, ਔਰ ਵੱਖਰੀ ਕਹਾਣੀ ਹੈ। ਪਰ ਗੱਲ ਕਿਉਂਕਿ ਭਾਰਤ ਦੇ ਕੰਟੈਕਸਟ 'ਚ ਅਸੀਂ ਕਰ ਰਹੇ ਹਾਂ, ਭਾਰਤ ਨੇ ਕਦੇ ਵੀ ਇਜ਼ਰਾਈਲ ਦੀ ਹੋਂਦ ਨੂੰ ਨਹੀਂ ਮੰਨਿਆ। ਇਹ ਨਹਿਰੂ ਦੇ ਪੀਰੀਅਡ ਤੋਂ ਲੈ ਕੇ ਥਰੂ ਆਊਟ ਇੰਦਰਾ ਗਾਂਧੀ ਪੀਰੀਅਡ 'ਚ ਰਿਹਾ। 1991 ਦੇ ਵਿੱਚ ਜਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਦਾ ਹੈ, ਉਦੋਂ ਪਹਿਲੀ ਵਾਰ ਇਜ਼ਰਾਈਲ ਦੇ ਨਾਲ, ਜਿਹਨੂੰ ਚਾਰਜ ਡੀ ਅਫੇਅਰ ਕਿਹਾ ਜਾਂਦਾ ਹੈ, ਇਹ ਫੁੱਲ ਡਿਪਲੋਮੈਟਿਕ ਰਿਲੇਸ਼ਨਸ਼ਿਪ ਨਹੀਂ ਹੁੰਦੀ। ਜਿਵੇਂ ਹੁਣ ਜੇ ਭਾਰਤ ਔਰ ਪਾਕਿਸਤਾਨ ਨੇ ਆਪਣੇ ਡਿਪਲੋਮੈਟਿਕ ਸਬੰਧ ਤੋੜੇ ਹੋਏ ਨੇ 5 ਅਗਸਤ 2019 ਤੋਂ ਬਾਅਦ, ਤੇ ਜਿਹੜਾ ਉਹਨੂੰ ਡੀਲ ਕਰ ਰਿਹਾ ਉਹ ਚਾਰਜ ਡੀ ਅਫੇਅਰ ਹੈ, ਫੁੱਲ ਫਲੈਜ। ਜਿਵੇਂ ਭਾਵੇਂ 1930 ਦੇ ਵਿੱਚ ਜਿਹੜੀਆਂ ਬਾਲਟਿਕ ਸਟੇਟਾਂ ਸੀ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਉਹਨੂੰ ਹੜੱਪ ਲਿਆ ਸੀ ਸੋਵੀਅਤ ਯੂਨੀਅਨ ਨੇ, ਪਰ ਅਮਰੀਕਾ ਨੇ ਆਪਣੇ DC ਦੇ ਵਿੱਚ ਇਹਨਾਂ ਲਿਥੁਆਨੀਆ, ਲਾਤਵੀਆ, ਐਸਟੋਨੀਆ ਦੀਆਂ ਜਿਹੜੇ ਨੇ ਉਹ ਚਾਰਜ ਡੀ ਅਫੇਅਰ ਰੱਖੇ ਹੋਏ ਸੀ, ਯਾਨੀ ਡਿਪਲੋਮੈਟਿਕ ਰੈਕਗਨੀਸ਼ਨ। ਸੋ 1950, 60, 70, 80 ਤੱਕ ਜਿਹੜੀ ਹੈ ਫੁੱਲ ਫਲੈਜ ਸਪੋਰਟ ਭਾਰਤ ਦੀ ਫਲਸਤੀਨੀ ਸਟੇਟ ਦੇ ਲਈ। ਯਾਸਰ ਅਰਾਫਾਤ ਜੇ ਯੂਨਾਈਟਿਡ ਨੇਸ਼ਨ ਦਾ ਐਸੋਸੀਏਟ ਮੈਂਬਰ ਬਣਦਾ, ਉਹਦੇ 'ਚ ਵੀ ਭਾਰਤ ਦੀ ਪੂਰੀ ਸਪੋਰਟ ਸੀ। ਇਕੱਲਾ ਇਹ ਨਹੀਂ ਸੀ ਕਿ ਵੀ ਉਹਨੇ ਜਿਹੜਾ ਮੁਸਲਮਾਨਾਂ ਦਾ ਵੋਟ ਬੈਂਕ ਦੇਖ ਕੇ ਕੀਤਾ, ਇਹ ਭਾਰਤ ਦਾ ਜੈਨੂਅਨ ਇੱਕ ਵਰਤਾਰਾ ਸੀ ਕਿ ਵੀ ਤੁਸੀਂ ਇੱਕ ਮੁਲਕ 'ਚ ਜਿੱਥੇ ਵੱਸਦੇ ਲੋਕ ਨੇ ਉਹਨਾਂ ਨੂੰ ਉੱਥੋਂ ਕੱਢ ਕੇ ਦੂਸਰਿਆਂ ਨੂੰ ਤੁਸੀਂ ਥਾਂ ਦੇ ਰਹੇ ਹੋ। ਲੇਕਿਨ 1991 ਤੱਕ ਕਿਉਂਕਿ ਔਰ ਇਸ ਪੀਰੀਅਡ 'ਚ ਇਜ਼ਰਾਈਲ ਆਪਣੇ ਐਸਰਟ ਕਰਦਾ ਚਲਾ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਨੇ ਪਹਿਲਾ ਹਮਲਾ ਜਿਹਦੇ 'ਚ ਜਾਰਡਨ ਔਰ ਇਰਾਕ ਔਰ 1948 'ਚ ਕੀਤਾ, ਜਦੋਂ ਕਿ ਉਹਨਾਂ ਕੋਲ ਪੂਰੀ ਫੋਰਸ ਸੀ, ਇਹਨਾਂ ਮੁਲਕਾਂ ਕੋਲ 에ਅਰ ਫੋਰਸ ਵੀ ਸੀ, ਲੇਕਿਨ ਇਜ਼ਰਾਈਲ ਨੇ ਉਸ ਹਮਲੇ ਨੂੰ ਪਛਾੜਿਆ। 1967 ਦੇ ਵਿੱਚ ਜਿਹੜੀ 6 ਡੇ ਵਾਰ ਜਿਹਨੂੰ ਕਿਹਾ ਜਾਂਦਾ ਹੈ, ਉਹਦੇ 'ਚ ਇਜ਼ਰਾਈਲ ਨੇ, ਕਿਉਂਕਿ ਇਜਿਪਟ ਇਸ ਪੀਰੀਅਡ 'ਚ 1950 'ਚ ਜਿਹੜਾ ਇੱਕ ਕਨਫਲਿਕਟ ਸੁਏਜ਼ ਕੈਨਾਲ ਨੂੰ ਲੈ ਕੇ ਹੋਇਆ, ਜਿਹੜਾ ਨਾਸਰ ਵੱਡੀ ਇੱਕ ਪਾਵਰ ਬਣ ਕੇ ਉੱਭਰਿਆ, ਔਰ ਇਜ਼ਰਾਈਲ ਨੇ ਜਿਵੇਂ 6 ਡੇ ਵਾਰ ਦੇ ਵਿੱਚ ਸਾਰੇ ਹੀ ਅਰਬ ਮੁਲਕਾਂ ਨੂੰ, ਜੇ ਪੰਜਾਬੀ ਦੇ ਲਫ਼ਜ਼ ਠੋਕਿਆ ਕਹਿਣਾ ਹੋਏ, ਕਿਉਂਕਿ ਇਜਿਪਟ ਦੇ ਵੀ ਜਿਹੜੀ ਇੱਕ ਵੱਡੀ ਪਾਵਰ ਬਣ ਕੇ ਉੱਭਰਿਆ ਸੀ ਕਿ ਜੀ ਉਹਨੇ ਸੁਏਜ਼ ਕੈਨਾਲ ਬੰਦ ਕਰਤੀ, ਅਮਰੀਕਾ ਉਹਦੇ ਹੱਕ 'ਚ ਭੁਗਤਿਆ, ਬ੍ਰਿਟਿਸ਼ ਨੂੰ ਹੰਬਲ ਪਾਈ ਖਾਣੀ ਪਈ। ਔਰ ਇਸ ਤੋਂ ਪਹਿਲਾਂ ਕਿ ਕੋਈ ਐਕਸ਼ਨ ਜਿਹੜਾ ਕਿ ਉਹ ਇਜ਼ਰਾਈਲ ਦੇ ਖਿਲਾਫ ਪਲਾਨ ਕਰ ਰਹੇ ਹੋਣਗੇ ਜਾਂ ਕੀ ਹੈ, ਕਿ ਉਹਨਾਂ ਦੀ ਸਾਰੀ 에ਅਰ ਫੋਰਸ ਦਾ 80% ਗਰਾਊਂਡ ਦੇ ਉੱਤੇ ਖੜੇ ਜਹਾਜ਼ ਹੀ ਇਜ਼ਰਾਈਲ ਨੇ ਤਬਾਹ ਕਰ ਦਿੱਤੇ। ਦੂਸਰੇ ਪਾਸੇ ਉਸ 6 ਡੇ ਵਾਰ ਦੇ ਵਿੱਚ ਇਜ਼ਰਾਈਲ ਨੇ ਸਿਨਾਈ ਹਿਲਸ ਜਿਹੜੀਆਂ ਨੇ ਉਹ ਸੀਰੀਆ ਤੋਂ ਖੋਈਆਂ, ਗਾਜ਼ਾ ਇਜਿਪਟ ਤੋਂ ਖੋਇਆ, ਵੈਸਟ ਬੈਂਕ ਜਾਰਡਨ ਤੋਂ ਖੋਇਆ, ਜੈਰੂਸ਼ਲਮ ਵੀ ਜਾਰਡਨ ਤੋਂ ਖੋਇਆ।
ਹੁਣ ਇਹ ਜਿਹੜਾ ਜੈਰੂਸ਼ਲਮ ਹੈ ਜਾਂ ਵੈਸਟ ਬੈਂਕ ਹੈ, ਇਹ 1967 ਦੀ 6 ਡੇ ਵਾਰ ਤੋਂ ਪਹਿਲਾਂ ਜਿਹੜਾ ਇਜ਼ਰਾਈਲ ਕੋਲ ਬੜੀ ਛੋਟੀ ਟੈਰੀਟਰੀ ਸੀ। ਹੁਣ ਜਿਹੜੀ ਟੈਰੀਟਰੀ 6 ਡੇ ਵਾਰ ਤੋਂ ਬਾਅਦ ਇਜ਼ਰਾਈਲ ਦੀ ਆਈ, ਜਿਹਦੇ 'ਚ ਉਹਨੇ ਪੂਰਾ ਜੈਰੂਸ਼ਲਮ ਵੀ ਕਾਬੂ ਕਰ ਲਿਆ, ਵੈਸਟ ਬੈਂਕ ਵੀ ਕਰ ਲਿਆ, ਗਜ਼ਾ ਵੀ ਕਰ ਲਿਆ। ਫਿਰ ਪ੍ਰੈਜ਼ੀਡੈਂਟ ਸ਼ਾਇਦ ਜਿਮੀ ਕਾਰਟਰ ਦੇ ਵੇਲੇ ਜਦੋਂ ਇੱਕ ਸਮਝੌਤਾ ਕਰਵਾਇਆ ਜਾਂਦਾ ਹੈ, ਉਹਦੇ 'ਚ ਜਿਹੜਾ ਗੋਲਾਨ ਹਾਈਟਸ ਨੇ ਉਹ ਸੀਰੀਆ ਨੂੰ ਵਾਪਸ ਕਰਤੀਆਂ ਜਾਂਦੀਆਂ ਉਹਨਾਂ ਦੇ ਨਾਲ। ਗਜ਼ਾ ਦੇ ਇਜਿਪਟ ਵੀ ਉਸ ਸਮਝੌਤੇ ਦਾ ਹਿੱਸਾ ਬਣਦਾ ਔਰ ਅਨਵਰ ਸਾਦਾਤ ਜਿਹੜਾ ਨਾਸਰ ਤੋਂ ਬਾਅਦ ਬਣਦਾ, ਉਹਦਾ ਮਰਡਰ ਵੀ ਇਸ ਲਈ ਹੁੰਦਾ ਕਿ ਜੀ ਉਹਨੇ ਸਮਝੌਤਾ ਕਰ ਲਿਆ। ਔਰ ਇਹ ਪ੍ਰੋਮਿਸ ਲਗਾਤਾਰ ਜਾਰੀ ਰਿਹਾ ਕਿ ਜੀ ਵੈਸਟ ਬੈਂਕ ਔਰ ਗਜ਼ਾ ਜਿਹੜੇ ਨੇ ਇਹ ਅਲਟੀਮੇਟਲੀ ਫਲਸਤੀਨ ਬਣੇਗੀ। ਹੁਣ ਵੀ ਤੁਸੀਂ ਦੇਖੋਗੇ ਕਿ ਜਦੋਂ ਇਹ ਤਬਾਹੀ ਮਚੀ ਹੋਈ ਹੈ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਲੈ ਕੇ ਹੁਣ ਵੀ ਐਂਟਨੀ ਬਲਿੰਕਨ ਦੀ 2 ਦਿਨ ਪਹਿਲਾਂ ਵੀ ਜੀ ਵੀ ਸਪੋਰਟ 2 ਨੇਸ਼ਨ ਥਿਊਰੀ ਤੇ ਫਲਾਣਾ ਸਿਰਫ ਗੱਲੀ ਬਾਤ। ਲੇਕਿਨ ਭਾਰਤ ਦਾ ਹੁਣ ਨਰਸਿਮਹਾ ਰਾਓ ਦਾ ਰੋਲ ਕੀ ਰਿਹਾ, ਕਿਉਂਕਿ ਨਰਸਿਮਹਾ ਰਾਓ ਕੋਈ ਬੀਜੇਪੀ ਸਰਕਾਰ ਨਹੀਂ ਸੀ, ਕਾਂਗਰਸ ਸੀ। ਪਰ ਇਸੇ ਹੀ ਨਰਸਿਮਹਾ ਰਾਓ ਦੇ ਵੇਲੇ ਸਿੱਖਾਂ ਦੀਆਂ ਕਿਲਿੰਗਸ ਪੰਜਾਬ ਦੇ ਵਿੱਚ 50,000 ਤੋਂ ਜ਼ਿਆਦਾ ਸਿੱਖ, ਕਿਉਂਕਿ ਅਸੀਂ ਇਜ਼ਰਾਈਲ ਭਾਰਤ ਰਿਲੇਸ਼ਨਸ ਦੀ ਗੱਲ ਕਰ ਰਹੇ ਹਾਂ ਔਰ ਉਸ ਪੀਰੀਅਡ ਦੇ ਵਿੱਚ ਸਾਡੇ ਸਾਹਮਣੇ ਹੈ ਕਿ ਈਵਨ ਮੋਸਾਦ ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ ਔਰ ਇੰਡੀਆ ਦੀ ਰਾਹ ਔਰ ਪੰਜਾਬ ਦੇ ਵੀ ਜਿਹੜੇ ਟਾਰਚਰ ਕਰਨ ਵਾਲੇ ਜਾਂ ਟਾਰਚਰ ਦੇ ਤਰੀਕੇ ਸੀ, ਇਹ ਉਦੋਂ ਆਮ ਜਾਣਿਆ ਜਾਂਦਾ ਸੀ ਕਿ ਜੀ ਇਜ਼ਰਾਈਲ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ ਜੀ। ਔਰ ਇਹ KP ਗਿੱਲ ਦੇ ਦੌਰ ਦੇ ਵਿੱਚ ਵੀ ਦਿੱਲੀ ਦੇ ਵਿੱਚ ਹਕੂਮਤ ਨਰਸਿਮਹਾ ਰਾਓ ਦੀ ਹੈ, ਜਦੋਂ ਕਿ 1992 ਤੋਂ 1994 ਤੱਕ ਸਭ ਤੋਂ ਜ਼ਿਆਦਾ ਨਸਲਕੁਸ਼ੀ ਹੁੰਦੀ। ਉਦੋਂ ਤੱਕ ਇਜ਼ਰਾਈਲ ਮੋਸਾਦ ਪੂਰੀ ਤਰ੍ਹਾਂ ਔਨ ਬੋਰਡ ਸੀ ਇੰਡੀਅਨ ਏਜੰਸੀਆਂ ਦੇ। ਬੇਸ਼ੱਕ ਕਾਂਗਰਸ ਰਜੀਮ ਸੀ, ਨਰਸਿਮਹਾ ਰਾਓ ਦੇ ਵੇਲੇ ਬਾਬਰੀ ਮਸਜਿਦ ਵੀ ਢਾਈ ਗਈ ਔਰ ਜੋ ਉਹਦਾ ਰੋਲ ਹੈ ਹੁਣ ਉਹ ਸਾਹਮਣੇ ਆਉਂਦਾ ਕਿ ਵੀ ਉਹ ਤਾਂ ਆਪਣੇ ਬਚਪਨ ਦੇ ਵੇਲੇ ਹੀ ਜਿਹੜਾ ਖਾਕੀ ਨਿੱਕਰ ਪਾਉਣ ਵਾਲਾ ਸੀ, ਆਂਧਰਾ ਨਾਲ ਉਹਦਾ ਸੰਬੰਧ ਸੀ ਨਰਸਿਮਹਾ ਰਾਓ ਦਾ ਜੀ। ਫਿਰ ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਆਉਣ ਤੱਕ ਵੀ ਅੰਦਰੂਨੀ ਏਜੰਸੀਆਂ ਦੇ ਜਿਹੜੇ ਰਾਬਤੇ ਨੇ ਉਹ ਪੂਰੀ ਤਰ੍ਹਾਂ ਕਾਇਮ ਹੋ ਗਏ, ਕੋਆਪਰੇਸ਼ਨ ਵੀ ਰਹੀ ਔਰ ਇੱਕ ਸਟੇਜ ਤੇ ਈਵਨ ਇੱਕ ਫਾਈਲ ਕੀਤਾ ਗਿਆ ਸੀ ਅਟੈਂਪਟ ਸ਼ਾਇਦ ਪਾਕਿਸਤਾਨ ਦੀਆਂ ਏਜੰਸੀਆਂ ਵੱਲੋਂ ਜਾਂ ਕਿਵੇਂ ਹੋਇਆ, ਜਿਹਦੇ 'ਚ ਈਵਨ ਇਹ ਸੀ ਕਿ ਇਜ਼ਰਾਈਲ ਔਰ ਭਾਰਤ ਦੀਆਂ ਏਜੰਸੀਆਂ ਕਸ਼ਮੀਰ 'ਚੋਂ ਉਹਨਾਂ ਦਾ ਕਹੂਟਾ ਨਿਊਕਲੀਅਰ ਪਲਾਂਟ ਔਰ ਪਾਕਿਸਤਾਨ ਦੇ ਨਿਊਕਲੀਅਰ ਨੂੰ ਜਿਹੜਾ ਹੈ ਉਹ ਕੱਢਣ ਦੇ ਲਈ ਕੋਈ ਇਹਨਾਂ ਦਾ ਜੁਆਇੰਟ ਆਪਰੇਸ਼ਨ ਸੀ ਜਿਹੜਾ ਫਿਰ ਇੱਕਦਮ ਇਹ ਵੀ ਦੇਖਣ 'ਚ ਆਇਆ, ਕਿਉਂਕਿ ਅਸੀਂ ਥੋੜ੍ਹਾ ਬਹੁਤ ਜਿਹੜੇ ਉੱਥੋਂ ਦੇ ਹਿਲ ਸਟੇਸ਼ਨਸ ਨਾਲ ਰਿਲੇਟਡ ਡੀਟੇਲਸ ਦੇਖੀਆਂ ਕਿ ਇਜ਼ਰਾਈਲੀ ਟੂਰਿਸਟ ਔਰ ਦੂਸਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਣ ਲੱਗ ਗਏ ਔਰ ਉਹਨਾਂ ਦੇ ਮੁਕਾਮ ਵੀ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਬਾਰਡਰ ਸੈਂਸਿਟਿਵ ਬਾਰਡਰ ਸੀ, ਰੋਹਤਾਂਗ ਪਾਸ ਵਾਲੇ ਪਾਸਿਓਂ, ਮਨਾਲੀ ਤੋਂ ਜਾਂ ਦੂਸਰੇ ਪਾਸੇ। ਸੋ ਇਉਂ ਲੱਗਦਾ ਹੈ ਕਿ ਵੀ ਬੇਸ਼ੱਕ ਫੁੱਲ ਫਲੈਜਡ ਜਿਹੜੀ ਪਹਿਲਾ ਮੋਦੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣਦਾ, ਜਿਹੜਾ ਖੁੱਲ੍ਹ ਕੇ ਜਾਂਦਾ ਹੈ ਨੇਤਨਯਾਹੂ ਦੇ ਨਾਲ ਜਾਂ RSS ਦੀ ਨੀਤੀ ਜਾਂ ਹੁਣ ਦੀਆਂ ਨੀਤੀਆਂ ਦੀ ਜੋ ਸਾਰੀ ਸਪੋਰਟ ਹੈ, ਪਰ ਉਸ ਦੇ ਲਈ ਗਰਾਊਂਡ ਨਰਸਿਮਹਾ ਰਾਓ ਦੇ ਵੇਲੇ ਤੋਂ 1991 ਤੋਂ ਬਾਅਦ, ਕਿਉਂਕਿ ਨਰਸਿਮਹਾ ਰਾਓ ਤੋਂ ਬਾਅਦ ਫਿਰ ਵਾਜਪਾਈ ਭਾਵੇਂ ਸ਼ਾਰਟ ਟਰਮ ਦੂਜੇ ਪ੍ਰਾਈਮ ਮਿਨਿਸਟਰ ਬਣਦੇ ਨੇ, IK ਗੁਜਰਾਲ, ਚੰਦਰ ਸ਼ੇਖਰ, ਇਹ ਵੋ ਦੇਵਗੌੜਾ ਵੀ ਟਾਈਮ ਬੀਂਗ, ਫਿਰ ਵਾਜਪਾਈ। ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੀ ਸਬੰਧ ਰਹੇ ਓਪਨ 'ਚ ਬਹੁਤਾ ਨਹੀਂ ਆਇਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੰਡੋ US ਨਿਊਕਲੀਅਰ ਡੀਲ ਹੋਈ। ਜਦੋਂ ਅਮਰੀਕਾ ਔਰ ਇੰਡੀਆ ਦੀ ਰਿਲੇਸ਼ਨਸ਼ਿਪ ਇੰਪਰੂਵ ਹੋਈ ਤੇ ਜ਼ਾਹਰ ਹੈ ਕਿ ਵੀ ਉਸ ਦਾ ਅਸਰ ਸੀ ਕਿ ਜੇ ਅਮਰੀਕਾ ਇਜ਼ਰਾਈਲ ਇੱਕ ਨੇ ਤੇ ਉਹ ਸਾਰਾ ਜਿਹੜਾ ਇਜ਼ਰਾਈਲ ਦੀ ਜਿਹੜੀ ਹੈ ਉਹ ਐਪਰੀਸ਼ੀਏਸ਼ਨ ਵੀ ਸ਼ੁਰੂ ਹੋ ਗਈ, ਦੂਸਰਾ ਵੀ ਹੋ ਗਿਆ। ਪਰ ਮੋਦੀ ਦੇ ਆਉਂਦਿਆਂ ਖੁੱਲ੍ਹ ਕੇ ਫਿਰ ਇਹਨਾਂ ਦੀ ਤਾਂ ਨੀਤੀ ਜਿਹੜੀ ਆ ਐਂਟੀ ਮੁਸਲਿਮ ਵੀ ਸੀ ਜੀ, ਐਂਟਾਈ। ਹਾਲਾਂ ਹੁਣ ਵੀ ਮੋਦੀ ਦੀ ਸਰਕਾਰ ਜਿਹੜੀ ਹੈ ਇਹ ਮੁਸਲਮਾਨ ਜਗਤ ਨੂੰ ਜਾਂ ਈਵਨ ਇਹ ਜੇ ਇੱਥੇ ਆਇਆ ਮੋਦੀ ਆਪਣੇ 3 ਰੋਜ਼ਾ ਦੌਰੇ ਤੇ, ਉਹਨੇ ਮੁਹੰਮਦ ਅਬਾਸ ਦੇ ਨਾਲ ਵੀ ਮੀਟਿੰਗ ਕੀਤੀ ਹੈ ਜਿਹੜੇ ਫਲਸਤੀਨ, ਪਰ ਦੈਟ ਮੀਨਸ ਨਥਿੰਗ। ਹੁਣ ਜਦੋਂ ਕਿ ਹਸਨ ਨਸਰੱਲਾ ਦਾ ਮਰਡਰ ਹੁੰਦਾ ਹੈ, ਜਿਹੜਾ ਉਹ ਜ਼ਾਹਰ ਹੈ ਪੀਜਰ ਬੰਬ ਔਰ ਦੂਜੇ ਇਸਤੇਮਾਲ ਹੋਏ ਨੇ ਔਰ ਇਸ ਤੋਂ ਇਲਾਵਾ ਕਿਉਂਕਿ ਇਹਨਾਂ ਦੇ ਜ਼ਮੀਨਦੋਜ਼ ਬੰਕਰ ਸੀ ਔਰ ਇਹ ਸਾਹਮਣੇ ਆਇਆ ਕਿ ਜੇ ਹਸਨ ਨਸਰੁੱਲਾ ਜਾਂ ਉਹਨਾਂ ਦੇ ਕੁਝ ਹੋਰ ਜਿਹੜੇ ਟੌਪ ਕਮਾਂਡਰ ਨੇ ਜਿਹੜਾ ਅਮਰੀਕਨ ਜਿਹੜੇ ਇਹਨਾਂ ਨੇ ਬੰਕਰ ਬਸਟਰ ਦਿੱਤੇ ਨੇ ਬੰਬ, ਉਹਨਾਂ ਰਾਹੀਂ ਜਾਂ ਕਿਵੇਂ ਹੋਇਆ। ਲੇਕਿਨ ਇਜ਼ਰਾਈਲ ਨੇ ਤਾਂ ਕਲੇਮ ਕਰ ਦਿੱਤਾ ਸੀ, ਪਰ ਜਦੋਂ ਤੱਕ ਹਿਜ਼ਬੁੱਲਾ ਨੇ ਇਸ ਨੂੰ ਓਨ ਨਹੀਂ ਕੀਤਾ ਕਿ ਵੀ ਹੋਇਆ, ਇਹ ਮੰਨਿਆ ਨਹੀਂ ਸੀ ਜਾਂਦਾ ਵੀ ਪਤਾ ਨਹੀਂ ਕਿਵੇਂ ਹੈ ਕੀ ਹੈ। ਔਰ ਹੁਣ ਇਹ ਆਉਂਦਾ ਹੈ ਕਿ ਭਾਈ ਇਹ ਜਿਹੜਾ ਉਹਨਾਂ ਦਾ ਡਿਪਟੀ ਲੀਡਰ ਹੈ ਹਿਜ਼ਬੁੱਲਾ ਦਾ ਨਾਇਮ ਕਾਸਿਮ,
ਉਹਨੇ ਟੇਕ ਓਵਰ ਕਰ ਲਿਆ। ਪਰ ਜਿਹੜਾ ਇਹ ਸਾਡੀ ਅੱਜ ਦਾ ਇਸ ਟੌਪਿਕ ਦੀ ਜਿਹੜੀ ਡਿਸਕਸ਼ਨ ਹੈ, ਕਿਉਂਕਿ 3 ਦਿਨ ਬਾਅਦ ਜਿਹੜਾ ਨਰਿੰਦਰ ਮੋਦੀ ਹਸਨ ਨਸਰੁੱਲਾ ਦੇ ਮਾਰੇ ਜਾਣ ਤੋਂ ਨੇਤਨਯਾਹੂ ਨੂੰ ਕਾਲ ਕਰਦਾ ਔਰ ਉਹ ਆਪਣਾ ਟਵੀਟ ਜਾਂ ਐਕਸ ਜਿਹਨੂੰ ਕਹਿੰਦੇ ਨੇ ਉਹਦੇ ਅਕਾਊਂਟ ਦੇ ਉੱਤੇ ਕਮੈਂਟ ਪਾਉਂਦਾ ਹੈ, ਜਿਹਦੇ ਦੀ ਮੈਂ ਗੱਲ ਕਰਾਂਗਾ। ਉਹਦੇ 'ਚੋਂ ਕਹਿੰਦਾ ਹੈ ਕਿ ਸਪੋਕ ਟੂ ਪ੍ਰਾਈਮ ਮਿਨਿਸਟਰ ਨੇਤਨਯਾਹੂ ਅਬਾਊਟ ਰੀਸੈਂਟ ਡਿਵੈਲਪਮੈਂਟਸ ਇਨ ਵੈਸਟ ਏਸ਼ੀਆ ਜੀ। ਟੈਰਰਿਜ਼ਮ ਹੈਜ਼ ਨੋ ਪਲੇਸ ਇਨ ਆਵਰ ਵਰਲਡ। ਹੁਣ ਇਹਦੇ 'ਚ ਟੈਰਰਿਜ਼ਮ ਕਿਹਨੂੰ ਕਹਿ ਰਿਹਾ? ਹਸਨ ਨਸਰੱਲਾ ਨੂੰ ਕਹਿ ਰਿਹਾ ਕਿ ਉਹ ਇੱਕ ਟੈਰਰਿਸਟ ਸੀ ਜਿਹੜਾ ਮਾਰਿਆ ਗਿਆ, ਜਾਂ ਜਿਹੜਾ ਅੱਜ ਨੇਤਨਯਾਹੂ ਜਿਹਨੂੰ ਖੁਦ ਵਾਰ ਕ੍ਰਿਮੀਨਲ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਔਰ ਦੁਨੀਆ ਨੇ ਬਿਆਨਿਆ ਹੋਇਆ ਜਿਸ ਕਿਸਮ ਦਾ ਜੋ ਚੱਲ ਰਿਹਾ। ਲੇਕਿਨ ਜੇ ਇਹਦਾ ਤੁਸੀਂ ਪੂਰਾ ਇਹਨੇ ਫਲੋ ਦੇਖੋਗੇ ਤਾਂ ਰਾਦਰ ਇਹ ਕੰਗ੍ਰੈਚੁਲੇਟ ਕੀਤਾ ਗਿਆ ਹੋਏਗਾ ਕਿ ਜੀ ਤੁਸੀਂ ਇੱਕ ਖਤਰਨਾਕ ਜਿਹੜਾ ਉਹਦਾ ਗੱਲ ਇਹ ਨਹੀਂ ਹੈ ਨਸਰੱਲਾ ਟੈਰਰਿਸਟ ਹੈ, ਮਾਰਿਆ ਗਿਆ, ਠੀਕ ਹੋਇਆ, ਅਸੀਂ ਇਸ ਡਿਬੇਟ 'ਚ ਨਹੀਂ ਜਾਂਦੇ। ਪਰ ਇੱਕ ਦਿਨ ਦੇ ਵਿੱਚ ਇੱਕ ਪਾਸੇ ਜਿੱਥੇ ਹਜ਼ਾਰਾਂ ਬੇਗੁਨਾਹ ਗਜ਼ਾ ਦੇ ਵਿੱਚ ਮਰ ਰਹੇ ਸੀ, ਉਹੀ ਕਹਾਣੀ ਲਬਨਾਨ ਦੇ ਵਿੱਚ ਇਹਨਾਂ ਨੇ ਸ਼ੁਰੂ ਕਰ ਲਈ। ਔਰ ਹੁਣ ਇਜ਼ਰਾਈਲ ਦੀ ਫੌਜ ਜਿਹੜੀ ਆ ਉਹ ਕੰਢੇ ਤੇ ਬੈਠੀ ਹੈ ਵੀ ਕਿਸੇ ਵੇਲੇ ਵੀ ਸਾਊਦਰਨ ਲਬਨਾਨ ਦੇ ਵਿੱਚ ਦਾਖਲ ਹੋ ਸਕਦੀ ਹੈ। ਹਾਲਾਂਕਿ ਹਿਜ਼ਬੁੱਲਾ ਨੇ ਕਿਹਾ ਵੀ ਆ ਜਾਓ, ਅਸੀਂ ਤੁਹਾਡਾ ਵੈਲਕਮ। ਅਮਰੀਕਾ ਉਹਨਾਂ ਨੂੰ ਡਿਜ਼ਿਸਟ, ਕਿਉਂਕਿ ਇਹ ਜਿਹੜੀ ਗਰਾਊਂਡ ਵਾਰ ਹੈ ਉਹਦੇ 'ਚ ਜਿਹੜੀ ਤਾਂ 에ਅਰ ਪਾਵਰ ਹੈ ਉਹਦੇ 'ਚ ਤੁਸੀਂ ਬੰਕਰ ਬਸਟ ਕਰ ਦਿਓ, ਰੇਜ਼ੀ ਉਹਨੂੰ ਰੇਜ਼ ਕਰ ਦਿਓ, ਸਾਰੇ ਕੁਝ ਨੂੰ ਇਨਫਰਾਸਟ੍ਰਕਚਰ ਨੂੰ ਜੋ ਕਰ ਰਹੇ ਨੇ। ਲੇਕਿਨ ਗਰਾਊਂਡ ਦੇ ਉੱਤੇ ਤਾਂ ਫਿਰ ਕੈਜੁਅਲਟੀਜ਼ ਵੀ ਲੈਣੀਆਂ ਪੈਣਗੀਆਂ ਸ਼ਾਇਦ। ਇਸ ਲਈ ਮੈਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਨੇਤਨਯਾਹੂ ਨੂੰ ਜੋ ਔਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਜੇ ਗੱਲ ਅਗਵਾ ਕੀਤੇ ਬੰਦਿਆਂ ਨੂੰ ਛਡਾਉਣ ਦੀ ਹੁੰਦੀ ਤਾਂ ਅੱਜ ਵੀ 100 ਬੰਦਾ ਜਿਹੜਾ ਹੈ ਜੀ ਉਹ ਉਹਨਾਂ ਦੇ ਕਬਜ਼ੇ 'ਚ ਹੈ। ਸੋ ਉਹਦੇ 'ਚ ਕੋਈ ਇੰਟਰਸਟ ਨਹੀਂ ਹੈ। ਪਰ ਕਿਉਂਕਿ ਹਸਨ ਨਸਰੱਲਾ ਦਾ ਮਾਰਿਆ ਜਾਣਾ ਇੰਨੀ ਵੱਡੀ ਖਬਰ ਹੈ, ਜਿਹੜਾ 30 ਸਾਲ ਤੋਂ ਸਰਵਾਈਵ ਕਰ ਰਿਹਾ ਸੀ, ਕਿ ਅਮਰੀਕਾ ਨੇ ਵੀ ਸੈਲੀਬ੍ਰੇਟ ਕੀਤਾ, ਕੁਝ ਇਸਲਾਮਿਕ ਵਰਲਡ 'ਚ ਵੀ ਜਿੱਥੇ ਸ਼ੀਆ ਸੁੰਨੀ ਹੈ, ਸੀਰੀਆ 'ਚ ਵੀ ਇਸ ਕਿਸਮ ਦਾ ਦੇਖਿਆ ਗਿਆ। ਪਰ ਅਗੇਨ ਉਹ ਇਹ ਮੋਦੀ ਕਹਿੰਦਾ ਸਪੋਕ ਟੂ ਪ੍ਰਾਈਮ ਮਿਨਿਸਟਰ ਨੇਤਨਯਾਹੂ about recent developments in West Asia. Terrorism has no place in our world. It is crucial to prevent regional escalation and ensure the safe release of all hostages. ਹੁਣ hostages ਦਾ ਤਾਂ ਫਿਕਰ ਹੈ, escalation ਕੌਣ ਕਰ ਰਿਹਾ ਹੈ? ਜ਼ਾਹਰ ਹੈ ਹਮਾਸ ਤਾਂ ਨਹੀਂ ਹੈ ਜਾਂ ਫਲਸਤੀਨੀ ਤਾਂ ਨਹੀਂ, ਈਵਨ ਅਮਰੀਕਾ ਵੀ ਨਹੀਂ ਚਾਹੁੰਦਾ escalation ਜੀ। ਔਰ ਪਰ ਨੇਤਨਯਾਹੂ ਨੂੰ ਇਹ ਲੱਗਦਾ ਕਿ ਬੈਸਟ ਟਾਈਮ ਹੈ, ਕਿਉਂਕਿ ਇਸ ਵੇਲੇ ਅਮਰੀਕਾ ਦਾ ਪ੍ਰੈਜ਼ੀਡੈਂਟ ਲੇਮ ਡੱਕ ਹੈ, ਟਰੰਪ ਦਾ ਵੈਸੇ ਹੀ ਉਸੇ ਹੀ ਸਪੋਰਟਿੰਗ ਲਾਈਨ ਹੈ, ਸੋ ਕਿਸੇ ਨੇ ਅਪੋਜ਼ ਨਹੀਂ। ਪਰ ਜਿਹੜੀ ਗੱਲ ਈਵਨ ਜਿਵੇਂ ਮੈਂ ਗੱਲ ਕੀਤੀ ਕਿ ਕਰਨ ਥਾਪਰ ਦੇ ਨਾਲ ਨਵਤੇਜ ਸਿੰਘ ਸਰਨਾ ਜਿਹੜਾ ਇੰਡੀਆ ਦਾ ਫੋਰਨ ਪਾਲਿਸੀ ਦਾ ਸਪੋਕਸਪਰਸਨ ਵੀ ਰਿਹਾ, ਯੂਕੇ ਦੇ ਵਿੱਚ ਵੀ ਹਾਈ ਕਮਿਸ਼ਨਰ ਰਿਹਾ ਔਰ ਇਜ਼ਰਾਈਲ 'ਚ ਐਂਬੈਸਡਰ ਵੀ ਰਿਹਾ, ਅੱਜ ਦਾ ਉਹਦਾ ਇੰਟਰਵਿਊ ਬੜਾ ਦਿਲਚਸਪ ਸੀ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਤੁਸੀਂ ਕਿਸੇ ਨਾਈਵ ਨੂੰ ਥੋੜੀ ਦੱਸੋਗੇ ਕਿ ਬਈ $12 ਬਿਲੀਅਨ ਇਜ਼ਰਾਈਲ ਨੂੰ ਸੈਂਕਸ਼ਨ ਕੀਤਾ ਹੈ, $3 ਬਿਲੀਅਨ ਦੇ ਆਲਰੇਡੀ ਹਥਿਆਰ ਇਹਨਾਂ ਦੇ ਹਥਿਆਰ ਜਾ ਰਹੇ ਨੇ ਔਰ ਦੂਸਰਾ ਇੰਟੈਲੀਜੈਂਸ ਸ਼ੇਅਰਿੰਗ ਹੋ ਰਹੀ ਹੈ, ਤੇ ਤੁਸੀਂ ਕਹੋ ਜੀ ਨਹੀਂ ਸਾਡੀ ਗੱਲ ਨਹੀਂ ਸੁਣਦਾ। ਇਹ ਨਹੀਂ ਹੈ ਕਿ ਜੇ ਅਮਰੀਕਾ ਆਪਣਾ ਫੁੱਟ ਡਾਊਨ ਪੁੱਟ ਕਰ ਦੇ ਤਾਂ ਉਹਨਾਂ ਦੀ ਕੀ ਜ਼ਰੂਰਤ ਹੈ। ਸੋ ਇਹ ਹੁੰਦਾ ਹੈ ਕਿ ਵੀ ਤੁਸੀਂ ਕਿਸੇ ਨੂੰ ਬਲਿੰਕ ਕੀਤਾ, ਅੱਖ ਮਾਰੀ ਕਿ ਵੀ ਤੂੰ ਆਪਣਾ ਕੰਮ ਕਰੀ ਚੱਲ, ਇਧਰ ਤੁਸੀਂ ਉਹ ਸਟੈਂਡਰਡ ਜੇ ਜੀ ਪੀਸ ਔਰ ਇਹ ਉਹ ਇਹੀ ਕੰਮ ਮੋਦੀ ਕਰ ਰਿਹਾ। ਹੁਣ ਇੱਕ ਪਾਸੇ ਮੋਦੀ ਇਹ ਕਹਿ ਰਿਹਾ ਹੈ ਕਿ ਜੀ ਟੈਰਰਿਜ਼ਮ ਵੱਡਾ ਐਨਮੀ ਹੈ, ਕੀ ਉਹਨੇ ਨੇਤਨਯਾਹੂ ਨੂੰ ਕਿਹਾ ਵੀ ਤੂੰ ਟੈਰਰਿਸਟ ਹੈ? ਇਹਦਾ ਇਵੇਂ ਹੀ ਹੋਏਗਾ ਕਿ ਇੱਕ ਟੈਰਰਿਸਟ ਦੂਜੇ ਨੂੰ ਟੈਰਰਿਸਟ ਨੂੰ ਵਧਾਈ ਦੇ ਰਿਹਾ, ਕਿਉਂਕਿ ਜੋ ਮੋਦੀ ਵੀ ਵਾਇਲੇਟ ਕਰ ਰਿਹਾ ਇੰਟਰਨੈਸ਼ਨਲ ਲਾਅ, ਸੋਵਰਨਿਟੀ। ਹਰਦੀਪ ਸਿੰਘ ਨਿੱਜਰ ਦਾ ਮਰਡਰ ਕਰਕੇ ਜਾਂ ਅਮਰੀਕਾ 'ਚ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਨਾਲ ਉਹਨੇ ਦੱਸ ਦਿੱਤਾ ਕਿ ਵੀ ਈਵਨ ਪਾਕਿਸਤਾਨ 'ਚ ਕੀ ਕਰ ਰਿਹਾ, ਜਾਂ ਸੋ ਕਾਲਡ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਪਾਕਿਸਤਾਨ ਦੀ ਕਿਵੇਂ ਵਾਇਲੇਟ ਕੀਤੀ ਹੈ ਸੋਵਰਨਿਟੀ। ਔਰ ਇਹ ਨਹੀਂ ਹੈ ਕਿ ਵੀ ਉੱਥੇ ਬੈਠਾ ਮੋਦੀ ਨੇ ਹੀ ਟੈਲੀਫੋਨਿਕ ਕਨਵਰਸੇਸ਼ਨ ਕੀਤੀ। ਰਾਜਨਾਥ ਸਿੰਘ ਜਿਹੜਾ ਉੱਥੇ ਖਲੋ ਕੇ ਕਸ਼ਮੀਰ ਦੀ ਸੋਇਲ ਤੇ ਕਹਿ ਰਿਹਾ ਵੀ ਘਰ ਮੇਂ ਘੁਸ ਕੇ ਮਾਰੇਂਗੇ, ਪਾਕਿਸਤਾਨ ਨੂੰ ਕਹਿ ਰਿਹਾ ਜੀ ਤੁਹਾਨੂੰ ਕਿੰਨਾ ਕੁ IMF ਨੇ ਦੇ ਦਿੱਤਾ, ਸਾਡੇ ਨਾਲ ਅਸੀਂ ਹੁੰਦਾ ਸੀ ਤੁਹਾਨੂੰ ਆਹ ਦੇਖੋ ਕਸ਼ਮੀਰੀਆਂ ਨੂੰ ਅਸੀਂ ਕਿੰਨੇ ਹਜ਼ਾਰ ਕਰੋੜ ਵਾਜਪਾਈ ਨੇ ਦਿੱਤਾ ਸੀ, ਮੋਦੀ ਨੇ, ਅਸੀਂ ਤੁਹਾਨੂੰ ਜਿਹੜਾ ਉਹ ਬੇਲ ਆਊਟ, ਇਹ ਜਿਹਨੂੰ ਕਹਿੰਦੇ ਨੇ ਵਿਅੰਗ ਕਰਨਾ। ਔਰ ਮੋਦੀ ਇਸ ਦੇ ਵਿੱਚ ਕਹਿ ਰਿਹਾ ਕਿ ਇੰਡੀਆ ਇਜ਼ ਕਮਿਟਡ ਟੂ ਸਪੋਰਟਿੰਗ efforts for an early restoration of peace and stability। ਇਹ ਕਿਹੜੇ ਐਫਰਟ ਜਿਹੜਾ ਉਹ ਸਪੋਰਟ ਕਰ ਰਹੇ ਨੇ, ਪਰ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਇੱਕ ਖਤਰਨਾਕ ਪਾਰਟ ਹੈ
ਔਰ ਇਸ ਦੇ ਉੱਤੇ ਇਹ ਹਰ ਇੱਕ ਦਾ ਜਿਹੜੇ ਇਸ ਵੇਲੇ ਐਨਾਲਿਸਟ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਸ ਦਾ ਮਤਲਬ ਇਹ ਨਹੀਂ ਹੈ ਕਿ ਵੀ ਭਾਵੇਂ ਉਹਨਾਂ ਦਾ ਇੱਕ ਮਾਰਿਆ ਗਿਆ ਯੋਧਾ ਜਾਂ ਉਹਨੂੰ ਕੋਈ ਦਹਿਸ਼ਤਗਰਦ, ਇੱਕ ਦਾ ਜਿਹੜਾ ਯੋਧਾ ਹੁੰਦਾ ਦੂਸਰੇ ਦਾ ਦਹਿਸ਼ਤਗਰਦ ਹੁੰਦਾ, ਪਰ ਉਹਨਾਂ ਨੇ ਕਿਹਾ ਵੀ ਇਹ ਇਹਨੇ ਨਵਤੇਜ ਸਰਨੇ ਨੇ ਵੀ ਕਿਹਾ ਵੀ ਅੰਡਰ ਐਸਟੀਮੇਟ ਨਾ ਕਰੋ। ਹਿਜ਼ਬੁੱਲਾ ਮੇ ਵੀ ਇਸ ਵੇਲੇ ਉਹਨੇ ਬੀਟਿੰਗ ਲਈ ਹੈ, ਲੇਕਿਨ ਉਹਨਾਂ ਦੀ ਆਰਗੇਨਾਈਜੇਸ਼ਨਲ ਕੈਪੈਸਿਟੀ, ਸਕਿੱਲ ਔਰ ਉਸ ਸਾਰੇ ਦੇ ਥੱਲੇ ਦੇ ਵਿਲ ਗੈਟ ਬੈਕ। ਇਹ ਠੀਕ ਹੈ ਵੀ ਇਸ ਵੇਲੇ ਜਿਹੜੇ ਇਜ਼ਰਾਈਲ ਦਾ ਇੰਟਰਸਟ ਹੈ ਜਾਂ ਕਿਤੇ ਨਾ ਕਿਤੇ ਸ਼ਾਇਦ ਅਮਰੀਕਨ ਜਿਹੜੀ ਡੀਪ ਸਟੇਟ ਦਾ ਵੀ ਇੰਟਰਸਟ ਕਿ ਈਰਾਨ ਨੂੰ ਤੁਸੀਂ ਘੜੀਸੋ ਔਰ ਇਸ ਬਹਾਨੇ ਨਾਲ ਉਹਨਾਂ ਦੀਆਂ ਫੈਸਿਲਿਟੀਜ਼ ਤਬਾਹ ਕਰੋ, ਪਰ ਈਰਾਨ ਜਿਹਨੂੰ ਕਹਿੰਦੇ ਨੇ ਵੀ ਇਸ ਵੇਲੇ ਕੌੜਾ ਘੁੱਟ ਪੀ ਕੇ ਬੈਠਾ, ਉਹਨਾਂ ਨੇ ਹਾਲਾਂ ਇਹ ਕਿਹਾ ਕਿ ਭਾਈ ਅਸੀਂ ਹਿਜ਼ਬੁੱਲਾ ਦੇ ਡਿਪਟੀ ਲੀਡਰ ਨੇ ਵੀ ਕਿਹਾ, ਈਰਾਨ ਨੇ ਵੀ ਕਿਹਾ ਕਿ ਜੀ ਅਸੀਂ ਜਿਹੜਾ ਇਸ ਸਾਰਿਆਂ ਨੂੰ ਦੇਖਾਂਗੇ ਆਉਣ ਵਾਲੇ ਪੀਰੀਅਡ 'ਚ ਕਿਵੇਂ ਹੈ ਔਰ ਇਹ ਜਿਹੜਾ ਇਸ ਦਾ ਢੁਕਵਾਂ ਜਵਾਬ ਜਿਹੜਾ ਹੈ ਉਹ ਦਿੱਤਾ ਜਾਏਗਾ। ਉਹਨਾਂ ਨੇ ਜਿਹੜਾ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ, ਪਰ ਇਹ ਮੋਦੀ ਦਾ ਜਿਹੜਾ ਖੇਖਣ ਹੈ ਕਿ ਉਹ ਇੱਕ ਦਹਿਸ਼ਤਗਰਦ ਦਾ ਦੂਸਰੇ ਦਹਿਸ਼ਤਗਰਦ ਨੂੰ ਵਧਾਈ ਦੇਣ ਵਾਲਾ ਹੀ ਹੈ, ਲੇਕਿਨ ਇਨ ਦਾ ਐਂਡ ਇਸ ਕਿਸਮ ਦੇ ਕੰਮ ਜਿਨ੍ਹਾਂ ਨੇ ਵੀ ਦੁਨੀਆ ਦੇ ਵਿੱਚ ਦੇਖਿਆ, ਉਹ ਭਾਵੇਂ ਹਿਟਲਰ ਹੋਏ, ਮੁਸੋਲਿਨੀ ਹੋਏ, ਉਹਨਾਂ ਦਾ ਹਸ਼ਰ ਕੀ ਹੋਇਆ, ਐਂਡ ਕੀ ਹੋਇਆ, ਕਦੇ ਵੀ ਅੱਗ ਦੇ ਨਾਲ ਅੱਗ ਬੁਝਾਈ ਨਹੀਂ ਜਾਂਦੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਫਲਸਤੀਨੀਆਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਏ, ਵੈਸਟ ਬੈਂਕ ਗਾਜ਼ਾ ਦੇ ਜਿਹੜਾ ਉਸ ਨੂੰ ਲਿਬਰੇਟ ਕਰਨਾ, ਔਰ ਉਹ ਉਦੋਂ ਹੀ ਹੋਏਗਾ ਜਦੋਂ ਕੋਈ ਡਿਸਾਈਸਿਵ ਇੰਟਰਨੈਸ਼ਨਲ ਪਾਵਰ ਉਹ ਕਿਵੇਂ ਕਰੇਗੀ, ਕਿਉਂਕਿ ਇਸ ਮੁੱਦੇ ਤੇ ਇਹਨੂੰ ਐਸਕੇਲੇਟ ਕੋਈ ਵੀ ਨਹੀਂ ਕਰਨਾ ਚਾਹੁੰਦਾ ਹੈ। ਚਾਈਨਾ, ਰਸ਼ੀਆ, ਉਹ ਵੀ ਭਾਵੇਂ ਬਿਆਨਬਾਜ਼ੀਆਂ ਉਹਨਾਂ ਨੇ ਕੀਤੀਆਂ ਨੇ। ਈਵਨ ਜੇ ਈਰਾਨ, ਇਸਲਾਮਿਕ ਵਰਲਡ ਦਾ ਆਪਣਾ ਹਾਲ ਦੇਖ ਲਓ, ਸਾਊਦੀ ਅਰੇਬੀਆ ਜਾਂ UAE ਜਾਂ ਦੂਜੇ ਸਭ। ਹਾਂ, ਇਹ ਜ਼ਰੂਰ ਹੋਇਆ ਕਿ ਜਿਹੜਾ ਕੁਝ ਸਮਾਂ ਪਹਿਲਾਂ ਲੱਗਦਾ ਸੀ ਕਿ ਬਈ ਸਾਊਦੀ ਅਰੇਬੀਆ ਨੇ ਅਲਾਉ ਕਰਤਾ ਫਲਾਈਟਸ ਨੂੰ, ਔਰ UAE ਔਰ ਸਾਊਦੀ ਅਰੇਬੀਆ, ਔਰ ਜਿਵੇਂ ਅਬਰਾਹਮੈਨਿਕ ਅਕੋਰਡ ਦੇ ਥੱਲੇ ਟਰੰਪ ਨੇ ਸੀ ਕਿ ਇਹ ਮੁਲਕ ਰੈਕਗਨਾਈਜ਼ ਕਰ ਲੈਣ, ਫਲਸਤੀਨ ਦਾ ਇਸ਼ੂ ਬੈਕ ਬਰਨਰ ਤੇ ਰੱਖ ਦਈਏ। ਇਸ ਸਾਰੇ 'ਚੋਂ ਇਹ ਹੋਇਆ ਕਿ ਫਲਸਤੀਨ ਦਾ ਇਸ਼ੂ ਅਗੇਨ ਫਰੰਟ ਬਰਨਰ ਤੇ ਹੈ। ਔਰ ਇਸ ਵੇਲੇ ਕਿਉਂਕਿ ਇਸਲਾਮਿਕ ਵਰਲਡ ਖਾਸ ਤੌਰ ਤੇ ਜਿਹੜਾ ਸ਼ੇਖਡਮ ਹੈ, ਇਹਨਾਂ ਨੇ ਵੀ ਚੁੱਪੀ ਇਸ ਲਈ ਰੱਖੀ ਹੋਈ ਹੈ ਕਿਉਂਕਿ ਇਹਨਾਂ ਨੂੰ ਵੀ ਲੱਗਦਾ ਸੀ ਕਿ ਜਿਹੜਾ ਈਰਾਨ ਦਾ ਵੱਧਦਾ ਇਨਫਲੂਐਂਸ ਹੈ ਉਹ ਹਿਜ਼ਬੁੱਲਾ ਰਾਹੀਂ ਲਬਨਾਨ ਦੇ ਵਿੱਚ, ਹਮਾਸ ਰਾਹੀਂ ਗਜ਼ਾ ਦੇ ਵਿੱਚ, ਜਾਂ ਇਸੇ ਹੀ ਜਿਹੜੀ ਬਾਡੀ ਉਹਨਾਂ ਦੀ ਯਮਨ ਦੇ ਵਿੱਚ ਹੈ ਪਾਵਰਫੁਲ, ਉਹਨਾਂ ਰਾਹੀਂ ਜਿਹੜਾ ਇਨਫਲੂਐਂਸ ਇਰਾਕ ਦੇ ਵਿੱਚ ਵੱਧ ਰਿਹਾ ਹੈ, ਉਹਨੂੰ ਇਹਦੇ ਨਾਲ ਜਿਹੜੀ ਹੈ ਠੱਲ ਪਈ ਹੈ। ਸੋ ਹਰ ਕੋਈ ਆਪੋ ਆਪਣਾ ਸ਼ਿਕਾਰ ਜਿਹੜਾ ਉਹ ਸਮਝਦਾ ਹੈ ਵੀ ਉਹਦਾ ਸ਼ਿਕਾਰ ਕੋਈ ਹੋਰ ਮਾਰ ਦੇ ਤੇ ਉਹਨੂੰ ਰਿਲੀਫ ਮਿਲੇ, ਪਰ ਇੰਡੀਆ ਦਾ ਐਟੀਟਿਊਡ ਤਾਂ ਵਨ ਟੈਰਰਿਸਟ ਟੂ ਅਨਦਰ ਟੈਰਰਿਸਟ ਵਾਲਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹ ਅਰਦਾਸ ਵੀ ਅਸੀਂ ਇਹੀ ਕਰਦੇ ਹਾਂ ਵੀ ਭਾਈ ਜਿਹੜੀ ਇਹ ਐਸਕੇਲੇਸ਼ਨ ਵਾਲੇ ਪਾਸੇ ਨੂੰ ਗੱਲ ਨਾ ਜਾਵੇ। ਜਿਵੇਂ ਤੁਸੀਂ ਕਿਹਾ ਵੀ ਈਰਾਨ ਵੱਲੋਂ ਇਸ ਵਕਤ ਬੜੇ ਸੰਜਮ ਨਾਲ ਕੰਮ ਲਿਆ ਜਾ ਰਿਹਾ ਹੈ, ਭਾਵੇਂ ਪ੍ਰੋਵੋਕੇਸ਼ਨ ਇਜ਼ਰਾਈਲ ਵੱਲੋਂ ਪੂਰੀ ਕੀਤੀ ਹੋਈ ਹੈ ਇਸ ਵਕਤ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜੇ ਕਿਸੇ ਲੈਵਲ ਦੇ ਉੱਤੇ ਈਰਾਨ ਵੱਲੋਂ ਰਿਟੈਲੀਏਟ ਕੀਤਾ ਜਾਂਦਾ ਜਾਂ ਹਿਜ਼ਬੁੱਲਾ ਵੱਲੋਂ ਜਵਾਬ ਦਿੱਤਾ ਜਾਂਦਾ, ਤੇ ਇਹ ਕਿਆਸਰਾਈਆਂ ਹੈਗੀਆਂ ਨੇ ਜਿਹਦੇ ਤੇ ਡਿਬੇਟ ਵੀ ਚੱਲ ਰਹੀ ਹੈ ਇਸ ਵਕਤ ਵੀ। ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਇਹ ਵੱਧ ਸਕਦੀ ਹੈ ਤੇ ਫਿਰ ਉਸ ਪਾਸੇ ਨੂੰ ਜਾ ਸਕਦੀ ਹੈ ਵੀ ਫਿਰ ਉਹ ਕਿਸੇ ਦੇ ਕੰਟਰੋਲ 'ਚ ਨਹੀਂ ਰਹਿਣੀ ਹੈਗੀ, ਔਰ ਫਿਰ ਉਹ ਐਜ਼ ਏ ਨਿਊਕਲੀਅਰ ਐਂਡ ਹੋਏਗੀ। ਫਿਰ ਤਾਂ ਕਿਸੇ ਵੀ ਪਾਸਿਓਂ ਹੋਏ, ਜੇ ਐਸਕੇਲੇਟ ਹੁੰਦੀ ਹੈ ਫਿਰ डूबेगी कश्ती तो डूबेंगे सारे, ना बचेंगे तुम, ना बचोगे तुम, ना तुम्हारे साथी प्यारे। फिर ये जड़ा हर कोई ਉਹਦੇ ਚ ਡਰੈਗ ਹੋਏਗਾ ਉਹਦੇ ਚ। ਜੀ, ਸੋ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ।
ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਜਿੱਥੇ ਅਸੀਂ ਇੰਟਰਨੈਸ਼ਨਲ ਇਸ਼ੂਜ਼ ਦੀ ਜਾਂ ਸਿੱਖ ਪਰਸਪੈਕਟਿਵ ਤੋਂ ਅਮਰੀਕਾ ਦੇ ਵਿੱਚ ਬੈਠਿਆਂ ਅਸੀਂ ਗੱਲ ਕੀਤੀ ਹੈ ਪਹਿਲੇ 2 ਸੈਗਮੈਂਟਸ ਦੇ ਵਿੱਚ, ਹੁਣ ਭਾਰਤ ਦੇ ਹਵਾਲੇ ਨਾਲ ਵੀ ਦੇਖ ਲਈਏ ਥੋੜ੍ਹਾ ਜਿਹਾ। ਜਿਸ ਕਿਸਮ ਦੀ ਨੀਤੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ, ਐਲਾਨੀਆ ਤੌਰ ਦੇ ਉੱਤੇ ਉਹਨਾਂ ਨੇ 2014 ਤੋਂ ਜਦੋਂ ਤੋਂ ਮੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ, ਉਹਨਾਂ ਨੇ ਇਹ ਕਿਹਾ ਕਿ ਅਸੀਂ ਭਾਈ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਆ। ਹਾਲਾਂਕਿ ਉਹ ਇੱਕ ਡਿਫਰੈਂਟ ਕਿਸਮ ਦੀ ਉਹਨਾਂ ਦੀ ਨੀਤੀ ਹੈ ਵੀ ਉੱਥੇ ਉਹ ਘੱਟ ਗਿਣਤੀਆਂ ਨੂੰ ਮਾਰ ਕੇ ਕੁੱਟ ਕੇ 56 ਜਿਹਨੂੰ ਕਹਿੰਦੇ ਆ ਵੀ ਉਹਨਾਂ ਦੀ ਭਾਸ਼ਾ 'ਚ 56 ਇੰਚ ਦੀ ਜਿਹੜੀ ਉਹਨਾਂ ਦੀ ਛਾਤੀ ਹੈ ਉਹਦਾ ਮੁਜ਼ਾਹਰਾ ਕਰਦੇ ਆ ਵੀ ਅਸੀਂ ਬਹੁਤ ਵੱਡੇ ਉਹ ਹੁੰਦੇ ਆ। ਪਰ ਜਦੋਂ ਬਾਹਰਲੇ ਮੁਲਕਾਂ 'ਚ ਆਉਂਦੇ ਆ ਤੇ ਫਿਰ ਇੱਥੇ ਆ ਕੇ ਉਹ ਕਿਤੇ ਨਾ ਕਿਤੇ ਜਿਹੜੀ ਨੀਤੀ ਹੈਗੀ ਆ ਵੀ ਉਹ ਬੁੱਧਿਜ਼ਮ ਦੀ ਗੱਲ ਹੋਵੇ ਜਾਂ ਗਾਂਧੀ ਆਈਡੀਓਲੋਜੀ ਦੀ ਗੱਲ ਹੋਵੇ, ਉਹਦੇ ਥੱਲੇ ਇੱਕ ਨਰਮ ਜਿਹੀ ਲਾਈਨ ਰੱਖੀ ਹੁੰਦੀ ਆ। ਸੋ ਹੁਣ ਉਹਦੇ ਤੇ ਜਿਹੜੀ ਹਿੰਦੂਤਵਾਦ ਦੀ ਨੀਤੀ ਹੈਗੀ ਆ, ਉਹ ਮਤਲਬ ਹੁਣ ਮੁਸਲਮਾਨਾਂ ਦੇ ਖਿਲਾਫ ਵੱਡੇ ਪੱਧਰ ਤੇ ਜਿਹੜੀ ਵਾਇਲੈਂਸ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਹਰ ਰੋਜ਼ ਦੇ ਵਾਂਗ ਘਟਨਾਵਾਂ ਨੇ ਜਿਹੜੀਆਂ ਉਹ ਕਾਓ ਬੈਲਟ ਜੇ ਓਵਰਆਲ ਅਸੀਂ ਦੇਖਣੀ ਹੋਵੇ ਉਹਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਕਿਤੇ ਜਿਹੜੀ ਮਸਜਿਦ ਹੈ ਪੁਰਾਣੀ, ਅੱਜ ਵੀ ਇੱਕ ਮੇਜਰ ਖਬਰ ਸੀਗੀ 500 ਸਾਲ ਪੁਰਾਣੀ ਜਿਹੜੀ ਮਸਜਿਦ ਹੈਗੀ ਹੈ ਉਹ ਢਾਹ ਦਿੱਤੀ ਗਈ ਹੈ। ਸੋ ਮਤਲਬ ਹੁਣ ਉਹ ਇਨਕਰੋਚਮੈਂਟ ਦੇ ਥੱਲੇ ਵੀ ਹੁਣ 500 ਸਾਲ ਤੋਂ ਇਨਕਰੋਚਮੈਂਟ ਕੀਤੀ ਹੋਈ ਹੈ ਵੀ ਲਾਅ ਮੇਬੀ ਉਹ ਤਾਂ ਲਾਅਜ਼ ਹੀ ਜਿਹੜੇ ਨੇ ਉਹ ਬਾਅਦ ਦੇ ਵਿੱਚ ਬਣੇ ਨੇ ਤੇ ਤੁਸੀਂ ਕਿਹੜੀ ਗੱਲ ਕਿੱਧਰ ਜੋੜ ਰਹੇ ਹੋ। ਤੇ ਅੱਜ ਮਤਲਬ ਇੱਕ ਹੋਰ ਜਿਹੜੀ ਮੇਜਰ ਖਬਰ ਹੈਗੀ ਹੈ, ਮਹਾਰਾਸ਼ਟਰ ਦੇ ਵਿੱਚੋਂ ਵੀ ਗਊ ਮਾਤਾ ਨੂੰ ਉਹਨਾਂ ਨੇ ਰਾਜ ਮਾਤਾ ਤੇ ਗਊ ਮਾਤਾ ਦਾ ਦਰਜਾ ਦੇ ਦਿੱਤਾ ਆ। ਮਤਲਬ ਇਹ ਹਿੰਦੂਤਵਾਦ ਦੀ ਜਿਹੜੀ ਨੀਤੀ ਹੈ ਉਹ ਕਿਸ ਲੈਵਲ ਦੇ ਉੱਤੇ ਜਾ ਕੇ ਜਿਹਨੂੰ ਕਹਿੰਦੇ ਆ ਵੀ ਨੰਗਾ ਨਾਚ ਕਰ ਰਹੀ ਹੈ, ਇਹਦੇ ਤੇ ਥੋੜਾ ਜਿਹਾ ਉਹ ਕੀਤਾ ਜਾਵੇ ਤੇ ਸਾਰੀਆਂ ਜਿਹੜੀਆਂ ਘਟਨਾਵਾਂ ਇਸ ਵਕਤ ਵਾਪਰ ਰਹੀਆਂ ਨੇ ਉਹਨਾਂ ਨੂੰ ਇੱਕ ਪਰਸਪੈਕਟਿਵ ਦੇ ਵਿੱਚ ਦੇਖਿਆ ਜਾਵੇ। ਦੇਖੋ, ਜੇ ਅਸੀਂ ਕਿਉਂਕਿ ਹਰ ਵਾਰ ਜਦੋਂ ਇਸ ਕਿਸਮ ਦਾ ਕੋਈ ਵਿਸ਼ਾ ਆਉਂਦਾ ਹੈ ਤਾਂ ਫਿਰ ਮੇਰੀ ਨਜ਼ਰ 3500 ਸਾਲ ਪਹਿਲਾਂ ਤੇ ਪਹੁੰਚ ਜਾਂਦੀ ਹੈ, ਕਿਉਂਕਿ ਉਸ ਪਾਰਟ ਨੂੰ ਸਮਝੇ ਬਿਨਾ ਤੁਸੀਂ ਅੱਜ ਵਰਤਾਰਾ ਕੀ ਹੈ ਸਿਆਸੀ ਧਿਰ ਦਾ ਜਿਹਦੇ ਕੋਲ ਕੰਟਰੋਲ ਹੈ ਮੁਲਕ ਦਾ, ਜਾਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਹਕੂਮਤ ਹੈ। ਜਿਵੇਂ ਤੁਸੀਂ ਮਹਾਰਾਸ਼ਟਰ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਉਹਨਾਂ ਦੀ ਹਕੂਮਤ ਨੇ ਜਿਹੜੀਆਂ ਦੇਸੀ ਗਾਵਾਂ ਨੇ, ਇੰਡੀਜਨਸ ਕਾਊਜ਼ ਜਿਹੜੇ ਕੁਝ ਉਹਨਾਂ ਦੀਆਂ ਬਰੀਡਸ ਨੇ, ਉਹਨਾਂ ਨੂੰ ਰਾਜ ਮਾਤਾ ਗਊ ਮਾਤਾ ਕੋਟ ਅਨਕੋਟ ਇਹ ਰੁਤਬਾ ਦਿੱਤਾ ਹੈ। ਉਹਨਾਂ ਦਾ ਗਊਸ਼ਾਲਾਵਾਂ ਦੇ ਵਿੱਚ ਪਰਮਾਨੈਂਟ 100 ਰੁਪਏ ਪਰ ਡੇ ਜਾਂ ਕੁਛ ਇਸ ਕਿਸਮ ਦਾ ਅਸੀਂ ਡੀਟੇਲ ਖਬਰ ਨੂੰ ਡਿਸਕਸ ਕਰਾਂਗੇ। ਔਰ ਇਹ ਕਿਉਂਕਿ ਵਰਤਾਰਾ ਕੋਈ ਇਹ ਨਹੀਂ ਹੈ ਵੀ ਮਹਾਰਾਸ਼ਟਰ ਨੇ ਜਿਹੜਾ ਹੁਣ ਕੀਤਾ ਹੈ, ਇਸ ਤੋਂ ਪਹਿਲਾਂ ਕਿੰਨੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਆਲਰੇਡੀ ਜਿਹੜਾ ਕਾਊ ਸਲਾਟਰ ਦੇ ਉੱਤੇ ਪਾਬੰਦੀ ਹੈ। ਔਰ ਅਸੀਂ ਦੇਖਦੇ ਹਾਂ ਵੀ ਕਿਸ ਲੈਵਲ ਦੇ ਉੱਤੇ ਹਿੰਦੂ ਤਵੀਆਂ ਦੇ ਵਿਜੀਲਾਂਟੇ, ਜਿਨ੍ਹਾਂ ਨੂੰ ਗੁੰਡੇ ਗਰੁੱਪ ਕਿਹਾ ਜਾਏ, ਕਿ ਵੀ ਉਹ ਸਟੇਟਾਂ 'ਚ ਐਕਟਿਵ ਨੇ। ਈਵਨ ਆਮ ਹਾਲਤਾਂ 'ਚ ਵੀ ਜਿਹੜੇ ਕੋਈ ਗਾਵਾਂ ਮੱਝਾਂ ਵੇਚਣ ਦੇ ਲਈ ਇੱਕ ਤੋਂ ਦੂਜੀ ਥਾਂ ਲਿਜਾ ਰਹੇ ਹੁੰਦੇ ਨੇ, ਉਹਨਾਂ 'ਚ ਕਿਵੇਂ ਇਹ ਉਹਨਾਂ ਨੂੰ ਰੋਕ ਕੇ ਉਹਨਾਂ ਤੋਂ ਜੱਗਾ ਟੈਕਸ ਵਸੂਲ ਕਰਦੇ ਨੇ। ਜੱਗਾ ਟੈਕਸ ਕਹਿ ਲਓ ਜਾਂ ਇਹਨਾਂ ਨੂੰ ਗੰਗੂ ਟੈਕਸ ਕਹਿ ਲਓ, ਕੋਈ ਵੀ ਇਹਨਾਂ ਦਾ ਨਾਂ ਰੱਖਿਆ ਜਾ ਸਕਦਾ ਜੀ। ਔਰ ਮੁਸਲਮਾਨਾਂ ਦੀ ਮਾਰ ਪਿਟਾਈ, ਔਰ ਈਵਨ ਹਰਿਆਣੇ ਦੇ ਵਿੱਚ ਇੱਕ ਘਟਨਾ ਜਿਹਦੇ 'ਚ ਇੱਕ ਹਿੰਦੂ ਨੌਜਵਾਨ ਨੂੰ ਕੁੱਟ ਕੇ ਮਾਰ ਦਿੱਤਾ ਗਿਆ ਕਿ ਜੀ ਇਹ ਤਾਂ ਮਾਫੀਆ ਸੀ ਤੇ ਫਲਾਣਾ ਸੀ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਵੀ ਇਹ ਇੱਕ ਪਰਮਾਨੈਂਟ ਫੀਚਰ ਬਣ ਗਿਆ ਕਿ ਵੀ ਜਿੱਥੇ ਵੀ ਉਹਨਾਂ ਨੇ ਕਰਨਾ ਹੈ, ਕਿਵੇਂ ਜਿਹੜੀ ਲਿੰਚਿੰਗ ਦੀਆਂ ਘਟਨਾਵਾਂ ਨੇ ਉਹਦੇ 'ਚ ਆਮ ਮਾਸ ਨੂੰ ਵੀ ਕਹੋ ਜੀ ਇਹ ਤਾਂ ਬੀਫ ਹੈ, ਔਰ ਉਹਨਾਂ ਦੇ ਫਰਿੱਜ ਫੋਲੋ ਲੋਕਾਂ ਦੇ ਜਾ ਕੇ। ਸੋ ਇਹ ਪਾਰਟ ਤਾਂ ਚੱਲ ਹੀ ਰਿਹਾ, ਲੇਕਿਨ ਇਹ ਕੋਈ ਜਦੋਂ ਦੇਖੋ ਮੈਂ ਜਦੋਂ ਪ੍ਰੀ-47 ਪੀਰੀਅਡ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਵੀ ਇਹ ਜਿਹੜੀ ਇੱਕ ਹਮਾਂਗੀ ਸੀ ਉਸ ਸੁਸਾਇਟੀ ਦੇ ਵਿੱਚ
ਸਿੱਖ ਨੁਕਤਾ ਨਿਗਾਹ ਤੋਂ ਪਾਸੇ ਰੱਖ ਕੇ ਵੀ ਹੁਣ 1857 ਦਾ ਜੇ ਰਿਬੈਲੀਅਨ ਦੇਖੀਏ, ਹਾਲਾਂਕਿ ਸਿੱਖਾਂ ਦਾ ਉਹਦੇ ਤੇ ਡਿਫਰੈਂਟ ਪਰਸਪੈਕਟਿਵ ਹੈ ਕਿਉਂਕਿ ਆਲਰੇਡੀ ਉਸ ਤੋਂ ਆਲਮੋਸਟ 1846 ਦੀ ਲੜਾਈ ਦੇ ਵਿੱਚ ਜਿਹੜੀ ਜੰਗ ਹਿੰਦ ਪੰਜਾਬ ਸੀ, ਇਹਨਾਂ ਨੇ ਰੋਲ ਜਿਹੜੀਆਂ ਉਹਨਾਂ ਦੀਆਂ ਫਰੰਟਲ ਆਰਮੀਆਂ ਸੀ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਜਾਂ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਪੂਰਬੀ ਔਰ ਦੱਖਣ ਦੇ ਹਮਲਾਵਰ ਸੀ। ਸੋ ਉਹਦੇ 'ਚ ਸਿੱਖ ਪਰਸਪੈਕਟਿਵ ਨੂੰ ਜੇ 1857 'ਚ ਸਿੱਖਾਂ ਨੇ ਕਿਉਂ ਨਹੀਂ ਉਹਦੇ 'ਚ ਪਾਰਟਿਸਿਪੇਸ਼ਨ ਕੀਤੀ, ਰਾਦਰ ਆਪੋਜ਼ਿਟ ਰੋਲ ਪਲੇ ਕੀਤਾ। ਤੇ ਇਹਦੇ 'ਚ ਇਹ ਦੇਖੀਏ ਵੀ ਜਿਹੜਾ ਜਿਹਨੂੰ ਸਿਪਾਹੀ ਮਿਊਟਨੀ ਕਿਹਾ ਗਿਆ ਸਿਪਾਹੀਆਂ ਦਾ, ਉਹਦੇ 'ਚ ਤਾਂ ਯੂਪੀ ਬਿਹਾਰ ਜਿਹੜੀ ਕਊ ਬੈਲਟ ਹੈ ਜਿਸ ਨੂੰ ਤੁਸੀਂ ਕਿਹਾ, ਉਸ ਤੇ ਹਿੰਦੂ ਮੁਸਲਮਾਨ ਇਕੱਠੇ ਸੀ ਔਰ ਵੱਡੀਆਂ ਕੁਰਬਾਨੀਆਂ ਜਿਹੜੀਆਂ ਨੇ ਉਹਦੇ 'ਚ, ਔਰ ਲੀਡ ਵੀ ਉਹਦੇ 'ਚ ਮੁਹੰਮਦ ਸ਼ਾਹ ਜ਼ਫਰ ਜਿਹੜਾ ਉਸ ਨੂੰ ਬਹਾਦਰ ਸ਼ਾਹ ਜ਼ਫਰ ਜਿਹਨੂੰ ਅਖੀਰਲਾ ਬਾਦਸ਼ਾਹ ਐਲਾਨਿਆ ਗਿਆ ਸੀ। ਸੋ ਉਸ ਵੇਲੇ ਉਹ ਭਾਵੇਂ ਤੋਪਾਂ ਨਾਲ ਉਡਾਏ ਗਏ, ਮਾਰੇ ਗਏ, ਕਾਨਪੁਰ ਦੇ ਵਿੱਚ ਵਾਪਸੀ ਤੇ ਕੀ ਹੋਇਆ, ਦੂਸਰੀਆਂ ਥਾਵਾਂ ਤੇ ਕਿਵੇਂ ਪਬਲਿਕਲੀ ਹੈਂਗ ਕੀਤੇ ਗਏ, ਜੇ ਤੁਸੀਂ ਉਹਨਾਂ ਦੇ ਵਿੱਚ ਗਿਣਤੀ ਦੇਖੋਗੇ ਤੇ ਉਹ ਤਾਂ ਜਿਹੜੀ ਅੱਜ ਕਊ ਬੈਲਟ ਵਾਲਾ ਪਾਰਟ ਹੈ, ਗੰਗਾ ਜਮਨੀ ਤਹਿਜ਼ੀਬ ਵਾਲਾ, ਉਹਦੇ ਹੀ ਤਾਂ ਮੁਸਲਮਾਨ ਔਰ ਹਿੰਦੂ ਇਕੱਠਾ ਲੜਿਆ। ਫਿਰ ਐਸਾ ਕੀ ਹੋਇਆ ਓਵਰ ਏ ਪੀਰੀਅਡ ਆਫ ਟਾਈਮ ਕਿ ਆ ਜਿਹੜਾ ਸਾਰਾ ਜਿਹਦੇ ਥੱਲੇ ਅੱਜ ਹਿੰਦੂਤਵਾ ਵਾਲਿਆਂ ਦੇ ਕੋਲ ਪਾਵਰ ਆਈ, ਇਹ ਕੋਈ ਜਿਨ੍ਹਾਂ ਨੇ ਪੈਦਾ ਨਹੀਂ ਕੀਤਾ ਜਿਹੜਾ ਕਿ ਪਾਕਿਸਤਾਨ ਥਿਊਰੀ ਦੇ ਨਾਲ ਜੋੜਿਆ ਜਾਂਦਾ ਹੈ। ਇਹ ਤਾਂ ਸਭ ਤੋਂ ਪਹਿਲਾਂ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਸਾਵਰਕਰ ਜਿਹੜਾ ਪੋਲੀਟੀਕਲ ਹਿੰਦੂਤਵਾ ਦੀ ਗੱਲ ਕਰ, ਸਾਵਰਕਰ ਹੋਮੋਸੈਕਸ਼ੂਅਲ ਵੀ ਹੈ, ਸਾਵਰਕਰ ਬੀਫ ਵੀ ਖਾਂਦਾ। ਜੇ ਤੁਸੀਂ ਉਹਨਾਂ ਦੇ ਮੈਮੋਇਰਸ ਪੜ੍ਹੋ, ਜਦੋਂ ਉਹ ਪੜ੍ਹਦਾ ਲੰਡਨ ਯੂਨੀਵਰਸਿਟੀ ਦੇ ਵਿੱਚ, ਗਾਂਧੀ ਉਹਦੇ ਕੋਲ ਮਿਲਣ ਆਉਂਦਾ ਤੇ ਗਾਂਧੀ ਉਹਨੇ ਉਹ ਬੀਫ ਤਿਆਰ ਕੀਤਾ ਹੋਇਆ, ਉਹਨੂੰ ਕਹਿੰਦਾ ਵੀ ਤੁਸੀਂ ਕੋਈ ਪ੍ਰੋਟੀਨ ਨਹੀਂ ਖਾਓਗੇ, ਦੂਜਾ ਨਹੀਂ ਕਰੋਗੇ। ਗਾਂਧੀ ਆਪਣਾ ਵੈਜੀਟੇਰੀਅਨਿਜ਼ਮ ਦਾ ਦੇ ਰਿਹਾ ਔਰ ਕਿਤੇ ਵੀ। ਔਰ ਸਾਵਰਕਰ ਈਵਨ ਜੇ ਇਹ ਜਿਸ ਰਾਮ ਭਗਤ ਜਾਂ ਹਨੂਮਾਨ ਭਗਤ ਜਾਂ ਦੂਜਿਆਂ ਦੇ ਥੱਲੇ ਜਿਹੜੀ ਅੱਜ ਇੱਕ ਪਾਸੇ ਸਾਵਰਕਰ ਨੂੰ ਹੀਰੋ ਬਣਾਇਆ ਹੋਇਆ, ਇੱਕ ਪਾਸੇ ਸਾਵਰਕਰ ਤਾਂ ਈਵਨ ਏਥੀਇਸਟ ਹੈ, ਰੱਬ 'ਚ ਨਾ ਰੱਖਣ ਵਾਲਾ ਹੈ। ਉਹ ਜਦੋਂ ਹਿੰਦੂਤਵਾ ਦੀ ਗੱਲ ਕੀਤੀ, ਉਹਨੇ ਪੋਲੀਟੀਕਲ ਹਿੰਦੂਤਵਾ ਦੀ ਗੱਲ ਕੀਤੀ ਔਰ ਉਹਨੇ ਕਿਹਾ ਕਿ ਜੀ ਜਿਨ੍ਹਾਂ ਦੇ ਜਿਹੜੇ ਮਜ਼ਹਬੀ ਥਾਵਾਂ ਨੇ ਉਹ ਸਾਡੀ ਪੁੰਨ ਭੂਮੀ ਭਾਰਤ 'ਚ ਨਹੀਂ ਨੇ, ਜ਼ਾਹਰ ਈਸਾਈ ਔਰ ਮੁਸਲਮਾਨ, ਉਹ ਜਿਹੜੇ ਨੇ ਏਲੀਅਨ ਨੇ, ਜਾਂ ਉਹ ਅਡਾਪਟ ਕਰਨ ਜਾਂ ਉਹਨਾਂ ਨੂੰ ਬਾਹਰ ਕੱਢੋ, ਜਾਂ ਲੇਟਰ ਔਨ ਜੋ ਹਿਟਲਰ ਨੇ ਸੋਲੂਸ਼ਨ ਕੱਢਿਆ ਉਹਨੂੰ ਹੋਏ। ਲੇਕਿਨ ਤੁਸੀਂ ਇਹ ਦੇਖੋ ਕਿ ਵੀ ਇਹ ਜਿਹੜਾ ਮੋਦੀ ਬ੍ਰਾਂਡ ਹਿੰਦੂਤਵਾ 2014 ਤੋਂ ਆਇਆ ਜਾਂ ਉਸ ਤੋਂ ਪਹਿਲਾਂ 1990 ਦੇ ਵਿੱਚ ਜਦੋਂ ਪਾਲਮਪੁਰ ਕਨਵੈਨਸ਼ਨ ਦੇ ਵਿੱਚ ਇਹਨਾਂ ਨੇ ਰਾਮ ਮੰਦਰ ਅਯੁੱਧਿਆ ਦਾ ਮੁੱਦਾ ਇਹ ਤਾਂ ਹੈ ਹੀ ਨਹੀਂ ਸੀ ਆਈਡੀਓਲੋਜੀ ਕਿਤੇ ਵੀ ਜੀ। ਤਾਂ ਇਸ ਤੋਂ ਬਾਅਦ ਤੁਸੀਂ ਦੇਖਦੇ ਹੋ ਔਰ ਇਹ ਨੀਤੀ ਇਹ ਨਹੀਂ ਹੈ ਵੀ ਹੁਣ ਹੈ, ਜਦੋਂ ਈਵਨ ਕਾਂਗਰਸ ਦੇ ਵਿੱਚ ਵੀ ਇਹ ਜਿਹੜੀ ਗੰਗਾ ਜਮਨੀ ਤਹਿਜ਼ੀਬ ਦੀ ਬ੍ਰਾਹਮਣਵਾਦੀ ਧਾਰਾ ਵਗ ਰਹੀ ਸੀ, ਇਹਨਾਂ 'ਚ ਮਦਨ ਮੋਹਨ ਮਾਲਵੀਆ ਪ੍ਰਮੁੱਖ ਸੀ ਔਰ ਉਹਨੂੰ ਜਦੋਂ ਲੱਗਾ ਕਿ ਉਹਦਾ ਸੋਲਿਡ ਏਜੰਡਾ ਸਨਾਤਨੀ ਹਿੰਦੂ ਧਰਮ ਸੀ, ਬੁੱਤ ਪ੍ਰਸਤੀ ਵਾਲਾ, ਸਾਵਰਕਰ ਦਾ ਪੋਲੀਟੀਕਲ ਹਿੰਦੂਤਵਾ ਸੀ। ਔਰ ਜਦੋਂ ਈਵਨ ਮਦਨ ਮੋਹਨ ਮਾਲਵੀਆ ਨੂੰ ਵੀ ਲੱਗਾ ਵੀ ਕਾਂਗਰਸ ਦੇ ਵੀ ਗਾਂਧੀ ਆਪਣੇ ਤੌਰ ਤੇ ਰਾਮ ਰਾਜ ਦੇ ਨਾਂ ਥੱਲੇ ਉਹ ਬੜਾ ਹੀਡੀਅਸ ਤੌਰ ਤੇ ਏਜੰਡਾ ਤੇ ਹਿੰਦੂਤਵਾ ਦਾ ਵੀ ਪ੍ਰਮੋਟ ਕਰ ਰਿਹਾ ਸੀ, ਸਲੋ ਸੀ, ਔਰ ਹਿੰਦੂ ਮਹਾਸਭਾ ਮਦਨ ਮੋਹਨ ਮਾਲਵੀਆ ਨੇ ਫਾਊਂਡ ਕੀਤੀ। ਲੇਕਿਨ ਵਿਦਨ ਕਾਂਗਰਸ ਜੇ ਤੁਸੀਂ ਰਾਮ ਰਾਜ ਦੇ ਨਾਂ ਥੱਲੇ ਦੇਖੋ ਔਰ ਉਸ ਵੇਲੇ ਕਿਵੇਂ ਧਰਮ ਨੂੰ ਘੜੀਸ ਕੇ ਸਿਆਸਤ ਦੇ ਵਿੱਚ ਲਿਆਂਦਾ ਗਿਆ ਔਰ ਕਿਸ ਸਾਰੇ ਨੂੰ ਇਸੇ ਗੱਲ ਨੂੰ, ਔਰ ਈਵਨ ਕੱਲਾ ਇਹ ਨਹੀਂ ਸੀ ਕਿ ਹਿੰਦੂਆਂ ਨੂੰ ਹੀ ਪਲੀਜ਼ ਕਰਨ ਲਈ ਕੀਤਾ ਗਿਆ। ਜਦੋਂ ਖਿਲਾਫਤ ਮੂਵਮੈਂਟ ਚੱਲਦੀ ਹੈ ਫਸਟ ਵਰਲਡ ਵਾਰ ਐਂਡ ਹੋਣ ਤੋਂ ਬਾਅਦ, ਜਿਹੜਾ ਕਿ ਬਿਲਕੁਲ ਇਸ ਗੱਲ ਦੇ ਉੱਤੇ ਕਲੀਅਰ ਸੀ ਕਿ ਧਰਮ ਔਰ ਸਿਆਸਤ ਦਾ ਇਹਦੇ 'ਚ ਕੋਈ ਇੱਕ ਦੂਜੇ 'ਚ ਦਖਲ ਨਹੀਂ ਹੋਣਾ ਚਾਹੀਦਾ। ਹਾਲਾਂਕਿ ਖੁਦ ਉਹ ਮੁਸਲਮਾਨ ਉਹਦਾ ਵਿਰੋਧ ਕਰ ਰਿਹਾ, ਜਿਹੜੀ ਖਲੀਫੇ ਨੂੰ ਵਾਪਸ ਲਿਆ ਉਹਦੀ ਗਾਂਧੀ ਹਮਾਇਤ ਦੇ ਉੱਤੇ ਆ ਗਿਆ ਕਿਉਂਕਿ ਉਹ ਮੁਸਲਮਾਨਾਂ ਦੇ ਰਿਲੀਜੀਅਸ ਸੈਂਟੀਮੈਂਟ ਨੂੰ ਵੀ ਆਪਣੇ ਮੁਫਾਦ ਦੇ ਲਈ ਵਰਤਣਾ ਚਾਹੁੰਦਾ ਸੀ। ਸੋ ਇਹ ਜਿਹੜਾ ਮਿਲਗੋਬਾ ਪਾਰਟ, ਕਿਉਂਕਿ ਇਹਦੇ 'ਚ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਅਸੀਂ ਮਹਾਰਾਸ਼ਟਰ ਸਰਕਾਰ ਨੇ ਐਨ ਕਿਉਂਕਿ ਚੋਣਾਂ ਹੋਣ ਵਾਲੀਆਂ ਨੇ ਔਰ ਲੂਜ਼ਰ ਹੈ ਇਸ ਵੇਲੇ ਮਹਾਰਾਸ਼ਟਰ ਦੇ ਵਿੱਚ ਲੂਜ਼ ਕਰੇਗੀ ਬੀਜੇਪੀ ਔਰ ਜਿਹੜੀ ਵੀ ਸ਼ਿੰਦੇ ਸਰਕਾਰ ਹੈ। ਸੋ ਉਹਨਾਂ ਨੇ ਅਗੇਨ ਜਿਹੜਾ ਹਿੰਦੂਤਵਾ ਦੇ ਏਜੰਡੇ ਦੇ ਉੱਤੇ ਜਾਂਦੇ ਆ ਰਾਜ ਮਾਤਾ ਤੇ ਗਊ ਮਾਤਾ ਤੇ ਇਸ ਦੀ ਸ਼ੁਰੂਆਤ ਕੀਤੀ। ਲੇਕਿਨ ਜੇ ਅਸੀਂ ਇਸ ਸਾਰੇ ਨੂੰ ਦੇਖੀਏ, ਅਜੇ ਕੁਝ ਹਫ਼ਤੇ 2 ਹਫ਼ਤੇ ਪਹਿਲਾਂ ਹੀ ਆਂਧਰਾ ਪ੍ਰਦੇਸ਼ ਦਾ ਨਾਇਡੂ ਜਿਹਦੀ ਹਮਾਇਤ ਦੇ ਉੱਤੇ ਤੇ ਨਤੀਸ਼ ਕੁਮਾਰ ਦੀ ਹਮਾਇਤ ਤੇ 240 ਸੀਟਾਂ ਵਾਲੀ ਬੀਜੇਪੀ ਰੂਲ ਕਰ ਰਹੀ ਹੈ, ਉਹਨੇ ਤ੍ਰਿਪਤੀ ਮੰਦਰ ਜਿਹੜਾ ਆਂਧਰਾ ਪ੍ਰਦੇਸ਼ ਦਾ ਬਹੁਤ ਪੁਰਾਣਾ ਔਰ ਬਹੁਤ ਮਾਨਤਾ ਵਾਲਾ ਮੰਦਰ ਹੈ ਜਿੱਥੇ ਸਾਲ ਦੇ ਵਿੱਚ 1 ਟਨ ਸੋਨਾ ਜਿਹੜਾ ਹੈ ਉਹ
ਚੜ੍ਹਦਾ ਔਰ ਉੱਥੇ ਜਿਹੜਾ ਉਹ ਤ੍ਰਿਪੁਟੀ ਦੇ ਲੱਡੂ, ਕਿਉਂਕਿ ਐਜ਼ ਏ ਉਹ ਵੇਚਦੇ ਵੀ ਨੇ, ਸ਼ਰਧਾਲੂਆਂ ਨੂੰ ਵੀ ਦਿੰਦੇ ਨੇ, ਕੀ ਉਹਨਾਂ ਦਾ ਸਿਸਟਮ ਹੈ। ਲੇਕਿਨ ਪਹਿਲਾਂ ਤਾਂ ਨਾਇਡੂ ਨੇ ਸਤੰਬਰ ਮਹੀਨੇ 'ਚ ਇੱਕ ਜਿਹੜੀ ਜੁਲਾਈ ਦੇ ਸੀ ਕਿ ਜੀ ਉੱਥੇ ਜਿਹੜਾ ਘਿਓ ਹੈ ਉਸ ਦੇ ਵਿੱਚ ਜਿਹੜੀ ਹੈ ਉਹਦੀ ਚਰਬੀ ਬੀਫ ਦੀ ਔਰ ਫਿਸ਼ ਆਇਲ ਮਿਲਿਆ। ਹਾਲਾਂ ਜਦੋਂ ਤੁਸੀਂ ਉਹ ਸਾਰੇ ਨੂੰ ਦੇਖਦੇ ਹੋਣੇ, ਕੇਸ ਸੁਪਰੀਮ ਕੋਰਟ ਦੇ ਕੋਲ ਹੈ ਕਿ ਭਾਈ ਉੱਥੇ ਤਾਂ ਉਹਨਾਂ ਦੀਆਂ ਆਪਣੀਆਂ ਮਸ਼ੀਨ ਟੈਸਟਿੰਗ ਹੈ, ਆਪਣਾ ਪਾਰਟ ਹੈ। ਔਰ ਸ਼ੁਕਰ ਇਸ ਗੱਲ ਦਾ ਵੀ ਕੋਈ ਉਹ ਸਪਲਾਈ ਕਰਨ ਵਾਲਾ ਘਿਓ ਜਾਂ ਦੂਜਾ ਮੁਸਲਮਾਨ ਨਹੀਂ ਸੀ। ਹੁਣ ਤੱਕ ਤਾਂ ਉਹਨਾਂ ਨੇ ਹਜ਼ਾਰਾਂ ਮਾਰੇ ਹੋਣੇ ਸੀ। ਸੋ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਿੰਦੂਤਵਾ ਦੇ ਏਜੰਡੇ ਨੂੰ ਕਿਵੇਂ ਲਿਆ ਰਹੇ ਨੇ। ਇੱਕ ਪਾਸੇ ਤੁਸੀਂ ਦੇਖਦੇ ਹੋ ਔਰ ਸੁਪਰੀਮ ਕੋਰਟ ਨੇ ਝਾੜ ਵੀ ਪਾਈ ਹੈ ਕਿ ਵੀ ਜੇ ਇਹ ਧਰਮ ਤੇ ਰਾਜਨੀਤੀ ਨੂੰ ਮਤ ਮਿਲਾਓ। ਨੇ ਨਾਇਡੂ ਨੂੰ ਕਿਹਾ ਵੀ ਜੇ ਤੁਹਾਡੇ ਕੋਲ ਸਪੈਸੀਫਿਕ ਨਹੀਂ ਸੀ, ਜੁਲਾਈ ਦੀ ਰਿਪੋਰਟ ਹੈ, ਸਤੰਬਰ 'ਚ ਇਹ ਕਹਿਣਾ, ਪਰ ਕਿਉਂਕਿ ਉਸ ਤੋਂ ਪਿਛਲੀ ਹਕੂਮਤ ਜਗਨਨਾਥ ਰੈਡੀ ਦੀ ਸੀ, ਕਾਂਗਰਸ ਦੀ, ਔਰ ਜਗਨਨਾਥ ਰੈਡੀ ਜਿਹੜਾ ਉਹ ਈਸਾਈ ਹੈ ਔਰ ਉਹਨੂੰ ਉਹਦੇ ਨਾਲ ਜੋੜ ਕੇ, ਹਾਲਾਂ ਉਹ ਹਰ ਮਹੀਨੇ ਦੇ ਵਿੱਚ ਉੱਥੇ ਤ੍ਰਿਪਤੀ ਮੰਦਿਰ ਪਹੁੰਚਿਆ ਹੁੰਦਾ ਸੀ ਪੂਜਾ ਦੇ ਲਈ। ਸੋ ਇੱਕ ਪਾਸੇ ਆਂਧਰਾ ਦੇ ਵਿੱਚ ਇਹ, ਔਰ ਜਿਵੇਂ ਹਿਮਾਚਲ ਦਾ ਤੁਸੀਂ ਜ਼ਿਕਰ ਕੀਤਾ, ਮਾਲ ਰੋਡ ਰਿਜ ਦੇ ਉੱਤੇ ਦਾ ਮਾਲ ਜਿਹਨੂੰ ਕਹਿੰਦੇ ਨੇ, ਉਸ ਦੇ ਉੱਤੇ ਇੱਕ ਮਸਜਿਦ ਕਿੰਨੀ ਪੁਰਾਣੀ, ਉੱਥੇ ਹੁਣ ਹਿਮਾਚਲ 'ਚ ਕਿਉਂਕਿ ਬੀਜੇਪੀ ਪਾਵਰ ਤੋਂ ਬਾਹਰ ਹੈ, ਉੱਥੇ ਉਹਨਾਂ ਨੇ ਉੱਥੇ ਵੀ ਸ਼ੁਰੂ ਕਰ ਲਿਆ, ਸ਼ਿਮਲਾ 'ਚ ਵੀ, ਕੁੱਲੂ 'ਚ ਵੀ ਸ਼ੁਰੂ ਕਰ ਲਿਆ ਕਿ ਜੀ ਇਹ ਫਲਾਣੀ ਮਸਜਿਦ ਤੇ ਫਲਾਣੀ ਐਨਕਰੋਚਮੈਂਟ ਹੈ, ਉੱਥੇ ਵੀ ਮੰਦਰ ਮਸਜਿਦ ਦਾ ਝਗੜਾ ਖੜਾ ਕਰੋ। ਕਿਉਂਕਿ ਹੁਣ ਉਹਨਾਂ ਨੇ ਇੱਥੇ ਤ੍ਰਿਪਤੀ ਮੰਦਰ ਦਾ ਲੱਡੂ ਜਿਹੜਾ ਉਸ ਦੇ ਨਾਂ ਥੱਲੇ ਜਿਹੜਾ ਜੀ ਹੁਣ ਸ਼ੁੱਧੀਕਰਨ ਹੋਏਗਾ। ਔਰ ਦੂਜਾ ਉਹ ਸ਼ੰਕਰਾਚਾਰੀਆਂ ਨੂੰ ਕੋ ਪੁੱਛ ਰਿਹਾ ਸੀ ਕਿ ਜੀ ਜਿਨ੍ਹਾਂ ਨੇ ਲੱਡੂ ਖਾਧੇ 5 ਸਾਲ 'ਚ ਉਹਨਾਂ ਦਾ ਸ਼ੁੱਧੀਕਰਨ ਕਿਵੇਂ ਹੋਏ। ਉਹ ਉਹਨਾਂ ਨੂੰ ਕਹਿ ਰਿਹਾ ਜੀ 5 ਗਵਿਆ ਖਾਓ, ਫਲਾਣਾ ਕਰੋ। ਪਰ ਇਸ ਸਾਰਿਆਂ ਦਾ ਇੱਕ ਗੱਲ ਦਾ ਧਿਆਨ ਰਿਹਾ ਕਿ ਬਈ ਮੈਂ ਇੱਕ ਵੱਡਾ ਸਕਾਲਰ ਸੀ ਸਾਊਥ ਏਸ਼ੀਆ ਦਾ, ਉਹਨੂੰ ਮੈਂ ਕਿਹਾ ਜੀ ਇਹ ਜਿਹੜਾ ਪਾਕਿਸਤਾਨ ਦਾ 1940 'ਚ ਜਿਹੜਾ ਮਤਾ ਪੇਸ਼ ਹੋਇਆ 23 ਮਾਰਚ ਨੂੰ, ਜਿਹਦੇ 'ਚ ਹਾਲਾਂਕਿ ਪਾਕਿਸਤਾਨ ਲਫ਼ਜ਼ ਨਹੀਂ ਸੀ, ਲਾਹੌਰ ਡੈਕਲੇਰੇਸ਼ਨ ਜਿਹਨੂੰ ਕਿਹਾ, ਇਹਦੀ ਇਮੀਡੀਏਟ ਪ੍ਰੋਵੋਕੇਸ਼ਨ ਕੀ ਸੀ। ਉਹਨੇ ਕਿਹਾ ਜੀ 1937 ਦੇ ਵਿੱਚ ਜਦੋਂ ਇਲੈਕਸ਼ਨਾਂ ਹੋਈਆਂ, ਪ੍ਰੋਵਿੰਸਿਸ ਦੇ ਵਿੱਚ ਕਾਂਗਰਸ ਦੀਆਂ ਹਕੂਮਤਾਂ ਬਣੀਆਂ, ਕਹਿੰਦੇ ਵੀ ਜੋ ਅੱਜ ਤੁਸੀਂ ਦੇਖ ਰਹੇ ਹੋ ਨਾ RSS ਕਰ ਰਿਹਾ, ਕਿਤੇ ਸੂਰਿਆ ਨਮਸਕਾਰ, ਕਿਤੇ ਦੂਸਰਾ, ਔਰ ਉਹਨਾਂ ਨੇ ਕਿਹਾ ਜੀ ਕਾਂਗਰਸ ਹਕੂਮਤ ਨੇ, ਕਿਉਂਕਿ ਉਦੋਂ ਮੁਸਲਿਮ ਲੀਗ ਦੇ ਕੋਲ ਪਾਵਰ ਨਹੀਂ ਸੀ ਆਈ, ਆਹੀ ਕੁਝ ਸ਼ੁਰੂ ਕਰ ਦਿੱਤਾ ਸੀ। ਤੇ ਉਹਨਾਂ ਨੂੰ ਰਿਅਲਾਈਜ਼ ਹੋਇਆ ਮੁਸਲਮਾਨਾਂ ਨੂੰ ਕਿ ਵੀ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ, ਔਰ ਜੇ ਇਹਨਾਂ ਨੇ ਇਸ ਲੈਵਲ ਦੇ ਉੱਤੇ ਜਾ ਕੇ ਹਿੰਦੂ ਪ੍ਰੈਕਟਿਸਿਸ ਜਿਹੜੀਆਂ ਉਹ ਸਰਕਾਰੀ ਤੌਰ ਤੇ ਸ਼ੁਰੂ ਕਰ ਦਿੱਤੀਆਂ ਨੇ, ਤਾਂ ਜਦੋਂ ਇਹਨਾਂ ਕੋਲ ਪਾਵਰ ਆਏਗੀ ਕਿਵੇਂ। ਇਹ ਸਭ ਤੋਂ ਵੱਡੀ ਪ੍ਰੋਵੋਕੇਸ਼ਨ ਸੀ। ਸੋ ਅਸੀਂ ਸਮਝਦੇ ਹਾਂ ਵੀ ਗਾਂਧੀ ਨੇ ਵੀ ਰਾਮ ਰਾਜ ਦੇ ਨਾਂ ਥੱਲੇ ਉਸ ਸਾਰੇ ਨੂੰ ਲਿਆ ਕੇ ਵਿੱਚ ਵਾੜਿਆ, ਔਰ ਇਹ ਕਿਤੇ ਨਾ ਕਿਤੇ, ਔਰ 47 ਤੋਂ ਬਾਅਦ ਇੱਕ ਵੱਡਾ ਟੈਸਟ ਕਾਂਗਰਸ ਦਾ ਸੀ ਸੋਮਨਾਥ ਮੰਦਰ ਜੀ। ਹਾਲਾਂ ਨਹਿਰੂ ਨਹੀਂ ਸੀ ਚਾਹੁੰਦਾ ਕਿ ਵੀ ਉਹਨੂੰ ਸਰਕਾਰੀ, ਰਾਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਸੀ, ਸੋਮਨਾਥ ਪਟੇਲ ਹੋਮ ਮਿਨਿਸਟਰ ਸੀ। ਸੋ ਸੋਮਨਾਥ ਦਾ ਮੰਦਰ ਜਿਹੜਾ 1000 ਸਾਲ ਪਹਿਲਾਂ ਮਹਿਮੂਦ ਗਜ਼ਨਵੀ ਨੇ ਡਿਸਟਰੋਏ ਕੀਤਾ ਸੀ, ਉਹਨੂੰ ਉਹਨਾਂ ਨੇ ਡਾਕਟਰ ਰਾਜਿੰਦਰ ਪ੍ਰਸਾਦ ਔਰ ਪਟੇਲ ਦੀ ਇੰਟਰਵੈਂਸ਼ਨ ਦੇ ਥੱਲੇ ਸਰਕਾਰੀ ਖਰਚ ਤੇ ਬਣਵਾਇਆ। ਸੋ ਆਲਰੇਡੀ ਕੋਈ ਇਹ ਨਹੀਂ ਹੈ ਵੀ ਇਹ ਠੀਕ ਹੈ ਵੀ ਸੌਫਟ ਹਿੰਦੂਤਵਾ ਤੇ ਹਾਰਡ ਹਿੰਦੂਤਵਾ ਨਾਲ ਚੱਲ ਰਹੇ। ਹੁਣ ਈਵਨ ਹਿਮਾਚਲ 'ਚ ਕਾਂਗਰਸ ਦੀ ਹਕੂਮਤ ਹੈ, ਮਸਜਿਦ ਦਾ ਹੋ ਗਿਆ ਜੀ, ਅਸੀਂ ਉਹ ਮੰਨ ਲਿਆ ਉਹਨਾਂ ਨੇ ਕਿ ਜੀ ਉਹਨੂੰ ਜਿਹੜਾ ਉਹ ਢਾਹ ਦੇਣਗੇ। ਲੇਕਿਨ ਇੱਕ ਕਾਂਗਰਸ ਦਾ ਮਿਨਿਸਟਰ ਹਿਮਾਚਲ ਦਾ, ਜਿਹਨੂੰ ਬਾਅਦ 'ਚ ਉਹਨਾਂ ਦੀ ਹਾਈ ਕਮਾਂਡ ਨੇ ਸਨੱਬ ਕੀਤਾ, ਉਹ ਇਹ ਕਹਿ ਰਿਹਾ ਕਿ ਜੀ ਜਿੰਨੀਆਂ ਈਟਰੀਜ਼ ਨੇ, ਜਿੰਨੀਆਂ ਰੇਹੜੀਆਂ ਲੱਗਦੀਆਂ ਖਾਣ ਪੀਣ ਦਾ ਜਾਂ ਦੂਜਾ, ਉਹ ਆਪਣਾ ਸਾਈਨ ਡਿਸਪਲੇ ਕਰਨਗੇ ਵੀ ਉਹਨਾਂ ਦੇ ਨਾਂ ਕੀ ਨੇ ਬੰਦਿਆਂ ਦੇ। ਉਹੀ ਕਿ ਵੀ ਤੁਸੀਂ ਜਿਵੇਂ ਉਹ ਨਾਜ਼ੀਆਂ ਦੇ ਵੇਲੇ ਸੀ ਕਿ ਜੀ ਇੱਥੇ ਮੋਢੇ ਦੇ ਉੱਤੇ ਆਪਣਾ ਬੰਨੋ ਇੱਕ ਯੈਲੋ ਸਟਾਰ ਲਾਓ ਕਿ ਤੁਸੀਂ ਯਹੂਦੀ ਹੋ, ਕਿਉਂਕਿ ਇਹ ਕੰਮ ਉਹਨੇ ਆਦਿੱਤਿਆਨਾਥ ਯੋਗੀ ਨੇ ਸ਼ੁਰੂ ਕੀਤਾ ਯੂਪੀ ਦੇ ਵਿੱਚ। ਹਿਮਾਚਲ ਦੀ ਕਾਂਗਰਸ ਸਰਕਾਰ ਦਾ ਮਿਨਿਸਟਰ ਜਿਹੜਾ ਉਸ ਦੀ ਐਡਵੋਕੇਸੀ ਕਰ ਰਿਹਾ, ਭਾਵੇਂ ਬਾਅਦ 'ਚ ਸਨੱਬ। ਸੋ ਅਸੀਂ ਕੁੱਲ ਮਿਲਾ ਕੇ ਦੇਖਾਂਗੇ ਤਾਂ ਇਹ ਇਕੱਲਾ ਇੱਕ ਪਾਸਿਓਂ ਨਹੀਂ। ਐਜੂਕੇਸ਼ਨ ਵਾਈਜ਼ ਤੁਸੀਂ ਦੇਖੋ, ਜੇ ਦਿੱਲੀ ਦੇ ਸਕੂਲਾਂ 'ਚ ਜਾਂ ਪੰਜਾਬ ਦੇ ਸਕੂਲਾਂ 'ਚ ਗਣੇਸ਼ ਪੂਜਾ, ਆਰਤੀ, ਖਾਲਸਾ ਸਕੂਲਾਂ ਦੇ ਸਿੱਖ ਬੱਚਿਆਂ ਦੀ ਟੀਚਰ ਜਿਹੜੀ ਆ ਉਹ ਦੀਵੇ ਬਾਲ ਕੇ ਤੇ ਉਹ ਜਿਹੜਾ ਹਰੀ ਓਮ ਜੈ ਜਗਦੀਸ਼ ਹਰੇ ਕਰਵਾ ਰਹੀ ਹੈ, ਜਾਂ ਅਦਰਵਾਈਜ਼ ਜਿਹੜਾ ਉਹ ਤੁਹਾਡੇ ਈਵਨ ਜਿਹੜੇ RSS ਵਾਲੇ ਸਕੂਲ ਨੇ ਪੰਜਾਬ 'ਚ ਸੈਂਕੜਿਆਂ ਦੇ ਵਿੱਚ, ਉਹਨਾਂ ਦੇ ਵਿੱਚ ਤੁਹਾਡੇ ਪੰਜਾਬੀ ਬੋਲਣ ਤੇ ਪਾਬੰਦੀ ਹੈ। ਇਹ ਸਾਰਾ ਪਾਰਟ ਚੱਲ ਰਿਹਾ ਆਪਣੇ ਲਈ। ਐਵੇਂ ਨਹੀਂ ਕੇਰਲਾ ਦੀ
ਹਕੂਮਤ ਵਾਲੇ ਜੰਤਰ ਮੰਤਰ ਰੋਡ ਤੇ ਆ ਕੇ ਬੈਠੇ ਵੀ ਜਿਹੜੀ ਤੁਸੀਂ ਸਿੱਖਿਆ ਪ੍ਰਣਾਲੀ ਜਿਹੜੀ ਲਿਆ ਕੇ ਕਰ ਰਹੇ ਹੋ ਇਹ ਤਾਂ ਸਾਡੀ ਤਹਿਜ਼ੀਬ ਸਾਡੀ ਬੋਲੀ ਨੂੰ ਖਤਮ ਕਰੇਗੀ। ਜੀ ਔਰ ਮੈਂ ਅਕਸਰ ਕਿਉਂਕਿ ਇਹ ਤਾਂ ਖਬਰ ਦਾ ਕੋਈ ਬਹੁਤੀ ਅਹਿਮੀਅਤ ਨਹੀਂ ਹੈ ਕਿਉਂਕਿ ਇਹ ਚੱਲ ਹੀ ਰਿਹਾ ਔਰ ਮੈਂ ਸ਼ਾਇਦ ਅੱਗੇ ਵੀ ਇਹ ਗੱਲ ਸੁਣਾਈ ਸੀ ਕਿ ਵੀ ਗਿਆਨੀ ਸ਼ੇਰ ਸਿੰਘ ਇੱਕ ਵੱਡੇ ਲੀਡਰ ਹੋਏ ਜਿਹੜੇ ਸਿੱਖਾਂ ਦੇ ਹਾਲਾਂ ਬਲਾਈਂਡ ਸੀ ਉਹ ਤਾਂ 1930ਵਿਆਂ 'ਚ ਇੱਕ ਕੋਈ ਸਾਰੇ ਧਰਮਾਂ ਦੀ ਸਦਭਾਵਨਾ ਦੀ ਕੋਈ ਕਾਨਫਰੰਸ ਲਖਨਊ ਦੇ ਵਿੱਚ ਹੋਈ। ਉਹਦੇ 'ਚ ਗਿਆਨੀ ਸ਼ੇਰ ਸਿੰਘ ਸਿੱਖਾਂ ਨੂੰ ਰਿਪਰੈਜ਼ੈਂਟ ਕਰ ਰਹੇ ਸੀ, ਮਦਨ ਮੋਹਨ ਮਾਲਵੀਆ ਹਿੰਦੂਆਂ ਵੱਲੋਂ ਸੀ ਔਰ ਉਹ ਗਿਆਨੀ ਜੀ ਕਹਿੰਦੇ ਨੇ ਵੀ ਅਸੀਂ ਇਕੱਠੇ ਠਹਿਰੇ ਤੇ ਉਹਦੇ 'ਚ ਜਦੋਂ ਮਦਨ ਮੋਹਨ ਮਾਲਵੀਆ ਨੇ ਆਪਣਾ ਜਿਹੜਾ ਪੱਕਾ ਸਨਾਤਨੀ ਸੀ ਔਰ ਜਿਹੜੇ ਧਿਆਨ ਰਹੇ ਸਿੱਖਾਂ ਨੂੰ ਕਿ ਦੁਰਗਿਆਣਾ ਮੰਦਿਰ ਜਿਹੜਾ ਬਿਲਕੁਲ ਦਰਬਾਰ ਸਾਹਿਬ ਦੇ ਮਾਡਲ ਤੇ ਇਹ ਮਦਨ ਮੋਹਨ ਮਾਲਵੀਆ ਦੀ ਦੇਣ, ਬਿਰਲਾ ਮੰਦਿਰ ਸੇਠ ਬਿਰਲੇ ਤੋਂ ਪੈਸੇ ਹਾਲਾਂ ਅਜੇ ਕਈ ਸਿੱਖ ਕਹਿਣਗੇ ਜੀ ਉਹ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਕਿ ਹਰ ਹਿੰਦੂ ਆਪਣੇ ਇੱਕ ਮੁੰਡੇ ਨੂੰ ਸਿੱਖ ਬਣਾਏ। ਮਤਲਬ ਅਸੀਂ ਜਿਹੜੀ ਕਿਸੇ ਦਾ ਥਾਟ ਹੈ ਉਸ ਦੀ ਥਾਂ ਉਹਨੂੰ ਉਹਦੀ ਤਾਰੀਫ ਕਰਨ ਤੇ ਜਾਂਦੇ ਹਾਂ। ਉਹ ਗਿਆਨੀ ਸ਼ੇਰ ਸਿੰਘ ਕਹਿੰਦੇ ਨੇ ਜੀ ਮਦਨ ਮੋਹਨ ਮਾਲਵੀਆ ਨੇ ਜਿਹੜਾ ਲੈਕਚਰ ਕੀਤਾ ਉਹ ਬੜਾ ਸਦਭਾਵਨਾ ਵਾਲਾ ਸੀ ਕਿ ਮੁਸਲਮਾਨ ਔਰ ਸਾਡੇ ਭਰਾ ਤੇ ਇਹ ਉਹ ਕਹਿੰਦੇ ਸੀ ਸ਼ਾਮ ਨੂੰ ਜਦੋਂ ਇਕੱਠੇ ਹੋਏ ਹਾਲਾਂ ਉਹ ਹਰ ਇੱਕ ਨੂੰ ਮਿਲਣ ਤੋਂ ਬਾਅਦ ਮੁਸਲਮਾਨ ਨੂੰ ਜਾਂ ਈਵਨ ਅੰਗਰੇਜ਼ ਨੂੰ ਵੀ ਉਹਨੇ ਗੰਗਾ ਜਲ ਨਾਲ ਰੱਖਿਆ ਸੀ। ਮਦਨ ਉਹਦੇ ਨਾਲ ਹੱਥ ਹੁੰਦਾ ਸੀ ਕਿ ਮਲੇਸ਼ ਨਾਲ ਹੱਥ ਮਿਲਾਏ ਨੇ ਭਿੱਟ ਗਏ ਨੇ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਮਾਲਵੀਆ ਨੂੰ ਕਿ ਜੀ आज पंडित जी आपने तो कमाल कर दिया जैसा आपने भाषण दिया क्या आप वो कहते ज्ञानी जी छोड़ो इस बात को। मैंने क्या कहा एक बार अंग्रेज़ों को यहाँ से जा लेने दो, हम तो शिक्षा प्रणाली में संशोधन करके ही मुसलमानों की मुसलमानी निकाल देंगे। वो कहते भी मैं सोचा भी जे मुसलमानों की मुसलमानी कढ़ देंगे शिक्षा प्रणाली एजुकेशन। ਅੱਜ ਤੁਸੀਂ ਪੰਜਾਬ ਦੇ ਵਿੱਚ ਹਾਲ ਦੇਖ ਲਓ, ਕੇਰਲਾ ਵਾਲੇ ਆ ਕੇ ਪ੍ਰੋਟੈਸਟ ਕਰ ਰਹੇ ਨੇ, ਪੰਜਾਬ ਵਾਲਾ ਕੋਈ ਨਹੀਂ ਬੋਲ ਰਿਹਾ ਕਿ ਭਾਈ ਐਜੂਕੇਸ਼ਨ ਕਨਸਟੀਟਿਊਸ਼ਨ ਦੇ ਵਿੱਚ ਸਟੇਟ ਸਬਜੈਕਟ ਹੈ। ਪਹਿਲਾਂ ਤਾਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੇ ਦੂਜਿਆਂ ਰਾਹੀਂ ਵੜਦੇ ਸੀ, ਹੁਣ ਤੁਹਾਡੇ ਸਕੂਲ ਲੈਵਲ ਦੇ ਉੱਤੇ ਪ੍ਰਾਇਮਰੀ ਜੋ ਕੁਝ ਵੀ ਯੋਗਾ, ਹੁਣ ਜੇ ਤੁਹਾਡੇ ਯੋਗਾ ਕੀ ਹੈ ਉਹ ਹਠ ਯੋਗਾ ਉਹੀ ਜੁੜਿਆ ਹੋਇਆ ਪਤੰਜਲੀ ਦੇ ਨਾਲ, ਉਹ ਤੁਹਾਡਾ ਇੱਕ ਇੰਪੋਰਟੈਂਟ ਸਬਜੈਕਟ ਬਣ ਗਿਆ। ਤੁਹਾਡੇ ਮਿਨਿਸਟਰਾਂ ਤੋਂ ਲੈ ਕੇ ਆਮ ਵੀ ਜਿਹੜੇ ਨੇ ਪੁੱਠੇ ਲਟਕ ਰਹੇ ਹੁੰਦੇ ਨੇ ਕਿ ਜੀ ਇਹ ਯੋਗਾ ਡੇ ਬਣਾਤਾ। ਸੋ ਇਸ ਕੰਟੈਕਸਟ ਦੇ ਵਿੱਚ ਜੇ ਇਸ ਖਬਰ ਨੂੰ ਤੁਸੀਂ ਦੇਖੋਗੇ ਠੀਕ ਹੈ ਕਿ ਮਹਾਰਾਸ਼ਟਰ 'ਚ ਚੋਣਾਂ ਨੇ, ਹਿੰਦੂ ਵੋਟ ਦੇ ਉੱਤੇ ਉਹ ਕਾਊਂਟ ਕਰਦੇ ਨੇ, ਹਾਰ ਰਹੇ ਨੇ ਔਰ ਉਹਦੇ 'ਚ ਜਿਹੜਾ ਉਹਨਾਂ ਦਾ ਅਹੈਡ ਆਫ ਪੋਲਸ ਇਹ ਦਾ ਹਿੰਦੂ ਦੀ ਖਬਰ ਹੈ। ਮਹਾਰਾਸ਼ਟਰ ਗਵਰਨਮੈਂਟ ਡਿਕਲੇਅਰਸ ਇੰਡੀਜਨਸ ਕਾਊ ਬਰੀਡਸ ਐਜ਼ ਰਾਜਯ ਮਾਤਾ ਗਊ ਮਾਤਾ, ਆਪੋਜੀਸ਼ਨ ਸਲੈਮਸ ਮੂਵ। ਆਪੋਜੀਸ਼ਨ ਤੇ ਰਹਿਣੇ ਉਹਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਸਰਕਾਰ ਨੇ ਕੈਬਨਿਟ ਨੇ ਫੈਸਲਾ ਕੀਤਾ ਕਿ ਅਸੀਂ ਸਬਸਿਡੀ ਸਕੀਮ ਦੇ ਰਹੇ ਹਾਂ ਜਿਹਦੇ ਥੱਲੇ ਜਿਹੜੀਆਂ ਗਾਵਾਂ ਨੇ ਦੇਸੀ ਗਾਵਾਂ ਉਹਨਾਂ ਨੂੰ 50 ਰੁਪਏ ਪਰ ਕਾਊ ਪਰ ਡੇ ਜਿਹੜਾ ਉਹ ਸਰਕਾਰ ਦੇਗੀ ਗਊਸ਼ਾਲਾਵਾਂ ਨੂੰ। ਔਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਜਿਹੜਾ ਗਾਵਾਂ ਦਾ ਚਾਰਾ ਵੀ ਆ ਸਕਦਾ ਹੈ ਔਰ ਇਹ ਇੰਡੀਜਨਸ ਬਰੀਡਸ ਨੂੰ ਸੰਭਾਲਿਆ ਜਾਏਗਾ ਕਿਉਂਕਿ ਇਹ ਜਿਹੜੀ ਇੰਡੀਜਨਸ ਕਾਊ ਬਰੀਡ ਹੈ ਸਾਡੀ ਰਾਜ ਮਾਤਾ ਗਊ ਮਾਤਾ ਹੈ। ਬਹੁਤ ਪ੍ਰਾਚੀਨ ਜ਼ਮਾਨੇ ਤੋਂ ਸਿੰਸ ਐਂਸ਼ੀਅੰਟ ਟਾਈਮਸ ਗਾਵਾਂ ਨੇ ਬਹੁਤ ਵੱਡਾ ਰੋਲ ਹਿਊਮਨ ਬੀਇੰਗਸ ਦੇ ਲਈ ਕੀਤਾ ਹੈ। ਇਸੇ ਲਈ ਅਸੀਂ ਇਹਨੂੰ ਵੈਦਿਕ ਟਾਈਮਸ ਤੋਂ ਹੀ ਕਾਮਧੇਨੂ ਕਹਿੰਦੇ ਹਾਂ ਔਰ ਅੱਡ ਜਿਹੜੀਆਂ ਨੇ ਉਹਦੀਆਂ ਬਰੀਡਸ ਨੇ ਔਰ ਮਹਾਰਾਸ਼ਟਰ ਦੇ ਵਿੱਚ ਔਰ ਜਿਹੜਾ ਗਾਂ ਦਾ ਦੁੱਧ ਹੈ ਉਸ ਦੇ ਵਿੱਚ ਬਹੁਤ ਸਾਰੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਹੈ ਬਾਕੀਆਂ ਨਾਲੋਂ ਜ਼ਿਆਦਾ ਹੁੰਦੀ ਹੈ। ਕੰਪਲੀਟ ਆਪਣੇ ਆਪ ਫੂਡ ਹੁੰਦਾ ਹੈ, ਇਹਦੀ ਹਿਊਮਨ ਡਾਈਟ ਦੇ ਵਿੱਚ ਵੀ ਹੁੰਦਾ ਹੈ। ਔਰ ਪੰਜ ਗਵਿਆ ਜਿਹੜਾ ਮਿਕਸਚਰ ਹੈ 5 ਪ੍ਰੋਡਕਟਸ ਦਾ ਗਾਵਾਂ ਤੋਂ। ਹੁਣ ਪੰਜ ਗਵਿਆ ਕੀ ਹੈ? ਦੁੱਧ, ਮੱਖਣ, ਦਹੀਂ, ਗੋਆ ਤੇ ਮੂਤਰ। ਇਹ ਪੰਜ ਗਵਿਆ ਜਦੋਂ ਮਿਲਾ ਕੇ ਕਹਿੰਦੇ ਇਹ ਖਾਧਾ ਜਾ, ਜਿਹਨੂੰ ਸ਼ੰਕਰਾਚਾਰੀਆ ਕਹਿੰਦਾ ਵੀ ਜਿਹੜੇ ਉਹ ਤ੍ਰਿਪਤੀ ਦੇ ਲੱਡੂ ਜਿਨ੍ਹਾਂ ਨੇ ਖਾਧੇ ਨੇ ਉਹ ਗਾਂ ਦਾ ਗੋਆ ਤੇ ਮੂਤਰ ਤੇ ਘਿਓ ਤੇ ਉਹ ਜਿਹੜਾ ਦੁੱਧ ਔਰ ਉਹਦਾ ਮਿਕਸਚਰ ਖਾਣ ਤਾਂ ਹੀ ਉਹਨਾਂ ਦਾ ਪ੍ਰਾਇਸ਼ਚਿਤ ਪੂਰਾ ਹੋਏਗਾ। ਉਹਨੇ ਕਿਹਾ ਜੀ ਇਹ ਸਾਡਾ ਐਂਸ਼ੀਅੰਟ ਮੈਡੀਕਲ ਸਿਸਟਮ ਵੀ ਆਯੁਰਵੈਦਿਕ ਇੰਪੋਰਟੈਂਸ ਆਫ ਡੰਗ ਐਂਡ ਯੂਰਿਨ ਆਫ ਇੰਡੀਜਨਸ ਕਾਊਜ਼ ਇਨ ਦਾ ਆਰਗੈਨਿਕ ਇਹਨਾਂ ਦੀ ਬੜੀ ਵੈਲਿਊ ਹੈ ਔਰ ਇਹ ਸਾਡੀਆਂ ਗਾਂ ਮਾਤਾਵਾਂ ਦੀ ਗਿਣਤੀ ਘਟ ਰਹੀ ਹੈ ਔਰ ਇਸ ਕਰਕੇ ਅਸੀਂ ਇਹਨਾਂ ਨੂੰ ਦਰਜਾ ਦਿੱਤਾ ਹੈ ਰਾਜ ਮਾਤਾ ਗਊ ਮਾਤਾ ਦਾ। ਹੁਣ ਇਹ ਪਤਾ ਨਹੀਂ ਕਿਵੇਂ ਇਹ ਸਾਰੇ ਦਾ ਨਿਰਣਾ ਹੋਏਗਾ ਕਿਉਂਕਿ ਗਾਂਧੀ ਰਾਸ਼ਟਰਪਿਤਾ ਹੈ ਜੀ। ਹੁਣ ਜੇ ਇਹ ਰਾਜ ਮਾਤਾ ਤੇ ਗਊ ਮਾਤਾ ਮਹਾਰਾਸ਼ਟਰ 'ਚ ਅਲਟੀਮੇਟਲੀ ਫਿਰ ਤਾਂ ਇਹੀ ਹੋਏਗਾ ਕਿ ਵੀ ਪਿਤਾ ਸਾਡਾ ਗਾਂਧੀ ਹੈ ਤੇ ਮਾਤਾ ਜਿਹੜੀ ਹੈ ਉਹ ਗਊ ਹੈ।
ਲੇਕਿਨ ਇਸ ਤੋਂ ਇੱਕ ਗੱਲ ਬੜੀ ਕਲੀਅਰ ਹੈ ਕਿ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਔਰ ਇਹ ਜਿਹੜੀ ਮਨੂ ਸਮ੍ਰਿਤੀ ਦੇ ਆਧਾਰ ਦੇ ਉੱਤੇ ਜਿਹੜਾ ਹਿੰਦੂ ਰਾਸ਼ਟਰ ਹੈ, ਜਿਸ ਨੂੰ ਕੰਗਣਾ ਨੇ ਕਿਹਾ ਸੀ ਕਿ ਆਜ਼ਾਦੀ 2014 'ਚ ਮਿਲੀ ਜੀ, ਮੋਹਨ ਭਾਗਵਤ ਨੇ ਕਿਹਾ ਸੀ ਕਿ 1000 ਸਾਲ ਦੀ ਗੁਲਾਮੀ ਬਾਅਦ ਸਾਡਾ ਰਾਜ ਆਇਆ ਔਰ ਇਹਦੇ ਬਾਵਜੂਦ ਕਿ ਜੇ ਈਵਨ ਇੱਕ ਮਾਈਨੋਰਟੀ ਗਵਰਨਮੈਂਟ ਹੈ ਪਰ ਜੇ ਨਾਇਡੂ ਵਰਗਾ ਬੰਦਾ ਜਿਹੜਾ ਪਹਿਲਾਂ ਵੀ ਧਰਮ ਨੂੰ ਇਸਤੇਮਾਲ ਕਰਦਾ ਹੈ ਉਹ ਉਹਦੇ ਤ੍ਰਿਪਤੀ ਦੇ ਲੱਡੂ ਨੂੰ ਜਿਹੜਾ ਹੈ ਉਹ ਬਿਲਕੁਲ ਬਿਨਾਂ ਕਿਸੇ ਰਿਪੋਰਟ ਤੋਂ ਔਰ ਦੂਜਾ ਹੁਣ ਮੁੱਕਰ ਰਹੇ ਨੇ ਸੁਪਰੀਮ ਕੋਰਟ 'ਚ ਵੀ ਕਿ ਕੋਈ ਨਹੀਂ ਔਰ ਟੈਸਟ ਗੁਜਰਾਤ ਦੀ ਲੈਬੋਰਟਰੀ 'ਚ ਹੁਣ ਆਂਧਰਾ 'ਚੋਂ ਗੁਜਰਾਤ 'ਚ ਕੀ ਹੋ ਰਿਹਾ, ਕਿਹਦੀ ਹਕੂਮਤ ਹੈ, ਉੱਥੇ ਕੀ ਚੱਲ ਰਿਹਾ। ਸੋ ਇਹ ਸਾਰੇ ਦੇ ਚੱਲਦਿਆਂ ਮੇਰਾ ਖਿਆਲ ਹੈ ਕਿ ਵੀ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਵੀ ਉਹਨਾਂ ਨੇ ਆਲਰੇਡੀ ਉਸ ਨੂੰ ਹਿੰਦੂ ਰਾਸ਼ਟਰ ਐਲਾਨ ਦਿੱਤਾ ਹੈ ਔਰ ਹਿੰਦੂ ਰਾਸ਼ਟਰ ਦੀ ਮਾਤਾ ਤਾਂ ਫਿਰ ਗਾਂ ਮਾਤਾ ਹੀ ਹੋਏਗੀ, ਉਹ ਰਾਜ ਮਾਤਾ ਹੈ ਕਿ ਮਹਾਰਾਸ਼ਟਰ ਦੀ ਮਾਤਾ ਹੈ, ਪਰ ਉਹ ਇਸ ਵੇਲੇ ਉਹਨਾਂ ਦਾ ਹੀ ਕਊ ਬੈਲਟ ਵਾਲਿਆਂ ਦਾ ਹੀ ਰਾਜ ਭਾਗ ਤੇ ਪੂਰਾ ਕੰਟਰੋਲ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹ ਸਾਡੇ ਦਰਸ਼ਕ ਵੀ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਮੈਂ ਸਮਝਦਾ ਵੀ ਸਾਰਿਆਂ ਨੂੰ ਅੱਖਾਂ ਖੋਲ੍ਹ ਕੇ ਇਹ ਡਿਵੈਲਪਮੈਂਟਸ ਦੇਖਣੀਆਂ ਚਾਹੀਦੀਆਂ ਨੇ। ਬਹੁਤੀ ਵਾਰੀ ਅਸੀਂ ਜਦੋਂ ਖਾਸ ਤੌਰ ਤੇ ਭਾਰਤ ਦੇ ਨਕਸ਼ੇ ਦੇ ਵਿੱਚ ਦੇਖਦੇ ਹਾਂ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ ਤੇ ਜਿਹੜੇ ਸਾਡੇ ਉਸ ਕਿਸਮ ਦੇ ਹੈਗੇ ਆ ਸੂਡੋ ਸਿਕਸ ਜਿਨ੍ਹਾਂ ਨੂੰ ਕਹਿ ਲਓ ਜਾਂ ਜਿਹੜੇ ਸਰਕਾਰੀ ਲੈਵਲ ਦੇ ਉੱਤੇ ਵਿਚਰਦੇ ਆ, ਉਹਨਾਂ ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ ਨੇ ਤੇ ਇਹਨਾਂ ਗੱਲਾਂ ਦਾ ਖਾਮਿਆਜ਼ਾ ਸਾਨੂੰ ਕਿਤੇ ਨਾ ਕਿਤੇ ਜਾ ਕੇ ਵੱਡੇ ਰੂਪ ਦੇ ਵਿੱਚ ਭੁਗਤਣਾ ਪੈਣਾ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਅਰਸ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਡਾਕਟਰ ਸਾਹਿਬ, ਅੰਤ ਦੇ ਵਿੱਚ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਵੀ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਵੱਡੀ ਤੇਜ਼ੀ ਦੇ ਨਾਲ ਹੋ ਰਹੀਆਂ ਨੇ। ਖਾਸ ਤੌਰ ਤੇ ਜਦੋਂ ਅਸੀਂ ਪੰਥਕ ਨਜ਼ਰੀਏ ਤੋਂ ਦੇਖਦੇ ਹਾਂ ਤੇ ਜਿਹੜੀ ਪੰਥਕ ਸਿਆਸਤ ਹੈਗੀ ਆ ਉਹਦੇ 'ਚ ਬਾਦਲ ਦਲ ਦਾ ਜਿਹੜਾ ਨਿਗਾਰ ਹੋਇਆ, ਪਹਿਲਾਂ ਤੋਂ ਹੀ ਅਸੀਂ 84 ਤੋਂ ਬਾਅਦ ਦਾ ਟਾਈਮ ਪੀਰੀਅਡ ਦੇਖੀਏ, ਇੱਕ ਭੰਬਲ ਭੂਸੇ ਵਾਲਾ ਜਾਂ ਜਿਸ ਕਿਸਮ ਦੀ ਨੀਤੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਪਣਾਈ ਗਈ, ਫਿਰ ਪੰਜਾਬੀ ਪਾਰਟੀ ਦੇ ਨਾਂ ਥੱਲੇ ਉਸ ਕਿਸਮ ਦਾ ਬਿਲਕੁਲ ਹੀ ਏਜੰਡਾ ਜਿਹੜਾ ਸੀ ਉਹ ਪੰਥਕ ਨੀਤੀ ਤੋਂ ਸੈਪਰੇਟ ਕਰਕੇ ਰੱਖ ਕੇ ਚੱਲਿਆ ਗਿਆ ਤੇ ਉਹਦੇ ਨਤੀਜੇ ਜਾਂ ਉਹਦਾ ਉਹ ਪਹੁੰਚੇ ਕਿੱਥੇ ਆ ਉਹ ਅਸੀਂ ਅੱਜ ਦੇਖ ਰਹੇ ਹਾਂ, ਜਿਹਦੇ 'ਚ ਹੁਣ ਫਿਰ ਵੱਖਰੇ ਕਿਸਮ ਦਾ ਵਿਰੋਧ, ਉਹੀ ਬੰਦੇ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਦਹਾਕਿਆਂ ਬੱਧੀ, ਉਹ ਹੁਣ ਅੱਜ ਇੱਕ ਵੱਖਰਾ ਧੜਾ ਬਣਾ ਕੇ ਅਕਾਲ ਤਖਤ ਸਾਹਿਬ ਤੱਕ ਪਹੁੰਚ ਹੁਣ ਬੀਬੀ ਜਗੀਰ ਕੌਰ ਨੂੰ ਲੈ ਕੇ ਉਹਨਾਂ ਤੇ ਫਿਰ ਕਾਊਂਟਰ ਐਲੀਗੇਸ਼ਨਸ ਤੇ ਕਾਊਂਟਰ ਐਲੀਗੇਸ਼ਨਸ ਦੀ ਜਿਹੜੀ ਨੀਤੀ ਹੈ ਉਹ ਚੱਲ ਰਹੀ ਹੈ। ਉਹਦੇ 'ਚ ਹੁਣ SGPC ਚੋਣਾਂ ਨੇ, ਦੂਜੀਆਂ ਚੋਣਾਂ ਨੇ, ਬਾਈ ਇਲੈਕਸ਼ਨਸ ਨੇ, ਉਹ ਸਾਰੇ ਜਿਹੜਾ ਦਾਇਰਾਕਾਰ ਹੈ ਉੱਥੇ ਘੁੰਮ ਰਿਹਾ ਹੈ। ਪਰ ਜਦੋਂ ਇਹਨੂੰ ਅਸੀਂ ਪੰਥਕ ਨਜ਼ਰੀਏ ਤੋਂ ਦੇਖਦੇ ਹਾਂ ਤੇ ਇਹ ਗੱਲ ਸਾਹਮਣੇ ਸਾਨੂੰ ਨਜ਼ਰ ਆ ਰਹੀ ਹੈ ਕਿ ਜਿਹੜਾ ਪੰਥਕ ਪਿੜ ਹੈ ਜਾਂ ਜਿਹੜੀ ਪੰਥਕ ਸਿਆਸਤ ਹੈਗੀ ਹੈ ਜਾਂ ਪੰਜਾਬ ਦੀ ਗੱਲ ਕਰਨ ਵਾਲੀ ਜਿਹੜੀ ਧਿਰ ਹੈਗੀ ਹੈ, ਉਹ ਜਿਹੜੀ ਸਪੇਸ ਹੈ ਉਹ ਖਾਲੀ ਹੈ। ਉਹ ਤੁਸੀਂ ਕਿਸੇ ਵੀ ਉਹਦੇ ਤੋਂ ਗੱਲ ਕਰੋ, ਉਹਦੇ ਵਿੱਚ ਆਵਾਜ਼ਾਂ ਹੈਗੀਆਂ ਨੇ ਪਰ ਉਸ ਕਿਸਮ ਦੀ ਧਿਰ ਜਾਂ ਉਸ ਕਿਸਮ ਦਾ ਧੜਾ, ਕੋਈ ਪੋਲੀਟੀਕਲ ਆਊਟਫਿਟ ਉਸ ਲੈਵਲ ਤੇ ਨਹੀਂ ਹੈਗਾ ਜਿਹੜਾ ਦਿੱਲੀ ਨੂੰ ਕਿਸੇ ਵੀ ਲੈਵਲ ਦੇ ਉੱਤੇ ਵੰਗਾਰ ਸਕੇ। ਇਹਨਾਂ ਤੋਂ ਆਮ ਆਦਮੀ ਪਾਰਟੀ ਤੋਂ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਪਹਿਲੀਆਂ ਦੇ ਵਿੱਚ ਉਮੀਦ ਕੀਤੀ ਗਈ ਸੀ, ਪਰ ਜੋ
ਸਰਕਾਰ ਬਣਨ ਤੋਂ ਬਾਅਦ ਇਹਨਾਂ ਦੀ ਨੀਤੀ ਰਹੀ ਉਹ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਇਸ ਕਿਸਮ ਦਾ ਪਾਰਟ ਸੀ ਕਿ ਸੰਗਰੂਰ ਤੋਂ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਥਾਂ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਜੇਤੂ ਹੁੰਦੇ ਆ। ਸੋ ਅੱਜ ਜਿਹੜੇ ਹਾਲਾਤ ਬਣੇ ਹੋਏ ਆ ਉਹਦੇ ਵਿੱਚ ਹੁਣ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਪੰਜਾਬ ਦੇ ਵਿੱਚ ਆ ਕੇ ਇੱਕ ਮੁਹਿੰਮ ਖਾਲਸਾ ਵਹੀਰ ਦੇ ਨਾਂ ਥੱਲੇ ਜਾਂ ਜਿਹੜੀ ਦੀਪ ਸਿੱਧੂ ਦੀ ਲੈਗੇਸੀ ਨੂੰ ਅੱਗੇ ਤੋਰਨ ਦੀ ਲਾਈਨ ਜਿਹੜੀ ਉਹਨਾਂ ਨੇ ਕੀਤੀ ਉਹਦੇ 'ਚ ਵੀ ਉਤਾਰ ਚੜਾਅ ਵੱਖਰੀ ਆਪਣੀ ਕਿਸਮ ਦੇ ਹੈਗੇ ਆ, ਨਿਟੀਗ੍ਰਿਟੀ 'ਚ ਨਾ ਜਾਂਦੇ ਆ। ਪਰ ਅੱਜ ਹੁਣ ਉਹਨਾਂ ਵੱਲੋਂ ਉਹਨਾਂ ਦੇ ਫਾਦਰ ਤਰਸੇਮ ਸਿੰਘ ਹੋਰਾਂ ਵੱਲੋਂ ਇਹ ਕੀਤਾ ਗਿਆ ਕਿ ਭਾਈ 2 ਦਿਨ ਪਹਿਲਾਂ ਕਿ ਅਸੀਂ ਇੱਕ ਨਵਾਂ ਪੋਲੀਟੀਕਲ ਆਊਟਫਿਟ ਜਿਹੜਾ ਹੈਗਾ ਉਹ ਬਣਾਉਣਾ ਆ। ਸੋ ਹੁਣ ਇਹ ਨੀਤੀ ਜਿਹੜੀ ਹੈ ਇਹ ਆਫੀਸ਼ੀਅਲ ਹੈ, ਹਜੇ ਤੱਕ ਕਿਆਸ ਰਾਈਆਂ ਸੀਗੀਆਂ ਵੀ ਕਰਨ ਜਾ ਰਹੇ ਨੇ, ਕੀ ਕਰ ਰਹੇ ਨੇ, ਕਿਵੇਂ ਹੋਊਗਾ, ਹਜੇ ਵੀ ਆਫੀਸ਼ੀਅਲੀ ਹੁਣ ਉਹਦੇ ਤੇ ਇੱਕ ਵੱਖਰੀ ਕਿਸਮ ਦੀ ਡਿਬੇਟ ਸ਼ੁਰੂ ਹੋਣੀ ਹੈ। ਪਰ ਇਹਦੇ 'ਚ ਹੁਣ ਇਹ ਇੱਕ ਵੱਡਾ ਸਵਾਲ ਹੈ ਵੀ ਇਸ ਵਕਤ ਜਿਹੜਾ ਉਹ ਖਲਾਅ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ, ਕੀ ਉਹਨੂੰ ਕਿਸੇ ਰੂਪ ਦੇ ਵਿੱਚ ਫੁੱਲਫਿਲ ਕੀਤਾ ਜਾ ਸਕਦਾ। ਤੇ ਉਹਦੇ 'ਚ ਤੁਹਾਡੇ ਕੋਲੋਂ ਮੈਂ ਇਹੀ ਸਮਝਣਾ ਚਾਹੂੰਗਾ ਵੀ ਇਹਦੇ ਵਿੱਚ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਇਹ ਮੂਵ ਹੈ ਇਹਨੂੰ ਕਿਵੇਂ ਦੇਖਿਆ ਜਾਵੇ ਤੇ ਕੀ ਇਹ ਉਸ ਮੁਕਾਮ ਤੇ ਖਲੋ ਸਕਦੇ ਆ। ਦੇਖੋ 29 ਸਤੰਬਰ ਦਾ ਦਿਨ ਇਤਿਹਾਸਕ ਦਿਨ ਹੈ ਕਿਉਂਕਿ 29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਜਿਹੜਾ ਉਹ ਭਾਰਤੀ ਜਹਾਜ਼ ਨੂੰ ਹਾਈਜੈਕ ਕੀਤਾ ਸੀ, ਲਾਹੌਰ ਲੈ ਗਏ ਸੀ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਦੂਸਰੇ ਪਾਸੇ ਅੱਜ ਜਦੋਂ ਅਸੀਂ ਮੀਡੀਆ ਦੇ ਵਿੱਚ ਇਸੇ ਹਵਾਲੇ ਨਾਲ ਖਬਰ ਦੇਖ ਰਹੇ ਹਾਂ, ਟਾਈਮਜ਼ ਆਫ ਇੰਡੀਆ ਜਾਂ ਦੂਸਰਿਆਂ ਨੇ, ਉਹਨਾਂ ਨੇ 29 ਸਤੰਬਰ ਨੂੰ ਆਪਣੇ ਢੰਗ ਨਾਲ ਇਤਿਹਾਸਕ ਦਿਨ ਦੱਸਿਆ ਕਿਉਂਕਿ ਇਸ ਦਿਨ ਗੁਰਦੁਆਰਾ ਸਾਹਿਬ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ ਸੰਤ ਪਿੰਡਾਂ ਵਾਲਿਆਂ ਦਾ ਰੋਡੇ ਪਿੰਡ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਦਸਤਾਰਬੰਦੀ ਹੋਈ ਸੀ ਵਾਰਿਸ ਪੰਜਾਬ ਦੇ ਮੁਖੀ ਦੇ ਤੌਰ ਦੇ ਉੱਤੇ, ਜਿਸ ਦੇ ਵਿੱਚ ਜ਼ਾਹਰ ਹੈ ਬਹੁਤ ਸਾਰਿਆਂ ਦੀ ਸ਼ਮੂਲੀਅਤ ਸੀ ਔਰ ਉਹਨਾਂ ਨੂੰ ਜਿਹੜਾ ਉਸ 'ਚੋਂ ਉਹਨਾਂ ਦਾ ਪੰਜਾਬ ਦੇ ਵਿੱਚ ਜਿਹੜਾ ਇੱਕ ਰੋਲ ਸ਼ੁਰੂ ਹੋਇਆ ਔਰ ਜਿਹੜਾ ਰੋਲ ਬੇਸ਼ੱਕ ਇੱਕ ਬੜੇ ਡਿਜ਼ਾਸਟਰ ਵਾਲੇ ਢੰਗ ਨਾਲ ਐਂਡ ਹੋਇਆ ਜਦੋਂ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ। ਆਲਮੋਸਟ 4 ਹਫ਼ਤੇ ਦੀ ਜਿਹੜੀ ਹੈ ਹੰਟ ਹੈ ਉਸ ਤੋਂ ਬਾਅਦ, ਪਰ ਫਿਰ ਉਸ ਦੇ ਵਿੱਚ ਫਿਰ ਸੁਖਾਵਾਂ ਮੋੜ ਆਇਆ ਔਰ ਉਹਨਾਂ ਨੇ ਆਪਣੇ ਆਪ ਨੂੰ ਐਸਰਟ ਕੀਤਾ ਜਦੋਂ ਕਿ ਡਿਬਰੂਗੜ੍ਹ ਜੇਲ੍ਹ 'ਚ ਬੈਠਿਆਂ ਉਹਨਾਂ ਨੇ ਲਗਭਗ 2 ਲੱਖ ਵੋਟਾਂ ਦੇ ਫਰਕ ਨਾਲ ਖਡੂਰ ਸਾਹਿਬ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਜਿੱਤੀ ਜੀ। ਉਹਨਾਂ ਨੂੰ ਜੇਲ੍ਹ 'ਚੋਂ ਹੀ ਲਿਆ ਕੇ ਭਾਵੇਂ ਸਹੁੰ ਚੁਕਾਈ ਗਈ, ਪਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਹਕੂਮਤ ਨੇ ਪਹਿਲਾਂ 1 ਸਾਲ ਲਈ NSA ਲਾਇਆ ਸੀ, ਉਸ ਨੂੰ ਵਧਾ ਦਿੱਤਾ ਹੈ। ਹੋਰ ਕੇਸ ਉਹਨਾਂ ਦੇ ਨਾਲ 9 ਹੋਰ ਸਿੰਘ, ਕੁੱਲ ਗਿਣਤੀ ਜੇ ਮੈਂ ਗਲਤ ਨਾ ਹੋਵਾਂ ਜਿਨ੍ਹਾਂ 'ਚ ਉਹਨਾਂ ਦੇ ਚਾਚਾ ਜੀ ਵੀ ਸ਼ਾਮਲ ਨੇ ਹਰਜੀਤ ਸਿੰਘ ਜੀ, ਇਹ 10 ਹੈ। ਔਰ ਇਸੇ ਹੀ ਪੀਰੀਅਡ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹੋਰ ਵੀ ਕਾਰਕੁਨ ਜਿਨ੍ਹਾਂ 'ਚ 30 ਦੇ ਕਰੀਬ ਅੰਮ੍ਰਿਤਸਰ ਦੀ ਜੇਲ੍ਹ 'ਚ ਬੰਦ ਨੇ, ਉਹਨਾਂ ਦੇ ਬਿਹਾਫ ਦੇ ਉੱਤੇ ਜਿਹੜੀ ਇਹ ਸਟੇਟਮੈਂਟ ਹੈ ਕਿਉਂਕਿ ਮੈਂ ਇਹ ਤਾਂ ਟਾਈਮਜ਼ ਆਫ ਇੰਡੀਆ 'ਚ ਉਹਨਾਂ ਦੇ ਚਾਚਾ ਸੁਖਚੈਨ ਸਿੰਘ ਜਾਂ ਉਹਨਾਂ ਦੇ ਪਿਤਾ ਤਰਸੇਮ ਸਿੰਘ ਹੋਰਾਂ ਦਾ ਦੇਖ ਰਿਹਾ, ਪਰ ਮੈਂ ਅੱਜ 1.5-2 ਮਿੰਟ ਦਾ ਜਿਹੜਾ ਵਰਬਲ ਉਹਨਾਂ ਦੇ ਵਕੀਲ ਨੇ ਜਿਹੜਾ ਖੁਲਾਸਾ ਕੀਤਾ ਸੀ ਕਿ ਜੀ ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ 2 ਹਫ਼ਤੇ ਦੇ ਵਿੱਚ ਉਹ ਇੱਕ ਨਵੀਂ ਸਿਆਸੀ ਜਮਾਤ ਦਾ ਐਲਾਨ ਕਰਨ ਜਾ ਰਹੇ ਨੇ ਜਿਹੜਾ ਪੰਜਾਬੀਆਂ ਦੀਆਂ ਐਸਪੀਰੇਸ਼ਨਸ ਨੂੰ, ਸਿੱਖ ਪੰਥ ਦੀਆਂ ਔਰ ਦੂਸਰਾ ਜਿਸ ਕਿਸਮ ਦੀ ਸਟੈਂਡਰਡ ਜ਼ਬਾਨ ਹੁੰਦੀ ਹੈ। ਹਾਲਾਂਕਿ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਰੱਖੜ ਪੁੰਨਿਆ ਦੇ ਮੇਲੇ ਦੇ ਮੌਕੇ ਬਾਬਾ ਬਕਾਲਾ ਮੁਕਾਮ ਦੇ ਉੱਤੇ ਸਭ ਤੋਂ ਵੱਡਾ ਇਕੱਠ ਜਿਹੜਾ ਹਾਲਾਂ ਕਿਸੇ ਪਾਰਟੀ ਦੇ ਨਾਂ ਥੱਲੇ ਨਹੀਂ ਸੀ ਕੀਤਾ ਗਿਆ, ਉਸ 'ਚ ਉਹਨਾਂ ਦੀ ਫੈਮਿਲੀ ਔਰ ਸਰਬਜੀਤ ਸਿੰਘ ਔਰ ਦੂਸਰੇ ਸਾਰਿਆਂ ਦੀ ਜਿਹੜਾ ਸਭ ਤੋਂ ਵੱਡੀ ਗੈਦਰਿੰਗ ਸੀ ਜੀ। ਉਦੋਂ ਹੀ ਇਹ ਅੰਦਾਜ਼ਾ ਸੀ ਕਿ ਵੀ ਇਹ ਪਾਰਟ ਜਿਹੜਾ ਹੈ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਇੱਕ ਸਿਆਸੀ ਮੰਥਨ ਕਾਨਫਰੰਸ ਦੇ ਵਿੱਚ ਇੱਕ ਚੰਡੀਗੜ੍ਹ ਤੋਂ IAS ਹਾਲਾਂਕਿ ਕਈ ਮਾਮਲਿਆਂ 'ਚੋਂ ਡਿਸਗ੍ਰੇਸਡ ਨੇ, ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕੰਮ ਅਕਾਲੀ ਦਲ ਦਾ ਬੇੜਾ ਗਰਕ ਕਰਨ 'ਚ ਕੀਤਾ ਹੈ ਇਵੇਂ ਹੀ ਸੀ ਜਿਵੇਂ ਉਹਨੇ ਸਪਾਰੀ ਫੜੀ ਹੋਏ ਦਿੱਲੀ ਦੀਆਂ ਏਜੰਸੀਆਂ ਤੋਂ ਕਿ ਅਕਾਲੀ ਦਲ ਨੂੰ ਡਿਸਟਰੋਏ ਕਰਨਾ ਜੀ। ਹੁਣ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਜਿਸ ਦਾ ਬੇਸ਼ੱਕ ਇਸ ਵੇਲੇ ਵਜੂਦ ਬਾਦਲ ਦਲ ਦੇ ਰੂਪ 'ਚ ਜਿਹੜਾ ਹੈ ਉਹ ਅਖੀਰਲੇ ਸਾਹਾਂ 'ਤੇ ਹੈ ਪੰਜਾਬ 'ਚ, ਇਸ ਵੇਲੇ ਸਿਰਫ ਇੱਕ MLA ਉਹਨਾਂ ਦਾ ਹੈ,
ਔਰ ਉਹਨਾਂ ਦੀ ਈਵਨ ਜਿਹੜੀ ਅਕਾਲ ਤਖਤ ਤੇ ਪਹੁੰਚ, ਡਾਇਸੈਂਟਿੰਗ ਗਰੁੱਪ ਔਰ ਜਗੀਰ ਕੌਰ ਬੀਬੀ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ, ਜਥੇਦਾਰਾਂ ਵੱਲੋਂ ਇੱਕ ਨਵਾਂ ਚੈਪਟਰ ਖੋਲ੍ਹ ਦੇਣਾ, ਇਹ ਸਭ ਦੱਸਦਾ ਹੈ ਕਿ ਵੀ ਨਾ ਇਹਨਾਂ ਨੇ ਕੁਛ ਇਤਿਹਾਸ ਤੋਂ ਸਿੱਖਿਆ, ਨਾ ਵਕਤ ਤੋਂ ਸਿੱਖਿਆ, ਨਾ ਸਿੱਖ ਸੰਗਤਾਂ ਕੀ ਚਾਹੁੰਦੀਆਂ ਨੇ। ਔਰ ਇਹਨਾਂ ਦਾ ਜਿਹੜਾ ਉਹ ਹਰਾਸ, ਜਿਹਨੂੰ ਤੁਸੀਂ ਗ੍ਰਾਫ ਜ਼ਮੀਨ ਦੇ ਵਿੱਚ ਵੜਿਆ ਹੋਇਆ। ਹੁਣ ਇਸ ਸਪੇਸ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਯਤਨਸ਼ੀਲ ਨੇ। ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ, ਅਸੀਂ ਅੰਮ੍ਰਿਤਸਰ ਦਾ ਜੇ ਜ਼ਿਕਰ ਨਾ ਕਰਾਂਗੇ ਤੇ ਅਕਾਲੀ ਦਲ ਦੀ ਲੈਗੇਸੀ ਦਾ ਜ਼ਿਕਰ ਨਹੀਂ ਹੋਏਗਾ ਕਿ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੋਂਦ ਵੀ ਉਸ ਤੋਂ ਜਦੋਂ ਕਿ ਇਹ ਬਾਦਲ, ਟੌੜਾ, ਤਲਵੰਡੀ ਜਾਂ ਬਰਨਾਲਾ ਜਾਂ ਇਹ ਸਾਰੇ ਜਿਹੜੇ ਮੰਨੇ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੇ ਜੀ, ਔਰ ਜਾ ਕੇ ਬੁਟਰਸ ਗਾਲੀ ਨੂੰ ਮੈਮੋ ਵੀ ਦਿੱਤਾ ਸੀ ਜਦੋਂ ਦੌੜੇ, ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਅਕਾਲ ਤਖਤ ਦੇ ਉੱਤੇ ਹੋਂਦ 'ਚ ਬਣਿਆ, ਉਹਨਾਂ ਨੇ ਝੰਡਾ ਚੁੱਕ ਲਿਆ। ਲੇਕਿਨ ਅਨਫੋਰਚੂਨੇਟਲੀ ਉਹ ਵੀ ਹੌਲੀ ਜਿਹੜੇ ਨੇ ਉਹ ਹਾਸ਼ੀਏ ਤੇ ਜਾਂਦੇ ਰਹੇ। ਭਾਵੇਂ ਮਾਨ ਸਾਹਿਬ ਨੇ ਪਿਛਲੀ ਪਾਰਲੀਮੈਂਟ ਦੀ ਚੋਣ ਲੜੀ ਔਰ ਇਸ ਵਾਰ ਵੀ ਭਾਵੇਂ ਉਹਨਾਂ ਨੇ ਲੂਜ਼ ਕੀਤਾ, ਪਰ ਇਹ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਇਹ ਕਲੇਮ ਜ਼ਰੂਰ ਕਰ ਸਕਦਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਉਹਨਾਂ ਦੀਆਂ ਘੱਟੋ ਘੱਟ ਬ੍ਰਾਂਚਿਸ ਨੇ। ਇੱਕ ਤਬਕਾ ਉਹ ਹੈ ਜਿਹੜੀਆਂ ਧਿਰਾਂ ਅੱਜ ਕੱਲ੍ਹ ਅੱਡ ਤਰੀਕੇ ਦੇ ਨਾਲ ਉਸ ਗੈਪ ਨੂੰ ਭਰਨ ਦੇ ਲਈ ਵਿਚਾਰ ਗੋਸ਼ਟੀਆਂ ਕਰ ਰਹੀਆਂ। ਉਹਦੇ 'ਚੋਂ ਵੀ ਵਿਚਾਰ ਨਿਕਲ ਰਿਹਾ ਕਿ ਵੀ ਪੰਜਾਬ 'ਚ ਇੱਕ ਵੱਡਾ ਖਲਾ ਹੈ ਤੇ ਵਿਦਿਨ ਜਿਹੜਾ ਹੈ ਉਹ ਸਟਰਗਲ ਕੀਤੀ ਜਾਏ। ਪਰ ਅਸੀਂ ਕਿਉਂਕਿ ਬੀਇੰਗ ਏ ਖਾਲਿਸਤਾਨੀ ਐਕਟਿਵਿਸਟ, ਔਰ ਅੱਜ ਜਿੱਥੇ ਲੜਾਈ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਥੱਲੇ ਇੰਡੀਆ ਨੇ ਲਿਆ ਕੇ ਖੜੀ ਕਰ ਦਿੱਤੀ ਹੈ, ਅਸੀਂ ਤਾਂ ਇਹ ਸਮਝਦੇ ਹਾਂ ਵੀ ਇਸ ਵੇਲੇ ਉੱਥੇ ਜਿਹੜਾ ਹੈ ਇੰਟਰਨੈਸ਼ਨਲ ਮਾਹੌਲ ਬਣਿਆ ਹੋਇਆ ਔਰ ਪੰਜਾਬ ਦੇ ਵਿੱਚ ਸਿੱਧੇ ਤਰੀਕੇ ਨਾਲ ਖਾਲਿਸਤਾਨ ਦੀ ਕਾਇਮੀ ਦੇ ਨਾਂ ਥੱਲੇ ਉਸ ਸਿਸਟਮ ਜਦੋਂ ਕੁਝ ਨਹੀਂ ਨਿਕਲਣਾ। ਇਹ ਭਾਵੇਂ ਇੱਕ ਯਤਨ ਜ਼ਰੂਰ ਕਰਨਗੇ, ਇਹ ਵੀ ਕਿੰਨੇ ਲੈ ਜਾਣਗੇ ਕੁਝ ਸੀਟਾਂ ਫਿਰ ਹੋਏਗਾ, ਕਿਉਂਕਿ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਜਦੋਂ ਤੱਕ ਦਿੱਲੀ ਕੰਟਰੋਲ ਕਰ ਰਹੀ ਹੈ ਸਾਰੇ ਸਿਸਟਮ ਨੂੰ, ਕੰਟਰੋਲ ਕਰ ਪਿਛਲੇ ਦਿਨਾਂ ਦੀ ਜਿਹੜੀ ਇੱਕ ਹਰਾਕਰੀ ਚੱਲਦੀ ਰਹੀ ਭਗਵੰਤ ਮਾਨ ਨੂੰ ਲੈ ਕੇ, ਬਿਮਾਰੀ ਹੋ ਗਈ, ਹਸਪਤਾਲ ਚਲਾ ਗਿਆ, ਸਿੱਧਵਾਂ ਦੀ ਸਿਕਿਉਰਿਟੀ ਵਧਾਤੀ, ਮਿਨਿਸਟਰ ਕੱਢਤੇ, 2-4 ਨਵੇਂ ਲੈ ਆਂਦੇ, ਕੇਜਰੀਵਾਲ ਕੀ ਕਰੇਗਾ, ਉਹ ਕੀ ਕਰੇਗਾ। ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਈਵਨ ਹਾਲਾਂ ਕੇਜਰੀਵਾਲ ਇੱਕ ਪੈਰਲਲ ਸੈਂਟਰ ਹੈ ਦਿੱਲੀ ਹਕੂਮਤ ਦੇ, 92 ਜਿਹਨਾਂ ਦੇ MLA ਹੋਣ, ਉੱਥੇ ਇੰਨੀ ਅਨਸਰਟਨਟੀ ਵੀ ਕੀ ਚੱਲ ਰਿਹਾ ਕੀ ਨਹੀਂ ਹੈ। ਤੇ ਇਹਨਾਂ ਨੂੰ ਕਿਹਨੇ ਉੱਥੇ ਤੱਕ, ਜੇ ਈਵਨ ਅੰਮ੍ਰਿਤਪਾਲ ਸਿੰਘ ਜਿੱਤਣ ਦੇ ਬਾਵਜੂਦ, ਸਹੁੰ ਚੁੱਕਣ ਦੇ ਬਾਵਜੂਦ ਉਹਨਾਂ ਨੂੰ ਬਾਹਰ ਨਹੀਂ ਛੱਡਿਆ ਜਾ ਰਿਹਾ, ਤੇ ਇਹ ਜੇ ਸਾਨੂੰ ਜਾਂ ਇਹਨਾਂ ਨੂੰ ਲੱਗਦਾ ਕਿ ਜਿਹੜਾ ਇੱਕ ਗੈਪ ਕ੍ਰੀਏਟ ਹੋਇਆ ਇਹ ਠੀਕ ਹੈ, ਇੱਕ ਵਕਤੀ ਤੌਰ ਦੇ ਉੱਤੇ ਕੋਈ ਨਾ ਕੋਈ ਇਸ 'ਚੋਂ ਨਿਕਲ ਆਏ ਔਰ ਉਹ ਗੈਪ ਨੂੰ, ਪਰ ਮੈਨੂੰ ਤਾਂ ਇਹ ਲੱਗਦਾ ਵੀ ਇਸ ਵੇਲੇ ਉਸ ਗੈਪ ਨੂੰ ਭਰਨ ਲਈ 4 ਧਿਰਾਂ ਸਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ, ਜਿਹੜੀਆਂ ਇੱਕ ਦੂਜੇ ਦੇ ਨਾਲ ਕੋਈ ਅੰਡਰਸਟੈਂਡਿੰਗ ਵੀ ਕ੍ਰੀਏਟ ਕਰਨ ਦੀ ਕੋਈ, ਹਰ ਇੱਕ ਨੂੰ ਲੱਗਦਾ ਹੈ ਕਿ ਬਈ ਇਹ ਬਾਲ ਲੈ ਕੇ ਉਹੀ ਦੌੜ ਪਏ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰੇ ਹੀ ਕਿਤੇ ਨਾ ਕਿਤੇ ਇਸ ਦੇ ਬਾਵਜੂਦ ਇੱਕ ਫਰਸਟ੍ਰੇਸ਼ਨ ਹੈ, ਫੈਮਿਲੀ ਦੇ ਸਾਹਮਣੇ ਵੀ ਹੈ, ਜਿਹੜੇ ਅੰਦਰ ਡੱਕੇ ਹੋਏ ਨੇ, ਕਿ ਉਹਨਾਂ ਨੂੰ ਬਾਹਰ ਕੱਢਣ ਲਈ ਕੋਈ ਯਤਨ ਕੀਤਾ ਜਾਏ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਵੀ ਇਸ ਸਾਰੇ ਮਾਹੌਲ ਦੇ ਵਿੱਚ ਜਿੱਥੇ ਏਜੰਸੀਆਂ ਦੀ ਇਸ ਕਦਰ ਸਾਰੀ ਉਹ ਪੂਰੀ ਰਨਿੰਗ ਸ਼ੋਅ ਹੈ ਉਹਨਾਂ ਦਾ, ਕਿ ਕੋਈ ਵੀ ਧਿਰ ਇਸ ਕਿਸਮ ਦਾ ਬਿਨਾਂ ਖਾਲਿਸਤਾਨ ਦੀ, ਜਿਹੜੀ ਹੁਣ ਇਸ ਵੇਲੇ ਸਪਿਨ ਹੈ। ਔਰ ਇਹ ਗੱਲ ਅਕਸਰ ਜਦੋਂ ਹੁੰਦਾ ਸੀ ਜੀ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਉਸ ਰੁਤਬੇ ਦਾ ਜਾਂ ਕੌਣ ਜਾਂ ਕੀ ਆ, ਤੇ ਹਮੇਸ਼ਾ ਸਾਡਾ ਇਹ ਰਿਹਾ ਵੀ ਸੰਤ ਭਿੰਡਰਾਂ ਵਾਲਿਆਂ ਨੇ ਉਹ ਸਪਿਨ ਦੇ ਦਿੱਤੀ ਹੈ ਕਿ ਭਾਈ ਉਹੀ ਅਕਾਲ ਤਖਤ ਦਾ ਜਥੇਦਾਰ ਹੋਏ ਜਾਂ ਸਿੱਖਾਂ ਦਾ ਲੀਡਰ ਉਹੀ ਬਣ ਸਕਦਾ ਹੈ ਜਿਹੜਾ ਪਹਿਲਾਂ ਤਾਂ ਮਰਨ ਤੋਂ ਨਹੀਂ ਡਰਦਾ, ਦੂਸਰਾ ਉਹ ਖਾਲਿਸਤਾਨ ਲਈ ਕਮਿਟਡ ਹੈ। ਸੋ ਸਾਨੂੰ ਇਹ ਲੱਗਦਾ, ਮੈਂ ਇਸ ਦੇ ਉੱਤੇ ਹੋਰ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਹ ਇਲਜ਼ਾਮ ਫਿਰ ਲੱਗਦਾ ਹੈ ਕਿ ਜੀ ਬਹੁਤ ਵਾਰ ਕੁਝ ਬਣਨ ਵਾਲਾ ਹੈ ਔਰ ਅਸੀਂ ਪਤਾ ਨਹੀਂ ਵਿੱਚ ਉਸ ਦੇ ਕੋਈ ਨਾ ਕੋਈ ਘੜਮਸ ਖੜੀ ਕਰ, ਨਹੀਂ, ਅਸੀਂ ਵਾਚ ਕਰ ਰਹੇ ਹਾਂ, ਮੋਨੀਟਰ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਐਫਰਟ ਜੋ ਕਰ ਰਿਹਾ ਉਹ ਮੁਬਾਰਕ ਹੈ ਜੇ ਕੌਮੀ ਘਰ ਖਾਲਿਸਤਾਨ ਵੱਲੋਂ ਪੇਸ਼ਕਦਮੀ ਹੁੰਦੀ ਹੈ। ਪਰ ਜੇ ਤੁਸੀਂ ਉਸ ਸਿਸਟਮ 'ਚੋਂ ਸਮਝਦੇ ਹੋ ਜੇ ਤੁਸੀਂ ਇੱਕ ਨਵਾਂ ਏਜੰਡਾ ਬਣਾ ਲਿਆ, ਨਵਾਂ ਕਨਸਟੀਟਿਊਸ਼ਨ ਲਿਖ ਲਿਆ, ਜਿਵੇਂ ਕੋਈ ਚੰਡੀਗੜ੍ਹ ਦਾ ਇੰਟੈਲੈਕਚੁਅਲ ਇੱਕ ਮੀਟਿੰਗ 'ਚ ਕਹਿ ਰਿਹਾ ਸੀ ਕਿ ਜੀ ਅਸੀਂ ਕੋਵਿਡ ਦੇ ਚੱਲਦਿਆਂ ਨਵਾਂ ਸੰਵਿਧਾਨ ਲਿਖਿਆ, ਅਕਾਲੀ ਦਲ ਦੇ ਬਰਾਬਰ ਇੱਕ ਧਿਰ ਬਣੇ, ਪਿੰਡਾਂ 'ਚ ਜਾਓ, ਥੱਲੜੇ ਲੈਵਲ 'ਤੇ ਜਾਓ, ਭਰਤੀ ਕਰੋ, ਦੂਜਾ ਕਰੋ। ਇੱਕ ਉਹ ਥਾਟ ਚੱਲ ਰਿਹਾ ਕਿ ਜੀ ਬਿਲਕੁਲ ਜਿਹੜਾ ਅਕਾਲ ਤਖਤ ਔਰ ਦੂਜਾ ਕੰਟਰੋਲ ਸਾਡੀ ਪੰਥਕ ਰਵਾਇਤਾਂ ਨਾਲ ਹੋਏ, ਜਿਹੜਾ ਪੁਰਾਣਾ, ਜਿਹੜੇ ਸਿਆਸਤ ਕਰਨਾ ਚਾਹੁੰਦੇ ਨੇ ਉਹਨਾਂ ਦੀ ਇੱਕ ਵੱਖਰੀ, ਇਹ ਸਾਰੇ ਠੀਕ ਹੈ, ਹਰ ਕੋਈ ਇਹ ਨਹੀਂ ਹੈ ਕਿ ਮੈਂ ਉਹਨਾਂ ਦੀ ਕੋਈ
ਇੰਟੈਂਸ਼ਨ ਦੇ ਉੱਤੇ ਜਾਂ ਉਹਨਾਂ ਦੀ ਨੀਅਤ ਦੇ ਉੱਤੇ ਅਸੀਂ ਸ਼ੱਕ ਕਰਦੇ ਹਾਂ। ਬਹੁਤ ਉਹਨਾਂ ਦੇ ਪਵਿੱਤਰ ਖਿਆਲ ਨੇ, ਬੜੇ ਪਵਿੱਤਰ ਥਾਟ ਨੇ, ਔਰ ਉਹ ਸਾਰੇ ਦੇ ਨਾਲ ਚੱਲ ਰਿਹਾ, ਨਾਲ ਉਹ ਵੀ ਚੱਲ ਰਹੇ ਨੇ ਕਿ ਸਭ ਰਾਜ ਸ੍ਰਿਸ਼ਟ ਕਾ ਲੈ ਕਿ ਜੀ ਸਿਮਰਨ ਕਰੋ, ਔਰ ਉਹ ਵੀ ਉਸ ਕਿਸਮ ਦੇ ਇੱਕ ਇਕੱਠ 'ਚ ਇੱਕ ਵੀਰ ਖਾਲਸਾਈ ਬਾਣੇ 'ਚ ਆ ਕੇ ਸਿਮਰਨ ਵੀ ਕਰਵਾ ਰਿਹਾ। ਉਹ ਕਹਿ ਰਿਹਾ ਜੀ ਇਹ ਤਾਂ ਧਰਤੀ ਦਾ ਹੈ ਹੀ ਨਹੀਂ, ਇਸ ਖਿੱਤੇ ਦੀ ਧਰਤੀ, ਅਸੀਂ ਤਾਂ ਸ੍ਰਿਸ਼ਟੀ ਦਾ ਰਾਜ ਲੈਣਾ। ਉਹ ਵੀ ਥਾਟ ਨਾਲ ਰਹਿਣਗੇ, ਉਹਨਾਂ ਨੂੰ ਵੀ ਸਾਨੂੰ ਬੇਅਰ ਕਰਨਾ ਪਏਗਾ। ਪਰ ਮੈਨੂੰ ਇਹ ਲੱਗਦਾ ਕਿ ਭਾਈ ਹੁਣ ਜਿਹੜੀ ਲੜਾਈ ਹੈ ਜਿਸ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਪਹੁੰਚ ਗਈ ਹੈ, ਹੁਣ 47 ਵਾਂਗ ਫਿਰ ਭੰਬਲ ਭੂਸੇ ਦਾ ਸ਼ਿਕਾਰ ਨਾ ਹੋਈਏ। ਕਲੀਅਰ ਕੱਟ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿਹੜਾ ਸਾਡਾ ਫੋਕਸ ਰਹਿਣਾ ਚਾਹੀਦਾ। ਹਾਂ, ਜਿਹੜਾ ਕੋਈ ਇਨ ਬਿਟਵੀਨ ਕਿਸੇ ਹੋਰ ਏਜੰਡੇ ਦੇ ਉੱਤੇ ਜਿਹੜਾ ਉਹਨੂੰ ਲੱਗਦਾ ਵੀ ਇੱਕ ਸਟੈਪ ਘੱਟ ਕਰਕੇ ਉਹ ਖੇਲਣਾ ਚਾਹੁੰਦਾ, ਕੋਈ ਨਹੀਂ, ਲੋਕਾਂ ਦੀਆਂ ਲੋੜਾਂ ਮੁਤਾਬਕ ਉਹਦੀ ਵੀ ਕਿੰਨੀ ਕੁ ਐਕਸੈਪਟੈਂਸ ਹੋਏਗੀ ਜਾਂ ਨਹੀਂ ਹੋਏਗੀ। ਪਰ ਅਸੀਂ ਤਾਂ 4 ਦਹਾਕੇ ਪਹਿਲਾਂ, 40 ਸਾਲ ਪਹਿਲਾਂ ਇਸ ਸਿੱਟੇ ਤੇ ਪਹੁੰਚ ਗਏ ਸੀ ਜਿਹੜਾ ਸੰਤ ਭਿੰਡਰਾਂ ਵਾਲਿਆਂ ਦਾ ਦਿੱਤਾ ਕਨਕਲੂਜਨ ਸੀ ਕਿ ਭਾਈ ਜਿੱਦਣ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਔਰ ਇਹਨਾਂ 40 ਵਰਿਆਂ 'ਚ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਇਹ ਯਕੀਨ ਦਹਾਨੀ ਕਰਵਾਏ ਕਿ ਭਾਈ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਉੱਥੇ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਹੋ ਸਕਦਾ ਹੈ। ਬਾਕੀ ਅਸੀਂ ਵੀ ਐਜ਼ ਏ ਐਨਾਲਿਸਟ ਇਹਨਾਂ ਗੱਲਾਂ ਨੂੰ ਦੇਖਦੇ ਹਾਂ ਔਰ ਇਹਨਾਂ ਦੇ ਉੱਤੇ ਟਿੱਪਣੀ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੋਂ ਜਾਂਦੇ ਜਾਂਦੇ ਜਿਹੜੇ ਸਾਡੇ ਕੁਝ ਮੈਸੇजेस ਆਏ ਨੇ ਉਹ ਵੀ ਅਸੀਂ ਲੈ ਲਈਏ। ਕਿੰਗ ਹੰਟਰ ਦੀ ਆਈਡੀ ਤੋਂ ਲਿਖਦੇ ਆ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਵੱਧ ਚੜ੍ਹ ਕੇ ਪਹੁੰਚੋ ਜੀ। ਸੋਹਨ ਮਹੀਲ ਜੀ ਲਿਖਦੇ ਸੋਹਨ ਮਾਹਿਲ ਜੀ ਲਿਖਦੇ ਆ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਲਵਿੰਦਰ ਸਿੰਘ, ਰਣਜੀਤ ਸਿੰਘ ਫਤਿਹ ਸਾਂਝੀ ਕਰਦੇ ਆ। ਡਾਕਟਰ ਸਾਹਿਬ ਵੀਰ ਅਮਰਵੀਰ ਸਿੰਘ ਤੇ ਦੇਖਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਲਵਿੰਦਰ ਸਿੰਘ ਨਾਲ ਲਿਖਦੇ ਆ, ਸਤਿ ਸ੍ਰੀ ਅਕਾਲ ਤੇ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਸਿਰਫ ਆਜ਼ਾਦੀ ਹੈ। ਬਿਲਕੁਲ ਦਰੁਸਤ ਫਰਮਾਇਆ। ਦਲਜੀਤ ਸਿੰਘ, ਲਾਡੀ ਸਿੰਘ, ਜੀਤ ਸੁਰਜੀਤ, ਸੁਖਜੀਵਨ ਬੱਚੂ, ਆਰ ਜਵੰਦਾ ਸਾਰੇ ਫਤਿਹ ਸਾਂਝੀ ਕਰਦੇ ਆ। ਡਾਕਟਰ ਸਾਹਿਬ ਅਮਰਵੀਰ ਸਿੰਘ ਤੇ ਟੀਵੀ 84 ਦੀ ਸਾਰੀ ਟੀਮ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੇਮ ਧਰਮ ਸਿੰਘ, ਹਰਦੀਪ ਸਿੰਘ, ਇੰਦਰਜੀਤ ਸਿੰਘ ਸੰਧੂ, ਅਜੀਤ ਸਿੰਘ, ਸਤਨਾਮ ਔਜਲਾ, ਹਰਦੀਪ ਸਿੰਘ ਸਾਰੇ ਜਿਹੜੇ ਆ ਉਹ ਫਤਿਹ ਸਾਂਝੀ ਕਰਦੇ ਆ। ਤੇ ਹਰਦੀਪ ਸਿੰਘ ਜੀ ਨਾਲ ਲਿਖਦੇ ਆ ਕਿ ਅਸੀਂ ਜਾਰਡਨ ਦੇ ਵਿੱਚੋਂ ਲਾਈਵ ਦੇਖ ਰਹੇ ਆ ਤੁਹਾਡਾ ਸ਼ੋਅ। ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਧਿਆਨ ਰੱਖੋ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਿਲਵਰ ਲਾਈਨ ਦੀ ਆਈਡੀ ਤੋਂ ਦਵਿੰਦਰ ਸੰਧੂ, ਅਮਰਜੀਤ ਸਿੰਘ ਸਿੱਧੂ ਸਾਹਿਬ ਫਤਿਹ ਸਾਂਝੀ ਕਰਦੇ ਆ। ਜਸਕੀਰਤ ਸਿੰਘ ਫਤਿਹ ਸਾਂਝੀ ਕਰਦੇ ਆ ਤੇ ਅਰਦਾਸ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ, ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਰੇਸ਼ਮ ਸਿੰਘ, ਮਨਜੀਤ ਖੰਗੂੜਾ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮਨਜੀਤ ਖੰਗੂੜਾ ਜੀ ਨੀਲਮ ਕੌਰ ਜੀ ਬਾਰੇ ਪੁੱਛਦੇ ਆ। ਉਹ ਜੀ ਅਸੀਂ ਮੈਂਸ਼ਨ ਵੀ ਕੀਤਾ ਸੀਗਾ ਕਿ ਉਹ ਪਰਸਨਲ ਡੇਜ਼ ਕੁਝ ਉਹਨਾਂ ਨੇ ਲਏ ਆ, ਆਪਣੇ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਡੇ ਨਾਲ ਰੂਬਰੂ ਹੋਣਗੇ। ਸੰਦੀਪ ਸਿੰਘ, ਯੂਕੇ, ਨਿਹੰਗ ਸਿੰਘ ਜਿਹੜੇ ਆ ਉਹ ਫਤਿਹ ਸਾਂਝੀ ਕਰਦੇ ਆ। ਤੇ ਰਿਸ਼ੀ ਭਾਰਦਵਾਜ ਜੀ ਲਿਖਦੇ ਆ ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਜੀਤ ਸਿੰਘ ਸਾਹਿਬ, ਦ ਹਿੰਦੂਜ਼ ਇਨ ਪੰਜਾਬ ਆਰ ਸੈਕੰਡ ਕਲਾਸ ਸਿਟੀਜ਼ਨਸ, ਸਿੱਖ majoritarism in Punjab is a reality. Punjab never had a Hindu CM despite being 40%. ਭਾਰਦਵਾਜ ਜੀ ਸ਼ੁਕਰੀਆ, ਤੁਸੀਂ ਫੇਰ ਆਏ ਹੋ। ਵੈਸੇ ਤੁਸੀਂ ਲਾਸਟ ਟਾਈਮ ਜਿਹੜਾ ਇੱਕ ਬੜਾ ਨਫ਼ਰਤ ਭਰਿਆ ਕਾਮੈਂਟ ਕੀਤਾ ਸੀ, ਉਸ ਤੋਂ ਬਾਅਦ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਵੀ ਤੁਸੀਂ ਕੋਈ ਓਬਜੈਕਟਿਵ ਡਿਸਕਸ਼ਨ 'ਚ ਯਕੀਨ ਨਹੀਂ ਰੱਖਦੇ। ਵੈਸੇ ਤੁਹਾਡੀ ਜਾਣਕਾਰੀ ਲਈ ਦੱਸਦਾ ਹੀ ਹੈ ਕਿ ਪੰਜਾਬ 'ਚ 13-14% ਹਿੰਦੂ ਨੇ। ਉਹਨੂੰ ਤੁਸੀਂ ਦਲਿਤ ਪਾਪੂਲੇਸ਼ਨ ਨੂੰ ਆਪਣੇ ਨਾਲ ਬੁਲਾਉਂਦੇ ਹੋ, ਪਰ ਤੁਹਾਡਾ ਮਨੂਵਾਦ ਤਾਂ ਜਿਹੜਾ ਉਹਨਾਂ ਨੂੰ ਜਿਹੜਾ ਉਹ ਇਨਸਾਨ ਵੀ ਨਹੀਂ ਮੰਨਦਾ ਹੈ, ਹਿੰਦੂ ਤਾਂ ਕੀ ਮੰਨਣਾ। ਔਰ ਅੱਜ ਹੀ ਮੈਂ ਇੱਕ ਸ਼ੰਕਰਾਚਾਰੀਆ ਦਾ ਸੁਣ ਰਿਹਾ ਸੀ, ਉਹਨਾਂ ਨੇ ਇੱਕ ਦਲਿਤ ਨੇ ਪੁੱਛਿਆ ਕਿ ਜੀ ਕੀ ਮੈਂ ਸੰਨਿਆਸ ਲੈਣਾ ਚਾਹੁੰਦਾ, ਸੰਨਿਆਸ ਲੈ ਸਕਦਾ? ਉਹਨੇ ਕਿਹਾ ਜੀ ਨਹੀਂ, ਜਿਹੜਾ ਸਾਡੇ ਸ਼ਾਸਤਰ ਵਿਧਾਨ ਹੈ ਉਹਦੇ 'ਚ ਸਿਰਫ ਬ੍ਰਾਹਮਣ, ਕਸ਼ਤਰੀ, ਵੈਸ਼ ਹੀ ਲੈ ਸਕਦਾ ਜਿਹੜਾ ਸੰਨਿਆਸ ਹੈ, ਤੇ ਤੁਸੀਂ ਕਿਸੇ ਗੁਰੂਕੁਲ 'ਚ ਵੀ ਨਹੀਂ ਆ ਸਕਦੇ, ਸਾਡੇ ਸ਼ਾਸਤਰ ਦਾ ਵਿਧਾਨ ਹੈ। ਸੋ ਤੁਸੀਂ ਉਹ ਤੁਹਾਡੇ ਕਿਵੇਂ ਹਿੰਦੂ ਹੋ ਗਏ। ਬਾਕੀ ਪੰਜਾਬ ਦੇ ਚੀਫ ਮਿਨਿਸਟਰ ਕੀ, ਤੁਸੀਂ ਸਾਰੇ ਮਿਨਿਸਟਰ ਹੀ ਹਿੰਦੂਆਂ ਦੇ ਬਣਾਓ, ਸਗੋਂ ਸਾਰੀ ਸਰਕਾਰ ਹੀ ਉਹਨੂੰ ਵੈਸੇ ਵੀ ਉਹਨਾਂ ਨੂੰ ਦਿੱਲੀ ਚਲਾ ਰਹੀ ਹੈ। ਸਾਨੂੰ ਬੜੀ ਖੁਸ਼ੀ ਹੋਏਗੀ ਕਿ ਉਹਦੇ ਚੀਫ ਮਿਨਿਸਟਰ ਭਾਵੇਂ ਤੁਸੀਂ ਖੁਦ ਬਣ ਜਾਓ ਪੰਜਾਬ ਦੇ। ਵਿਲ ਕੰਗ੍ਰੈਚੁਲੇਟ ਯੂ।
ਜੀ ਤੇ ਹਰਮਨ ਪੰਨੂ, ਅਮਰਜੀਤ ਸੈਣੀ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਭਿੰਡਰ, ਬਸਰਾ ਦੀ ਆਈਡੀ ਤੋਂ ਸੁਰਜੀਤ ਕੌਰ, ਰਾਜਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ ਤੇ ਬਾਬਾ ਅਮਰੀਕਾ ਦੀ ਆਈਡੀ ਤੋਂ ਸਾਰੇ ਫਤਿਹ ਸਾਂਝੀ ਕਰਦੇ ਆ ਤੇ ਟੀਵੀ 84 ਦੀ ਟੀਮ ਨੂੰ ਵਧਾਈ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਵੀ ਫਤਿਹ ਸਾਂਝੀ ਕਰਦੇ ਆ। ਵੀਰ ਅਮਰਵੀਰ ਸਿੰਘ ਤੇ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਨਜੀਤ ਕੌਰ, ਹਰਜੋਤ ਮਹਿਲ, ਬਲਵਿੰਦਰ ਸਿੰਘ ਫਤਿਹ ਸਾਂਝੀ ਕਰਦੇ ਆ ਤੇ ਬਲਵਿੰਦਰ ਸਿੰਘ ਕਮੈਂਟ ਕਰਦੇ ਆ, ਜੋ ਤੁਸੀਂ ਕਿਹਾ ਸੀ ਕਿ ਪਿਤਾ ਇਹਨਾਂ ਦਾ ਵੱਛਾ ਹੈ ਤੇ ਇਹਨਾਂ ਦੀ ਮਾਂ ਜਿਹੜੀ ਹੈ ਉਹ ਗਾਂ ਆ। ਤੇ ਦੀਪਕ ਚੋਪੜਾ ਜੀ ਮੁਰਦਾਬਾਦ ਕਹਿੰਦੇ ਆ। ਅਸੀਂ ਇਸ ਬਹਿਸ 'ਚ ਨਹੀਂ ਪੈਂਦੇ, ਪਰ ਇਹਨਾਂ ਨੂੰ ਸੂਨਰ ਔਰ ਲੇਟਰ ਡਿਸਾਈਡ ਕਰਨਾ ਪਏਗਾ ਕਿ ਵੀ ਇੱਕ ਰਾਜ ਪਿਤਾ ਹੈ ਜਿਹਨੂੰ ਫਾਦਰ ਆਫ ਦਾ ਨੇਸ਼ਨ ਕਹਿੰਦੇ ਨੇ ਜੀ, ਉਹ ਬੰਦਾ ਹੈ ਤੇ ਰਾਜ ਮਾਤਾ ਐਨੀਮਲ ਹੈ। ਇਹ ਕਿਵੇਂ ਇਹਨੂੰ ਜਸਟੀਫਾਈ ਕਰਨਗੇ? ਵੈਸੇ ਉਹ ਕਰ ਲੈਂਦੇ ਹੁੰਦੇ ਨੇ, ਮਨੂ ਸਮ੍ਰਿਤੀ 'ਚ ਸਾਰੇ ਢੰਗ ਤਰੀਕੇ ਨੇ ਜਸਟੀਫਾਈ ਕਰਨ ਦੇ। ਹਾਂਜੀ ਜੀ ਤੇ ਚੋਪੜਾ ਸਾਹਿਬ ਮੁਰਦਾਬਾਦ ਕਹਿੰਦੇ ਆ ਸਾਨੂੰ। ਬਲਵਿੰਦਰ ਸਿੰਘ ਫਤਿਹ ਸਾਂਝੀ ਕਰਦੇ ਆ। ਚੋਪੜਾ ਸਾਹਿਬ ਨੂੰ ਚੋਪੜੀਆਂ ਨਹੀਂ ਮਿਲੀਆਂ ਇਹ ਤੇ ਜੀ ਹੁਣ ਵੀ ਦੱਸ ਸਕਦੇ ਆ। ਤੇ ਸੁਖ ਬਾਬਾ ਜੀ ਜਵਾਬ ਦਿੰਦੇ ਆ ਰਿਸ਼ੀ ਭਾਰਦਵਾਜ ਨੂੰ ਕਿ ਬਾਹਮਣ ਜ਼ੱਕਾ ਏਕੇ ਹਿੰਦੂਜ਼ ਔਰ ਨਾਨ ਬਾਹਮਣਸ ਜਿਹੜੇ SC ST ਦਲਿਤਸ ਹੈਗੇ ਆ, ਆਫ ਕੋਰਸ ਦ ਬਾਹਮਣਸ ਡਿਸਕ੍ਰਿਮੀਨੇਟ ਵਿਦ them। 5% ਕੌਣ ਬਾਹਮਣਸ are enjoying ruling the union of Hindu shaitan majority। ਦੇਖੋ ਇਹ ਅਸੀਂ ਪਹਿਲਾਂ ਹੀ ਕਿਹਾ ਕਿ ਭਾਈ ਇਹ ਜੇ ਤੁਸੀਂ ਉਸ ਦਾ ਸਾਰਾ ਬਿਲਟ ਅਪ ਦੇਖੋਗੇ ਜਿਹੜਾ ਅੱਜ ਵੀ ਉਹ ਉੱਚ ਅਹੁਦਿਆਂ ਤੋਂ ਲੈ ਕੇ ਭਾਵੇਂ ਉਹਨੂੰ ਇਹ ਕਿਹਾ ਜਾਏ ਕਿ ਭਾਈ ਜੇ ਹੁਣ ਕਾਸਟ ਬੇਸ ਸੈਂਸਸ ਦੀ ਗੱਲ ਚੱਲ ਰਹੀ ਹੈ, ਉਹਦਾ ਬੇਸ ਵੀ ਇਹੀ ਹੈ ਕਿ ਭਾਈ ਅਸਲ ਗੱਲ ਹੋਰ ਹੈ ਔਰ ਰਿਜ਼ਰਵੇਸ਼ਨ ਦੇ ਨਾਂ ਥੱਲੇ ਕਿਸ ਕਿਸਮ ਦਾ ਜਿਹੜਾ ਹੈ ਇੱਕ ਪ੍ਰਚਾਰ ਕੀਤਾ ਜਾਂਦਾ ਹੈ। ਸੋ ਬਾਕੀ ਭਾਰਦਵਾਜ ਸਾਹਿਬ ਖੁਦ ਭਾਰਦਵਾਜ ਨੇ, ਬਹੁਤ ਚੰਗੀ ਤਰ੍ਹਾਂ ਇਹ ਸਾਰਿਆਂ ਨੂੰ ਸਮਝਦੇ ਨੇ, ਸਿਰਫ ਇਹ ਵੀ ਮੂੰਹ ਦਾ ਸਵਾਦ ਹੀ ਲੈਂਦੇ ਨੇ ਇੱਥੇ ਆ ਕੇ। ਜੀ ਬਲਜੀਤ ਵੜੈਚ, ਰਾਜਪਿੰਦਰ ਸਿੰਘ ਫਤਿਹ ਸਾਂਝੀ ਕਰਦੇ ਆ ਤੇ ਕਹਿੰਦੇ ਆ ਡਾਕਟਰ ਸਾਹਿਬ ਸੀਮਸ ਲਾਈਕ ਭਗਵੰਤ ਬੁੱਚਰਡਸ ਐਂਡ ਇਜ਼ ਆਲਸੋ ਨੀਅਰ। ਜੀ ਜਸਵੀਰ ਸਿੰਘ ਫਤਿਹ ਸਾਂਝੀ ਕਰਦੇ ਆ। ਜਸਵੀਰ ਸਿੰਘ ਬਰਾੜ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਗਰਚਾ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ। ਪ੍ਰੈਜ਼ੀਡੈਂਟ ਸਾਹਿਬ ਲਿਖਦੇ ਆ ਡਾਕਟਰ ਸਾਹਿਬ ਤੇ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਜੀ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਮਿਹਰਬਾਨੀ। ਔਰ ਤੁਸੀਂ, ਤੁਹਾਡਾ ਪਿਆਰ ਹੀ ਸਾਡੀ ਅਸਲ ਪੂੰਜੀ ਹੈ, ਸਰਮਾਇਆ ਹੈ, ਔਰ ਇਹੀ ਸਾਨੂੰ ਜਿਉਂਦਿਆਂ ਵੀ ਰੱਖਦਾ, ਤੁਰਦਿਆਂ ਵੀ ਰੱਖਦਾ ਜੀ। ਤੇ ਰਿਸ਼ੀ ਭਾਰਦਵਾਜ ਦੁਆਰਾ ਲਿਖਦੇ ਆ, ਸੁਖ ਬਾਜਵਾ ਜੀ ਨੂੰ ਜਵਾਬ ਦਿੰਦੇ ਆ ਕਿ ਮੋਸਟ ਆਫ ਦ ਲੀਡਰਸ਼ਿਪ ਆਫ ਇੰਡੀਆ ਟੁਡੇ ਕਮਸ ਫਰਮ ਦ ਅਦਰ ਬੈਕਵਰਡ ਕਾਸਟਸ। ਮੋਦੀ ਇਜ਼ ਐਨ OBC। ਪਿੱਛੇ ਤੁਹਾਡੇ ਪੰਡਤ ਜੀ ਬੈਠੇ ਨੇ, ਭਾਵੇਂ ਅੱਗੇ ਤੇਲੀਆਂ ਦਾ ਮੁੰਡਾ ਇੱਕ ਅੱਗੇ ਲਾਇਆ ਹੋਇਆ ਹੈ ਨਰਿੰਦਰ ਮੋਦੀ, ਇੱਕ ਬਾਣੀਆਂ ਦਾ ਮੁੰਡਾ ਅਮਿਤ ਸ਼ਾਹ, ਤੇ ਇੱਕ ਜਿਹੜੇ ਨੇ ਉਹ ਇਸ ਕਿਸਮ ਦੀ ਕਲਾਸ। ਪਰ ਤੁਹਾਨੂੰ ਵੀ ਪਤਾ ਹੈ ਪਾਵਰ ਕਿੱਥੇ ਲਾਈ ਕਰਦੀ ਹੈ ਜੀ। ਮੋਹਨ ਭਾਗਵਤ, ਸ਼ੁੱਧ ਬ੍ਰਾਹਮਣ, ਸਾਰੇ RSS ਦੇ ਮੁਖੀ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਸਾਰਿਆਂ ਨੂੰ ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜਾਂਦੇ ਜਾਂਦੇ ਮੈਂ ਬੇਨਤੀ ਵੀ ਕਰਦੇ ਹਾਂ, ਤੁਸੀਂ ਆਪਣੇ ਸੁਝਾਅ ਤੇ ਸਵਾਲ ਸਾਨੂੰ ਭੇਜ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਫਿਰ ਸਕਰੀਨ ਦੇ ਉੱਤੇ ਜਿਹੜਾ ਫੋਨ ਨੰਬਰ ਆ ਰਿਹਾ ਹੈ ਉਸ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਡਾਇਰੈਕਟਲੀ ਸਾਨੂੰ ਕਾਲ ਕਰ ਸਕਦੇ ਹੋ ਤੇ ਸਾਨੂੰ WhatsApp ਰਾਹੀਂ ਸੁਨੇਹਾ ਭੇਜ ਸਕਦੇ ਹੋ 5166191984। ਸਾਡੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਜਾਂ ਫਿਰ TV 84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਵੀ ਤੁਸੀਂ ਮੇਲ ਕਰ ਸਕਦੇ ਹੋ। ਇਨਫੋਰਮੇਸ਼ਨ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਕੱਲ ਨੂੰ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।